ਸਤਿ ਸ਼੍ਰੀ ਅਕਾਲ ਜੀ। ਡੀਐਸ ਪੰਜਾਬੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਹਨ ਜੀ ਐਡਵੋਕੇਟ ਅਸ਼ੋਕ ਧੀਰ ਜੀ, ਜਿਨ੍ਹਾਂ ਦਾ ਸਬੰਧ ਰਾਜਨੀਤੀ ਨਾਲ ਵੀ ਹੈ। ਉਹਨਾਂ ਦੇ ਫਾਦਰ ਸਾਹਿਬ ਸ਼੍ਰੀ ਚਰਨਜੀਤ ਧੀਰ ਜੀ ਉਹ ਇੱਕ ਆਜ਼ਾਦੀ ਘੁਲਾਟੀਏ ਵੀ ਰਹਿ ਚੁੱਕੇ ਹੈ। ਅਸੀਂ ਇਸ ਬਾਬਤ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਬਾਦਲ ਫੈਮਿਲੀ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਪੋਰਟ ਕੀਤਾ ਇਸ ਰਾਜਨੀਤੀ ਵਿੱਚ ਆਉਣ ਦੇ ਲਈ, ਤੁਹਾਨੂੰ ਇਸ ਬਾਰੇ ਦੱਸਣਗੇ ਜੀ ਹੁਣ ਅਸ਼ੋਕ ਧੀਰ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਸੋ ਨਾਈਸ। ਥੈਂਕ ਯੂ ਸਰ। ਅੱਛਾ ਸਰ, ਤੁਹਾਡਾ ਪਿਛੋਕੜ ਨਾ ਰਾਜਨੀਤੀ ਨਾਲ ਹੈ ਤੇ ਤੁਹਾਡੇ ਫਾਦਰ ਸਾਹਿਬ ਜਿਹੜੇ ਹੈਗੇ ਸੀ ਚਰਨਜੀਤ ਧੀਰ ਜੀ, ਹਾਂਜੀ, ਉਹ ਇੱਕ ਆਜ਼ਾਦੀ ਘੁਲਾਟੀਏ ਰਹਿ ਚੁੱਕੇ ਆ। ਹਾਂਜੀ, ਤਾਂ ਉਹ ਥੋੜਾ ਦੱਸੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ? ਮੇਰੇ ਪਿਤਾ ਜੀ ਦਾ ਜਨਮ 1915 ਚ ਹੋਇਆ। ਉਹਨਾਂ ਦਾ ਬਚਪਨ ਤੋਂ ਹੀ ਆਜ਼ਾਦੀ ਬਾਰੇ ਬੜੇ ਬਲਵਲੇ ਸੀ ਔਰ ਉਹਨਾਂ ਨੇ ਇਸ ਲੜਾਈ ਦੇ ਵਿੱਚ ਬੜਾ ਸੰਘਰਸ਼ ਕੀਤਾ ਔਰ ਆਜ਼ਾਦੀ ਦੇ ਵਿੱਚ ਸੰਘਰਸ਼ ਕਰਦੇ ਹੋਏ, ਐਜੀਟੇਸ਼ਨ ਦੇ ਵਿੱਚ ਭਾਗ ਲੈਂਦੇ ਹੋਏ ਉਹਨਾਂ ਨੂੰ ਬੜੀਆਂ ਕੈਦਾਂ ਕੱਟਣੀਆਂ ਪਈਆਂ। ਔਰ ਉਸ ਸਮੇਂ ਦੇ ਵਿੱਚ ਇੱਕ ਹੋਇਆ ਕਰਦਾ ਸੀ ਕਿ ਕਾਲੇ ਪਾਣੀ ਦੀ ਕੈਦ ਬੋਲਿਆ ਕਰਦੇ ਸੀ ਜੀ। ਹਾਂਜੀ, ਉਹ ਮੁਲਤਾਨ ਦੇ ਵਿੱਚ ਹੋਇਆ ਕਰਦੀ ਸੀ ਉਦੋਂ। ਹਾਂਜੀ ਹਾਂਜੀ। ਤੇ ਮੇਰੇ ਪਿਤਾ ਜੀ ਨੂੰ ਗਰਮੀਆਂ ਦੇ ਵਿੱਚ ਤੱਪੜ ਜੋ ਗਰਮੀ ਹੁੰਦੀ ਸੀ, ਕਿਉਂਕਿ ਮੁਲਤਾਨ ਦੇ ਵਿੱਚ ਬਹੁਤ ਗਰਮੀ ਹੈ, ਤਾਂ ਉਹਨਾਂ ਨੂੰ ਉਸ ਜਗ੍ਹਾ ਦੇ ਵਿੱਚ ਕਾਲੇ ਪਾਣੀ ਦੀ ਕੈਦ ਵੀ ਉਹਨਾਂ ਨੂੰ ਕਰਤਾ ਔਰ ਉੱਥੇ ਵੀ ਉਹ ਕੈਦ ਕੱਟ ਕੇ ਆਏ। ਮੇਰੇ ਪਿਤਾ ਜੀ ਨੇ ਗਿਆਨੀ ਜੈਲ ਸਿੰਘ ਜੀ ਨਾਲ ਔਰ ਹੋਰ ਇਸ ਤਰ੍ਹਾਂ ਦੀਆਂ ਨਾਮੀ ਸ਼ਖਸੀਅਤਾਂ ਨਾਲ ਵੀ ਕੈਦਾਂ ਕੱਟੀਆਂ ਔਰ ਉਹਨਾਂ ਨੇ ਬੜੇ ਤਸੀਹੇ ਝੱਲੇ ਔਰ ਉਸ ਦੇ ਲਈ ਦੇਸ਼ ਨੂੰ ਆਜ਼ਾਦ ਕਰਾਇਆ ਔਰ ਦੇਸ਼ ਆਜ਼ਾਦ ਹੋ ਕੇ ਅੱਜ ਅਸੀਂ ਆਪਣੇ ਆਜ਼ਾਦ ਦੇਸ਼ ਦੇ ਵਿੱਚ ਸੁਪਨੇ ਲੈ ਜੀ। ਮਤਲਬ ਕਿ ਤੁਹਾਡੇ ਫਾਦਰ ਸਾਹਿਬ ਇੱਕ ਇਨਸਾਨੀਅਤ ਦੇ ਲਈ ਕੰਮ ਕੀਤਾ। ਮੇਰੇ ਪਿਤਾ ਜੀ ਨੇ ਦੱਬੇ ਕੁਚਲੇ ਮਜ਼ਲੂਮਾਂ ਲਈ ਬੜਾ ਕੰਮ ਕੀਤਾ ਜੀ। ਔਰ ਉਹਨਾਂ ਨੇ ਜਦੋਂ ਅੰਦਰ ਹੀ, ਜਦੋਂ ਜੇਲ੍ਹ ਦੇ ਵਿੱਚ ਹੀ ਸੀ, ਤਾਂ ਉਦੋਂ ਕਮਿਊਨਿਜ਼ਮ ਦਾ ਵੀ ਉਭਾਰ ਆਇਆ, ਤਾਂ ਉਹ ਕਮਿਊਨਿਜ਼ਮ ਵੱਲ ਝੁਕ ਗਏ ਔਰ ਦੱਬੇ ਕੁਚਲੇ ਮਜ਼ਲੂਮਾਂ ਦੀ ਮਦਦ ਕਰਨ ਵਾਸਤੇ ਉਹਨਾਂ ਨੇ ਕਮਿਊਨਿਜ਼ਮ ਨੂੰ ਅਪਣਾ ਲਿਆ ਜੀ। ਤੇ ਜਿਹੜਾ ਰਾਜਨੀਤੀ ਵਿੱਚ ਤੁਹਾਡੇ ਫਾਦਰ ਸਾਹਿਬ ਆਏ ਸੀ ਜੀ, ਤੇ ਉਹਦੇ ਵਿੱਚ ਮੁੜਨਾ ਉਹਨਾਂ ਦਾ ਕਿਵੇਂ ਹੋਇਆ ਰਾਜਨੀਤੀ ਵਿੱਚ? ਮੇਰੇ ਪਿਤਾ ਜੀ ਜਦੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਕਮਿਊਨਿਜ਼ਮ ਦੇ ਵਿੱਚ ਚਲੇ ਗਏ ਜੀ, ਤਾਂ ਉਦੋਂ ਇੱਕ ਗੱਲ ਧਾਰਨਾ ਬਣ ਗਈ, ਦੇਸ਼ ਆਜ਼ਾਦ ਹੋ ਗਿਆ 47 ਚ ਜੀ ਔਰ ਸਾਡਾ ਸੰਵਿਧਾਨ ਬਣ ਗਿਆ। ਤਾਂ ਉਸ ਤੋਂ ਬਾਅਦ ਇਹ ਆਇਆ ਕਿ ਜਿਹੜੇ ਇਲੈਕਸ਼ਨ ਹੋਣੇ ਆ ਜੀ, ਜਿਹੜੇ ਬੰਦਿਆਂ ਨੇ ਆਜ਼ਾਦੀ ਦੇ ਵਿੱਚ ਧੋਖੇ ਕੀਤੇ, ਲੋਕਾਂ ਦੇ ਨਾਲ ਨਹੀਂ ਖੜੇ, ਦੱਬੇ ਕੁਚਲੇ ਮਜ਼ਲੂਮਾਂ ਦੀ ਮਦਦ ਨਹੀਂ ਕੀਤੇ, ਉਹਨਾਂ ਨੇ ਆਪਣੀਆਂ ਪਾਰਟੀਆਂ ਬਣਾ ਕੇ ਉਹ ਆਪਣੇ ਇਲੈਕਸ਼ਨ ਲੜਨ ਲੱਗ ਪਏ। ਤਾਂ ਕਮਿਊਨਿਸਟ ਪਾਰਟੀ ਨੇ ਵੀ ਇਹ ਉਪਰਾਲਾ ਕੀਤਾ ਕਿ ਅਸੀਂ ਉਹਨਾਂ ਨੂੰ ਰੋਕਣ, ਉਹਨਾਂ ਦੇ ਰਸਤੇ ਰੋਕਣ ਵਾਸਤੇ, ਦੱਬੇ ਕੁਚਲੇ ਮਜ਼ਲੂਮਾਂ ਦੀ ਗੱਲ ਨੂੰ ਉੱਪਰ ਉਠਾਉਣ ਵਾਸਤੇ ਅਸੀਂ ਵੀ ਉਹਨਾਂ ਦੇ ਨਾਲ ਇਲੈਕਸ਼ਨ ਲੜਾਂਗੇ। ਔਰ ਉਹਨਾਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਆਪਣੇ ਜੋ ਨਾਮੀ ਲੀਡਰ ਸਨ ਉਹਨਾਂ ਨੂੰ ਉਹਨਾਂ ਦੇ ਵਿੱਚ ਉਤਾਰਿਆ ਜੀ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਪਣੇ ਸਾਬਕਾ ਸੀਐਮ ਹੈ ਜੀ, ਉਹਨਾਂ ਦੇ ਨਾਲ ਮਤਲਬ ਕਿ ਤੁਹਾਡੀ ਫੈਮਿਲੀ ਦਾ ਬਹੁਤ ਵੱਡਾ ਹੱਥ ਹੈ ਉਹਨਾਂ ਨੂੰ ਰਾਜਨੀਤੀ ਵਿੱਚ ਲੈ ਕੇ ਆਉਣ ਦਾ, ਕਿਉਂਕਿ ਤੁਹਾਡੇ ਫਾਦਰ ਸਾਹਿਬ ਨੇ ਜਦੋਂ ਇਲੈਕਸ਼ਨ ਲੜੀ ਹੈ ਤਾਂ ਇਹਨਾਂ ਦੇ ਬਰਾਬਰ ਇਲੈਕਸ਼ਨ ਲੜੀ ਸੀ, ਤਾਂ ਉਹ ਇਹਨਾਂ ਦਾ ਥੋੜਾ ਦੱਸੋ ਸਾਡੇ ਦਰਸ਼ਕਾਂ ਨੂੰ। ਮੈਂ ਤੁਹਾਨੂੰ ਕਰੈਕਟ ਕਰਾਂ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1957 ਦੇ ਵਿੱਚ ਗਿੱਦੜਵਾ ਤੋਂ ਇਲੈਕਸ਼ਨ ਲੜਿਆ ਜੀ। ਉਦੋਂ ਇਹ ਡਬਲ ਹਲਕਾ ਹੋਇਆ ਕਰਦਾ ਸੀ ਔਰ ਜਲਾਲਾਬਾਦ ਤੱਕ ਜਾਂਦਾ ਸੀ ਜੀ। ਤਾਂ ਸਰਦਾਰ ਕਰਤਾਰ ਸਿੰਘ ਜੀ ਜਿਹੜੇ ਬੜੇ ਇੱਕ ਨਾਮੀ ਸ਼ਖਸੀਅਤ ਉਦੋਂ ਹੋਇਆ ਕਰਦੇ ਸੀ, ਉਹਨਾਂ ਦਾ ਅਕਾਲੀ ਦਲ ਦਾ ਤੇ ਕਾਂਗਰਸ ਦਾ ਸਮਝੌਤਾ ਹੋ ਗਿਆ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਗਿੱਦੜਵਾ ਤੋਂ ਟਿਕਟ ਮਿਲੀ ਜੀ। ਤੇ ਮੇਰੇ ਪਿਤਾ ਜੀ ਐਜ਼ ਏ ਕਮਿਊਨਿਸਟ ਲੀਡਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਖੜੇ ਹੋਏ ਜੀ। ਔਰ ਬੜਾ ਗਹਿ ਗੱਚ ਮੈਂ ਤਾਂ ਸਮਝਦਾ ਕਿ ਮੁਕਾਬਲਾ ਹੋਇਆ, ਪਰ ਬਦਕਿਸਮਤੀ ਹੈ ਕਿ ਜਿਹੜੀਆਂ ਅਸੀਂ ਜਾਤ ਪਾਤ ਦੀਆਂ, ਊਚ ਨੀਚ ਦੀਆਂ, ਅਸੀਂ ਸਰਮਾਏਦਾਰੀ ਤੇ ਗਰੀਬ ਦੀਆਂ, ਦੱਬੇ ਕੁਚਲੇ ਮਜ਼ਲੂਮਾਂ ਦੀਆਂ ਅੱਜ ਗੱਲਾਂ ਕਰਦੇ ਹਾਂ, ਉਹਨਾਂ ਦੇ ਕਾਰਨ ਹੀ ਮੇਰੇ ਪਿਤਾ ਜੀ ਨੂੰ 1957 ਦੇ ਵਿੱਚ ਉਹਨਾਂ ਦੇ ਹੱਥੋਂ ਬੜੇ ਨੈਰੋ ਮਾਰਜਨ ਦੇ ਨਾਲ ਹਾਰ ਹੋਈ ਜੀ। ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਮੌਜੂਦਾ, ਉਹਨਾਂ ਨੂੰ ਇਸ ਰਾਜਨੀਤੀ ਵਿੱਚ ਲੈ ਕੇ ਆਉਣ ਵਾਲੀ ਵੀ ਤੁਹਾਡੀ ਫੈਮਿਲੀ ਹੈ ਸਰ,
ਤਾਂ ਉਹਨਾਂ ਦਾ ਇਸ ਰਾਜਨੀਤੀ ਵਿੱਚ ਆਉਣ ਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ। ਮੈਂ ਉਸ ਤੋਂ ਬਾਅਦ ਕੀ ਹੋਇਆ ਕਿ 1982 ਚ ਜਦੋਂ ਅੱਤਵਾਦ ਦਾ ਬੜਾ ਦੌਰ ਚੱਲ ਪਿਆ ਜੀ, ਤਾਂ ਦੱਬੇ ਕੁਚਲੇ ਮਜ਼ਲੂਮਾਂ ਦੇ ਲੋਕਾਂ ਦੀ ਜੀਣਾ ਬੜਾ ਦੁੱਭਰ ਹੋ ਗਿਆ ਪੰਜਾਬ ਦੇ ਵਿੱਚ ਜੀ। ਉਸ ਸਮੇਂ ਦੇ ਵਿੱਚ ਜਦੋਂ ਉਹ ਕਰਦੇ ਕਰਦੇ ਕਿਉਂਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਔਰ ਉਹਦੇ ਬਾਅਦ ਸਾਰੇ ਘਰ ਦੀ ਕਮਾਨ ਮੈਨੂੰ ਸੰਭਾਲਣੀ ਪਈ। ਮੈਂ ਵੀ ਉਮਰ ਦਾ ਬੜਾ ਛੋਟਾ ਸੀ ਔਰ ਉਸ ਤਰ੍ਹਾਂ ਕਰਦੇ ਹੋਏ ਇੱਕ ਇੱਥੇ ਇਸ ਤਰ੍ਹਾਂ ਦੀ ਗੱਲ ਕਰਦੇ ਕਰਦੇ ਇੱਕ ਲੜਾਈ ਹੋ ਗਈ ਜਿਸ ਦੇ ਵਿੱਚ ਮੇਰੇ ਬੜੀਆਂ ਗੰਭੀਰ ਸੱਟਾਂ ਲੱਗੀਆਂ ਔਰ ਉਹਦਾ ਇੱਕ ਕੇਸ ਰਜਿਸਟਰ ਹੋ ਗਿਆ ਤੇ ਕੇਸ ਰਜਿਸਟਰ ਹੋਣ ਤੋਂ ਬਾਅਦ ਮੇਰਾ ਰਾਜਨੀਤੀ ਦੇ ਵਿੱਚ ਹੋਰ ਵੀ ਉਭਾਰ ਜਿਹੜਾ ਤੇਜ਼ ਹੋ ਗਿਆ ਤੇ ਜਿਹੜੇ ਮੇਰੇ ਸਾਥੀ ਜਿਸ ਨੇ ਮੇਰੇ ਸੱਟਾਂ ਮਾਰੀਆਂ ਸਨ ਜੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਜੀ ਔਰ 1992 ਦੇ ਵਿੱਚ ਉਹ ਇੱਥੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਜਦੋਂ ਕਿ ਦੂਜੀਆਂ ਪਾਰਟੀ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ। ਇਹ ਬਾਈਕਾਟ ਹੋਣ ਕਰਕੇ ਕੋਈ ਹੋਰ ਇਲੈਕਸ਼ਨ ਦੇ ਮੁਕਾਬਲੇ ਦੇ ਵਿੱਚ ਨਹੀਂ ਸੀ ਤਾਂ ਉਹ ਇਲੈਕਸ਼ਨ ਜਿੱਤ ਗਏ। ਪਰ ਤੁਹਾਨੂੰ ਸੰਵਿਧਾਨ ਬਾਰੇ ਜਾਣਕਾਰੀ ਹੋਣੀ ਹੈ ਜੀ। ਸੰਵਿਧਾਨ ਦੇ ਵਿੱਚ ਇੱਕ ਪੀਪਲ ਰਿਪਰੈਜ਼ੈਂਟੇਸ਼ਨ ਐਕਟ ਦੇ ਵਿੱਚ ਇੱਕ ਧਾਰਾ ਹੈ ਜੀ ਸਰ ਕਿ ਜੇ ਕਿਸੇ ਆਦਮੀ ਨੂੰ 2 ਸਾਲ ਤੋਂ ਵੱਧ ਸਜ਼ਾ ਹੋਵੇ ਜੀ ਤੇ ਉਸ ਨੂੰ ਸਜ਼ਾ ਕੱਟੀ ਤੋਂ ਹਜੇ 6 ਸਾਲ ਨਾ ਹੋਏ ਹੋਣ ਉਹ ਇਲੈਕਸ਼ਨ ਨਹੀਂ ਲੜ ਸਕਦਾ ਜੀ। ਬਿਲਕੁਲ ਉਸ ਸਮੇਂ ਦੇ ਮੌਜੂਦਾ ਜੋ ਐਮਐਲਏ ਸੀ ਜੀ ਉਹਨਾਂ ਨੂੰ ਇਸ ਮੇਰੇ ਕੇਸ ਦੇ ਵਿੱਚ ਹੀ ਕਨਵਿਕਸ਼ਨ 3 ਸਾਲ ਦੀ ਹੋਈ ਸੀ ਜੀ ਤੇ ਉਹਨਾਂ ਨੂੰ ਹਜੇ ਸਜ਼ਾ ਕੱਟ ਕੇ ਆਇਆਂ ਨੂੰ 6 ਸਾਲ ਨਹੀਂ ਹੋਏ ਸੀ ਜਿਸ ਦੇ ਉੱਪਰ ਅਸੀਂ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਇਲੈਕਸ਼ਨ ਪਟੀਸ਼ਨ ਮੇਰੇ ਇੱਕ ਬਹੁਤ ਹੀ ਨਜ਼ਦੀਕੀ ਸਾਥੀ ਅੱਜ ਤੁਸੀਂ ਜਾਣਦੇ ਹੋਵੋਗੇ ਸਰਦਾਰ ਗੁਰਪਾਲ ਸਿੰਘ ਜੀ ਗੋਰਾ ਜੋ ਐਸਜੀਪੀਸੀ ਦੇ ਮੈਂਬਰ ਵੀ ਹਨ ਉਹਨਾਂ ਦੇ ਛੋਟੇ ਭਾਈ ਸਨ ਸਰਜੀਤ ਸਿੰਘ ਜੀ ਉਹਨਾਂ ਵੱਲੋਂ ਅਸੀਂ ਇੱਕ ਇਲੈਕਸ਼ਨ ਪਟੀਸ਼ਨ ਪਾਤੀ ਔਰ ਉਸ ਇਲੈਕਸ਼ਨ ਪਟੀਸ਼ਨ ਦਾ ਰਿਜ਼ਲਟ ਇਹ ਆਇਆ ਕਿ ਹਾਈ ਕੋਰਟ ਨੇ ਇਹ ਸਾਡੀ ਧਾਰਨਾ ਨੂੰ ਮੰਨਿਆ ਕਿ ਇੱਕ ਜਿਹੜਾ ਕਨਵਿਕਟਡ ਆਦਮੀ ਹੈ ਉਹ 6 ਸਾਲ ਤੋਂ ਪਹਿਲਾਂ ਇਲੈਕਸ਼ਨ ਨਹੀਂ ਲੜ ਸਕਦਾ। ਇਸ ਕਰਕੇ ਉਹਨਾਂ ਦਾ ਇਲੈਕਸ਼ਨ ਨਲ ਐਂਡ ਵਾਇਡ ਡਿਕਲੇਅਰ ਕਰਤਾ। ਸੁਪਰੀਮ ਕੋਰਟ 'ਚ ਵੀ ਇਹ ਬਰਕਰਾਰ ਰਿਹਾ, ਉਹਨਾਂ ਦਾ ਇਲੈਕਸ਼ਨ ਨਲ ਐਂਡ ਵਾਇਡ ਹੋ ਗਿਆ। ਪਰ ਉਦੋਂ ਕੀ ਹੋਇਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਰਾਜ ਆ ਗਿਆ ਸੀ ਜੀ। ਸਰਦਾਰ ਬਿਆਨ ਸਿੰਘ ਜੀ ਕਾਂਗਰਸ ਦੇ ਮੁੱਖ ਮੰਤਰੀ ਹੋਇਆ ਕਰਦੇ ਸਨ ਤੇ ਉਸ ਟਾਈਮ ਦੇ ਵਿੱਚ ਇਹ ਇਲੈਕਸ਼ਨ ਆ ਗਿਆ। ਇਲੈਕਸ਼ਨ ਆਉਣ ਤੇ ਸਾਡੇ ਬੱਚੇ ਹੀ ਹੈ, ਬੇਟੇ ਹੈ ਸਾਡੇ ਦੀਪਕ ਜੀਆਂ ਨੂੰ ਉਹਨਾਂ ਨੇ ਜੀ ਮੌਜੂਦਾ ਜੋ ਐਮਐਲਏ ਸੀ ਜਿਨ੍ਹਾਂ ਨੂੰ ਅਸੀਂ ਅਨਸੀਟ ਕੀਤਾ ਸੀ ਉਹਨਾਂ ਦੇ ਬੇਟੇ ਸੀ ਜੀ ਉਹਨਾਂ ਨੂੰ ਉਹਨਾਂ ਨੇ ਟਿਕਟ ਦੇ ਕੇ ਗਿੱਦੜਬਾਹਾ ਤੋਂ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਜੀ। ਤਾਂ ਉਦੋਂ ਜਿਹੜੇ ਬੁੱਧੀਜੀਵੀਆਂ ਨੇ ਸਾਰਿਆਂ ਨੇ ਮਿਲ ਜੁਲ ਕੇ ਇਹ ਗੱਲ ਕੀਤੀ ਕਿ ਕਿਸ ਨੂੰ ਉਸ ਦੇ ਮੁਕਾਬਲੇ 'ਚ ਇਲੈਕਸ਼ਨ ਲੜਨਾ ਚਾਹੀਦਾ। ਬੜੇ ਨਾਮਾਂ 'ਤੇ ਵਿਚਾਰ ਕੀਤੇ ਗਏ ਔਰ ਅਖੀਰ 'ਤੇ ਇਹ ਗੱਲ ਆਈ ਕਿ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਉਦੋਂ ਇਹ ਇਲੈਕਸ਼ਨ ਲੜਦੇ ਹੈ ਤਾਂ ਬਾਈ ਇਲੈਕਸ਼ਨ ਦੇ ਰਿਜ਼ਲਟ ਸਾਨੂੰ ਪਤਾ ਹੀ ਹੈ ਕਿ ਬੜੇ ਧੱਕੇਸ਼ਾਹੀਆਂ ਹੁੰਦੀਆਂ ਤੇ ਵੀ ਕਿਸੇ ਤਰ੍ਹਾਂ ਦਾ ਉਹਨਾਂ ਦੀ ਸਾਖ ਨੂੰ ਕੋਈ ਖੋਰਾ ਨਾ ਲੱਗੇ। ਤਾਂ ਉਦੋਂ ਇਹ ਸਾਰਿਆਂ ਨੇ ਜਿਹਦੇ ਵਿੱਚ ਇੱਕ ਮੈਂ ਵੀ ਮੌਜੂਦ ਸੀ ਅਸੀਂ ਵਿਚਾਰ ਕੀਤਾ ਕਿ ਇੱਕ ਐਸੇ ਨੋਵਾਈਸ ਬੰਦੇ ਨੂੰ ਖੜਾ ਕੀਤਾ ਜਾਵੇ ਜਿਹੜਾ ਕਿ ਉਹਨਾਂ ਦਾ ਮੁਕਾਬਲਾ ਵੀ ਕਰ ਸਕੇ ਔਰ ਗਿਆਨ ਦਾ ਵੀ ਭੰਡਾਰ ਹੋਵੇ ਜੀ। ਤਾਂ ਉਸ ਸਮੇਂ ਦੇ ਸਰਦਾਰ ਗੁਰਦਾਸ ਸਿੰਘ ਜੀ ਬਾਦਲ ਜੋ ਕਿ ਅਸੀਂ ਸਮਝਦੇ ਹਾਂ ਕਿ ਉਸ ਸਮੇਂ ਦੇ ਵਿੱਚ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਭਾਈ ਵੀ ਸਨ ਜੀ ਔਰ ਅਕਾਲੀ ਦਲ ਦੇ ਉਹਨਾਂ ਨੂੰ ਚਾਣਕਿਆ ਵੀ ਕਿਹਾ ਜਾਂਦਾ ਸੀ ਕਿ ਉਹ ਚਾਣਕਿਆ ਦੇ ਰੂਪ ਵਿੱਚ ਅਕਾਲੀ ਦਲ ਨੂੰ ਘੁਮਾਉਂਦੇ ਆ ਜੀ। ਉਹਨਾਂ ਦੇ ਬੇਟੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਇੰਗਲੈਂਡ 'ਚ ਬਾਰ ਐਟ ਲਾ ਕਰ ਰਹੇ ਸੀ ਔਰ ਉਦੋਂ ਉਹਨਾਂ ਨੇ ਬਾਰ ਐਟ ਲਾ ਕੰਪਲੀਟ ਹੀ ਕੀਤਾ ਸੀ ਤੇ ਸਾਰਿਆਂ ਦਾ ਇਹ ਵਿਚਾਰ ਬਣਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਇੱਥੇ ਗਿੱਦੜਬਾਹਾ 'ਚ ਅਕਾਲੀ ਦਲ ਦੀ ਪਾਟੋ ਤਾੜ ਸੀ ਤਾਂ ਉਹਨਾਂ ਨੇ ਇੱਕ ਕਾਨਫਰੰਸ ਕੀਤੀ ਸੀ। ਉਸ ਦੇ ਵਿੱਚ ਐਜ ਏ ਸਟੂਡੈਂਟ ਲੀਡਰ ਮਨਪ੍ਰੀਤ ਸਿੰਘ ਬਾਦਲ ਨੇ ਵੀ ਢੋਲ ਢਮੱਕੇ ਦੇ ਨਾਲ ਸ਼ਿਰਕਤ ਕੀਤੀ ਸੀ, ਆਪਣੇ ਸਾਥੀਆਂ ਨੂੰ ਲੈ ਕੇ ਆਏ ਸੀ ਤੇ ਸਾਰਿਆਂ ਨੇ ਵਿਚਾਰ ਕੀਤਾ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਬੜੇ ਹੀ ਹੋਣਹਾਰ ਤੇ ਅੱਛੇ ਵਿਅਕਤੀਤਵ ਦੇ ਮਾਲਕ ਹੈ ਔਰ ਉਹਨਾਂ ਨੂੰ ਜਾਣਕਾਰੀ ਇਤਿਹਾਸ ਦੀ ਵੀ ਬੜੀ ਹੈ, ਕਿਉਂ ਨਾ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਜਾਵੇ। ਤਾਂ ਸਾਡੇ ਸਾਰਿਆਂ ਦੇ ਵਿੱਚ ਜਿਹਦੇ ਵਿੱਚ ਇੱਕ ਮੇਰਾ ਵੀ ਯੋਗਦਾਨ ਸੀ ਛੋਟਾ ਜਿਹਾ, ਬੇਸ਼ੱਕ ਮੈਂ ਉਦੋਂ ਕੋਈ ਬਾਹਲੀ ਵੱਡੀ ਅਹਿਮੀਅਤ ਨਹੀਂ ਰੱਖਦਾ ਸੀ, ਅਸੀਂ ਸਾਰਿਆਂ ਨੇ
ਮਨਪ੍ਰੀਤ ਸਿੰਘ ਬਾਦਲ ਦਾ ਨਾਂ ਰეკਮੈਂਡ ਕੀਤਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ 'ਤੇ ਸਹਿਮਤੀ ਦਿੰਦੇ ਹੋਏ ਉਹਨਾਂ ਨੂੰ ਉਸ ਇਲੈਕਸ਼ਨ ਦੇ ਵਿੱਚ ਉਤਾਰਿਆ ਜੀ। ਜਿੱਦਾਂ ਕਿ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਜੀ, ਉਹ ਤਾਂ ਇੱਕ ਪੋਲੀਟੀਕਲ ਫੈਮਿਲੀ ਤੋਂ ਹੀ ਬਿਲੋਂਗ ਕਰਦੇ ਸੀ, ਤਾਂ ਉਹਨਾਂ ਨੂੰ ਜਿਹੜਾ ਤੁਸੀਂ ਲੈ ਕੇ ਆਏ ਹੋ ਰਾਜਨੀਤੀ ਦੇ ਵਿੱਚ, ਤਾਂ ਉਹਨਾਂ ਨੂੰ ਵੀ ਕੁਝ ਮੁਸ਼ਕਲਾਂ ਦਾ ਸਾਹਮਣਾ ਉਸ ਟਾਈਮ ਕਰਨਾ ਪਿਆ? ਰਾਜਨੀਤੀ ਦੇ ਵਿੱਚ ਹਰ ਆਦਮੀ ਨੂੰ ਕੁਛ ਨਾ ਕੁਛ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਮੈਂ ਤੁਹਾਨੂੰ ਕਰੈਕਟ ਕਰਾਂ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਉਸ ਨੂੰ ਰਾਜਨੀਤੀ 'ਚ ਲੈ ਕੇ ਆਇਆ, ਮੈਂ ਕੋਈ ਐਡੀ ਵੱਡੀ ਕੋਈ ਸ਼ਖਸੀਅਤ ਨਹੀਂ ਹੈ ਕਿ ਜੋ ਮੈਂ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਵਾਂ। ਹਾਂ, ਮੇਰਾ ਯੋਗਦਾਨ ਉਹਨਾਂ ਦੇ ਨਾਲ ਸੀ ਔਰ ਭਰਪੂਰ ਸਮਰਥਨ ਮੈਂ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਦਿੱਤਾ। ਤੇ ਉਹਨਾਂ ਦੇ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਉਸ ਸਮੇਂ ਦੇ ਜਿਹੜਾ ਅਕਾਲੀ ਦਲ ਦੀਆਂ ਇਹ ਗੱਲਾਂ ਹੋਇਆ ਕਰਦੀਆਂ ਸਨ ਕਿ ਪੰਥਕ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ, ਪੰਥਕ ਉਸ ਦੀ ਦਿੱਖ ਹੋਣੀ ਚਾਹੀਦੀ ਹੈ, ਜਿਹੜੀ ਕਿ ਅਸੀਂ ਸਮਝਦੇ ਹਾਂ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਵਿੱਚ, ਉਦੋਂ ਇੱਕ ਸਟੂਡੈਂਟ ਸੀਗੇ, ਬੇਸ਼ੱਕ ਉਹਨਾਂ ਦੀ ਉਸ ਤਰ੍ਹਾਂ ਦੀ ਪੰਥਕ ਦਿੱਖ ਨਹੀਂ ਸੀ, ਪਰ ਉਹ ਰਾਜਨੀਤੀ ਦੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਬੜੇ ਪਰਪੱਕ ਸੀ ਔਰ ਉਹਨਾਂ ਨੂੰ ਬੁਲਾਰੇ ਬੜੇ ਅੱਛੇ ਹੈ ਔਰ ਇਤਿਹਾਸ ਦੀ ਉਹਨਾਂ ਨੂੰ ਜਾਣਕਾਰੀ ਬੜੀ ਸੀ। ਅਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੇਸ਼ੱਕ ਹੋਰ ਬੜੀਆਂ ਮੁਸ਼ਕਲਾਂ ਆਈਆਂ, ਪੁਰਾਣੇ ਜਥੇਦਾਰਾਂ ਨੂੰ ਸਮਝਾਉਣ 'ਚ ਟਾਈਮ ਲੱਗਿਆ, ਪਰ ਸਮਾਂ ਆ ਗਿਆ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਹੋਏ ਉਸ ਇਲੈਕਸ਼ਨ ਦੇ ਵਿੱਚ, ਜਦੋਂ ਕਿ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੁੰਦੇ ਹੋਏ, ਔਰ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਸਰਦਾਰ ਬਿਆਨ ਸਿੰਘ ਵੀ ਇੱਕ ਬੜੇ ਘੁਲਾਟੀਏ ਤੇ ਬੜੇ ਪਰਪੱਕ ਲੀਡਰ ਸੀ। ਉਹਨਾਂ ਨੇ ਸਾਰੀ ਜੋ ਉਹਨਾਂ ਦੀ ਮਿਨਿਸਟਰੀ ਸੀ ਉਹਨੂੰ ਗਿੱਦੜਬਾਹਾ ਦੇ ਵਿੱਚ ਲਿਆ ਕੇ ਬਿਠਾਤਾ। ਤੁਸੀਂ ਹੈਰਾਨ ਹੋਵੋਗੇ, ਇੱਕ ਇੱਕ ਵਾਰਡ 'ਚ ਇੱਕ ਇੱਕ ਮਹੱਲੇ ਦੇ ਵਿੱਚ ਮੰਤਰੀਆਂ ਦੀ ਡਿਊਟੀ, MLA ਸਾਹਿਬਾਨ ਦੀ ਡਿਊਟੀ ਉਹਨਾਂ ਨੇ ਲਾਤੀ। ਉਹਨਾਂ ਦੇ ਮੁਕਾਬਲੇ ਦੇ ਵਿੱਚ ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਸਾਰੀਆਂ ਡਿਊਟੀਆਂ ਲਾਈਆਂ ਔਰ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਮੇਰੇ ਯਾਦ ਹੈ, ਤੁਸੀਂ ਤਾਂ ਪੱਤਰਕਾਰ ਹੋ, ਤੁਸੀਂ ਇਸ ਦੀ ਖੋਖ ਵੀ ਕਰ ਸਕਦੇ ਹੋ ਕਿ ਉਸ ਸਮੇਂ BBC ਔਰ ਬੜੇ ਇਸ ਤਰ੍ਹਾਂ ਦੇ ਜਿਹੜੇ ਨਾਮੀ ਅਖਬਾਰ ਹੁੰਦੇ ਸੀ, ਹਿੰਦੂ ਅਖਬਾਰ, ਉਹਨਾਂ ਦੇ ਜਿਹੜੇ ਚੀਫ ਐਡੀਟਰ ਜਿਹੜੇ ਆ ਉਹ ਗਿੱਦੜਬਾਹਾ ਦੇ ਵਿੱਚ ਆ ਕੇ ਬੈਠ ਗਏ ਔਰ ਗਿੱਦੜਬਾਹਾ ਦੀ ਇੱਕ ਇੱਕ ਮਿੰਟ ਦੀ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼, ਉਹਨਾਂ ਦੇ ਸਾਰਿਆਂ ਦੇ ਜਿਹੜੇ ਨਾਮੀ ਪੱਤਰਕਾਰ ਸੀ, ਉਹਨਾਂ ਨੇ ਵੀ ਗਿੱਦੜਬਾਹਾ 'ਚ ਡੇਰੇ ਲਾਏ ਕਿ ਇਸ ਤਰ੍ਹਾਂ ਦਾ ਗਿੱਦੜਬਾਹਾ ਵਿੱਚ ਕੀ ਇਲੈਕਸ਼ਨ ਹੋ ਰਿਹਾ ਤੇ ਜਿਹੜਾ ਕਿ ਇਸ ਤਰ੍ਹਾਂ ਉੱਥੇ ਇਲੈਕਸ਼ਨ ਲੜਿਆ ਜਾਂਦਾ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ 1992 'ਚ ਜਦੋਂ ਮੇਰੇ ਵੀਰ ਉਹ MLA ਬਣ ਗਏ ਤਾਂ 2-3 ਮਹੀਨਿਆਂ ਬਾਅਦ ਹੀ ਗਿੱਦੜਬਾਹਾ ਮਿਊਨਿਸਪਲ ਕਮੇਟੀ ਦਾ ਵੀ ਇਲੈਕਸ਼ਨ ਆ ਗਿਆ। ਉਹ ਗਿੱਦੜਬਾਹਾ ਇਲੈਕਸ਼ਨ ਦੇ ਵਿੱਚ, ਕਿਉਂਕਿ ਜਿਸ ਦੀ ਰਾਜ ਭਾਗ ਹੋਵੇ, ਜਿਸ ਦੀ ਲਾਠੀ ਉਸ ਦੀ ਬੈਂਸ ਆਪਾਂ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ, ਤਾਂ ਉਦੋਂ ਇਹ ਆਇਆ ਸਮਾਂ ਕਿ ਇਹਨਾਂ ਦੇ ਮੁਕਾਬਲੇ 'ਚ ਇਲੈਕਸ਼ਨ ਕਿਸ ਤਰ੍ਹਾਂ ਲੜਿਆ ਜਾਵੇ। ਸਾਡੇ ਗਿੱਦੜਬਾਹਾ ਦੇ ਉਦੋਂ 15 ਵਾਰਡ ਹੋਇਆ ਕਰਦੇ ਸੀ, ਤਾਂ ਵਿਚਾਰ ਆਏ ਤੇ ਮੈਨੂੰ ਵੀ ਮੇਰੇ ਸਾਥੀਆਂ ਨੇ ਕਿਹਾ ਕਿ ਗਿੱਦੜਬਾਹਾ ਦੇ ਵਿੱਚ ਤੂੰ ਆਪਣੀ ਇੱਕ ਟੀਮ ਆਜ਼ਾਦਾਨਾ ਤੌਰ ਤੇ ਬਣਾ ਕੇ ਇਹ ਇਲੈਕਸ਼ਨਾਂ ਦੇ ਵਿੱਚ ਖੜਾ ਹੋ ਔਰ ਤੂੰ ਇਲੈਕਸ਼ਨ ਲੜ। ਜਦੋਂ ਕਿ ਅਸੀਂ ਆਪਣੀ ਇਹ ਗ੍ਰੀਵੈਂਸਸ ਕਿ ਸਾਡੀ ਕੀ ਮੇਰੇ ਸੰਗੀ ਸਾਥੀ ਨਾਲ ਲੜਾਈ ਹੈ, ਉਹਨਾਂ ਦੇ ਕੀ ਵਿਚਾਰ ਹੈ, ਕਿਉਂਕਿ ਅਸੀਂ ਇੱਕ ਦੱਬੇ ਕੁਚਲੇ ਮਜ਼ਲੂਮਾਂ ਦੀ ਮਦਦ ਕਰਨ ਦੇ ਵਿੱਚ ਹੀ ਉਹ ਲੜਾਈ ਹੋਈ ਸੀ, ਤਾਂ ਸਾਨੂੰ ਉਹਦੇ ਵਿੱਚ ਭਾਗ ਲੈਣਾ ਚਾਹੀਦਾ ਹੈ ਔਰ ਸਾਨੂੰ ਵੀ ਇਹ ਇਲੈਕਸ਼ਨ ਲੜਨਾ ਚਾਹੀਦਾ ਹੈ। ਉਹਨਾਂ ਸਾਥੀਆਂ ਦੇ ਹੁਕਮਾਂ ਦੇ ਮੁਤਾਬਕ ਔਰ ਵਿਚਾਰ ਕਰਕੇ ਕਿ ਸਾਨੂੰ ਇਹ ਇਲੈਕਸ਼ਨ ਲੜਨਾ ਚਾਹੀਦਾ, ਅਸੀਂ 15 ਦੇ 15 ਵਾਰਡਾਂ 'ਚ ਸਾਂਝਾ ਮੋਰਚਾ ਦੇ ਨਾਂ 'ਤੇ ਇੱਕ ਆਊਟਫਿਟ ਬਣਾ ਕੇ ਅਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਔਰ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਦੇ ਲੋਕਾਂ ਦੇ ਪਿਆਰ ਤੇ ਸਤਿਕਾਰ ਦੇ ਸਦਕਾ ਉਹਦੇ ਵਿੱਚ ਅਸੀਂ ਬਹੁਮਤ ਸਾਡਾ ਬਣਿਆ ਔਰ ਉਹ MLA ਸਾਹਿਬ ਨੂੰ ਉਸ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਔਰ ਅਸੀਂ ਉਹਦੇ 'ਚ ਜਿੱਤ ਕੇ ਉਦੋਂ ਮਹੀਨਾ 2 ਮਹੀਨਾ ਸਾਨੂੰ ਗਿੱਦੜਬਾਹਾ ਤੋਂ ਵੀ ਬਾਹਰ ਰਹਿਣਾ ਪਿਆ ਕਿਉਂਕਿ ਉਹਦੇ ਵਿੱਚ ਕੀ ਹੋਇਆ ਕਰਦਾ ਸੀ, ਉਦੋਂ 2 MLA ਜਿਹੜੇ ਮੈਂਬਰ ਹੈ ਉਹ ਨੋਮੀਨੇਟ ਹੋਇਆ ਕਰਦੇ ਸੀ ਬੈਕਵਰਡ ਕਲਾਸ ਦਾ ਔਰ 2 ਲੇਡੀਜ਼ ਮੈਂਬਰ। ਇੱਕ SC ਦਾ ਅਗਰ ਕੋਈ ਮੈਂਬਰ ਨਾ ਹੋਵੇ ਤਾਂ ਉਹਨੂੰ ਨੋਮੀਨੇਟ ਕਰਦੇ ਸੀ। ਉਸ ਦੀ ਇੱਕ ਡੇਟ ਉਹ ਮਹੀਨੇ ਦੀ ਪਾਤੀ, 1 ਮਹੀਨਾ
ਕਿਉਂਕਿ ਪੁਲਿਸ ਦਾ ਬੜਾ ਪ੍ਰੈਸ਼ਰ ਸੀ। ਔਰ ਮੈਂ ਤੁਹਾਨੂੰ ਗੱਲ ਦੱਸਾਂ ਕਿ ਇਲੈਕਸ਼ਨ ਤੋਂ 4-5 ਦਿਨ ਪਹਿਲਾਂ ਗਿੱਦੜਵਾ ਦੇ ਇੱਕ ਮਰਡਰ ਹੋ ਗਿਆ ਜੀ, ਜਿਸ ਦੀ FIR ਮੇਰੇ ਖਿਲਾਫ ਕਰਾਤੀ ਔਰ ਮੈਂ ਉਸ ਦਾ 302 ਦਾ ਮੁਲਜ਼ਮ ਕਰਾਰ ਦਿੱਤਾ ਗਿਆ। ਔਰ ਉਸ ਇਲੈਕਸ਼ਨ ਨੂੰ ਲੜਦੇ ਮੈਂ ਫਿਰ ਵੀ ਹਿੰਮਤ ਨਹੀਂ ਹਾਰੀ। ਉਹ ਪਰਚਾ ਹੋਣ ਦੇ ਬਾਵਜੂਦ ਵੀ ਮੈਂ ਸੰਗੀਆਂ ਸਾਥੀਆਂ ਨੇ, ਮੇਰਾ ਦੋਸਤਾਂ ਨੇ ਮੇਰੀ ਬੜੀ ਮਦਦ ਕੀਤੀ, ਜਿਹਦੇ ਨਾਲ ਮੈਂ ਉਹ ਇਲੈਕਸ਼ਨ ਲੜ ਸਕਿਆ। ਔਰ ਇਲੈਕਸ਼ਨ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕੀਤੀ ਔਰ ਉਹ ਜਿੱਤ ਪ੍ਰਾਪਤ ਕਰਕੇ ਅਸੀਂ ਆਪਦੀ ਕਮੇਟੀ ਬਣਾਈ ਔਰ ਉਸ ਦਾ ਨਗਰ ਕੌਂਸਲ ਦਾ ਪ੍ਰਧਾਨ ਉਹਨਾਂ ਨੇ ਮੈਨੂੰ ਚੁਣਿਆ ਤੇ ਮੈਂ ਨਗਰ ਕੌਂਸਲ ਦਾ ਪ੍ਰਧਾਨ ਬਣ ਕੇ ਉਸ ਸਾਥੀ ਦਾ ਅਸੀਂ ਮੁਕਾਬਲਾ ਕਰਦੇ। ਜੀ ਸਰ, ਜਿਸ ਤਰ੍ਹਾਂ ਤੁਸੀਂ ਐਵੇਂ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਜਿਨ੍ਹਾਂ ਦੇ ਇੱਕ ਖਿਆਲਾਤ ਜਿਹੜੇ ਸੀ ਉਹ ਇੱਕ ਫਰੀडम ਪਸੰਦ ਤੇ ਇਨਸਾਨੀਅਤ ਦੇ ਨਾਲ ਖੜਨ ਵਾਲੇ, ਤਾਂ ਰਾਜਨੀਤੀ ਦੇ ਵਿੱਚ ਤੁਹਾਨੂੰ ਪਤਾ ਥੋੜਾ ਐਵੇਂ ਦੇ ਲੋਕਾਂ ਦਾ ਠਹਿਰਾਵ ਹੈ ਜਿਹੜਾ ਉਹ ਘੱਟ ਰਹਿੰਦਾ, ਜਿਹੜੇ ਇਨਸਾਨੀਅਤ ਨਾਲ ਜੁੜੇ ਲੋਕ ਹੁੰਦੇ ਆ, ਫਰੀडम ਪਸੰਦ ਲੋਕ, ਐਦਾਂ ਦੇ ਲੋਕਾਂ ਨੂੰ ਬਹੁਤ ਘੱਟ ਪਸੰਦ ਕੀਤਾ ਜਾਂਦਾ ਰਾਜਨੀਤੀ ਵਿੱਚ। ਤਾਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ ਹੋਏਗਾ ਨਾ? ਮੈਡਮ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੋ ਸਾਫ਼ ਸੁਥਰੀ ਸੋਚ ਰੱਖ ਕੇ ਇੱਕ ਸਹੀ ਦਿਸ਼ਾ ਵੱਲ ਤੁਸੀਂ ਜਾਣਾ ਚਾਹੋ ਤਾਂ ਅੱਜ ਦੀ ਜੋ ਰਾਜਨੀਤੀ ਹੈ ਉਹਦੇ ਵਾਸਤੇ ਇਹ ਪਰਪੱਕ ਨਹੀਂ ਹੈ। ਇੱਥੇ ਬਹੁਤ ਕੁਝ ਗਲਤ ਢੰਗ ਨਾਲ ਕਰਨਾ ਪੈਂਦਾ, ਤੁਹਾਨੂੰ ਆਪਣੀ ਜ਼ਮੀਰ ਮਾਰ ਕੇ ਕੰਮ ਕਰਨਾ ਪੈਂਦਾ ਹੈ। ਔਰ ਇਸ ਤਰ੍ਹਾਂ ਦੇ ਵੀ ਮੈਂ ਅੱਜ ਤੁਹਾਨੂੰ ਇਹ ਦੱਸਣ ਦੇ ਵਿੱਚ ਕੋਈ ਸੰਕੋਚ ਨਹੀਂ ਕਰਦਾ ਕਿ ਇਸ ਤਰ੍ਹਾਂ ਦੇ ਵੀ ਸਮੇਂ ਆਏ ਕਿ ਮੈਂ ਆਪਣੇ ਆਪ ਨੂੰ ਇਸ ਗੱਲ 'ਤੇ ਸਮਝਿਆ ਕਿ ਮੈਨੂੰ ਇਹ ਪ੍ਰਧਾਨਗੀ ਨਹੀਂ ਲੈਣੀ ਚਾਹੀਦੀ ਸੀ ਤੇ ਮੈਨੂੰ ਇਹ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ। ਔਰ ਇਹ ਜਦੋਂ ਬਾਈ ਇਲੈਕਸ਼ਨ ਹੋ ਕੇ ਹਟਿਆ, ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਦੱਸਦਾ। ਮੈਂ ਉਸ ਦਾ ਜਿੱਤ ਦੀਆਂ ਜਸ਼ਨਾਂ ਅਸੀਂ ਜਦੋਂ ਮਨਾਈ ਰਹੇ ਸੀ ਤਾਂ ਮੈਂ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਬਾਦਲ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਤੁਸੀਂ ਵੀ ਉਸ ਇਲੈਕਸ਼ਨਾਂ 'ਚ ਮੇਰੀ ਮਦਦ ਕੀਤੀ ਹੈ, ਇਹ ਮੈਂ ਇਸ ਨੂੰ ਅੱਗੇ ਨਹੀਂ ਚਲਾ ਸਕਦਾ ਕਿਉਂਕਿ ਰਾਜਨੀਤੀ ਦੀਆਂ ਜਿਹੜੀਆਂ ਇਹ ਗਹਿਰਾਈਆਂ ਉੱਥੋਂ ਤੱਕ ਮੈਂ ਨਹੀਂ ਪਹੁੰਚ ਸਕਦਾ। ਮੈਂ ਇਸ ਰਾਜਨੀਤੀ ਤੋਂ ਪਾਸੇ ਕਿਨਾਰਾ ਕਰਨਾ ਚਾਹੁੰਦਾ ਤੇ ਮੈਂ ਆਪਣੇ ਇਸ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ। ਤੁਸੀਂ ਆਪਣੇ ਕਿਸੇ ਹੋਰ ਸੰਗੀ ਸਾਥੀ ਨੂੰ ਪ੍ਰਧਾਨ ਬਣਾ ਲਓ। ਤੁਹਾਡਾ ਅਸਤੀਫਾ ਪ੍ਰਵਾਨ ਕੀਤਾ ਗਿਆ ਸਰ? ਇਹ ਮੈਂ ਤਾਂ ਆਪਣਾ ਬੜਾ ਜ਼ੋਰ ਨਾਲ ਅਸਤੀਫਾ ਦਿੱਤਾ ਸੀ ਔਰ ਮੈਂ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਅਸਤੀਫਾ ਮੇਰਾ ਨਾਮ ਮਨਜ਼ੂਰ ਕੀਤਾ ਤਾਂ ਮੈਂ ਸਿੱਧਾ ਅਸਤੀਫਾ ਜਿਹੜੀ ਰੈਲੇਵੈਂਟ ਅਥਾਰਟੀ ਨੂੰ ਭੇਜ ਦੂੰਗਾ। ਪਰ ਮੇਰਾ ਇੱਕ ਬੜਾ ਹੀ ਸੰਗੀ ਸਾਥੀ ਹੈ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਗੁਰਪਾਲ ਸਿੰਘ ਜੀ ਗੋਰਾ, ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ, ਉਹਨਾਂ ਨੇ ਆ ਕੇ ਇਹ ਗੱਲ ਦੇ ਉੱਤੇ ਕਿ ਵੀ ਅਸੀਂ ਅਗਰ ਰਾਜਨੀਤੀ ਦੇ ਵਿੱਚ ਆਏ ਹਾਂ, ਇਹਦੇ ਵਿੱਚ ਉਤਾਰ ਚੜ੍ਹਾਅ ਹੁੰਦੇ ਆ, ਬੜੀਆਂ ਮੁਸ਼ਕਲਾਂ ਹੁੰਦੀਆਂ, ਬੜੀਆਂ ਕਮੀਆਂ ਹੁੰਦੀਆਂ ਔਰ ਸੰਗੀਆਂ ਸਾਥੀਆਂ 'ਚ ਵੀ ਕਮੀਆਂ ਆ ਜਾਂਦੀਆਂ, ਤੁਹਾਡੇ 'ਚ ਵੀ ਕਮੀਆਂ ਹੋ ਸਕਦੀਆਂ, ਪਰ ਸਾਨੂੰ ਸੰਘਰਸ਼ ਨਹੀਂ ਛੱਡਣਾ ਚਾਹੀਦਾ, ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਤੇ ਤੇਰਾ ਅਸਤੀਫਾ ਮੈਂ ਵਾਪਸ ਲਿਆਇਆ, ਉਹ ਅਸਤੀਫਾ ਅਸੀਂ ਨਹੀਂ ਦੇਣਾ। ਤੇ ਮੇਰੇ ਜਿਹੜੇ ਦੋਸਤਾਂ ਮਿੱਤਰਾਂ ਦੀ ਉਹਨਾਂ ਨੇ ਮੀਟਿੰਗ ਬੁਲਾਈ, ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਮੈਨੂੰ ਬੜੀ ਲਾਹਨ ਤਾਨ ਪਾਈ ਤੇ ਕਿਹਾ ਕਿ ਤੁਹਾਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ, ਤੁਹਾਨੂੰ ਇਸੇ ਤਰ੍ਹਾਂ ਸੰਘਰਸ਼ ਕਰਦੇ ਅੱਗੇ ਜਾਣਾ ਚਾਹੀਦਾ ਹੈ। ਔਰ ਉਸ ਸੰਘਰਸ਼ ਕਰਦੇ ਹੋਏ ਮੈਂ ਆਪਣੀ ਟਾਈਮ ਦੇ 5 ਸਾਲ ਪੂਰੇ ਕੀਤੇ ਔਰ ਜੋ ਵੀ ਮੇਰੇ ਤੋਂ ਬਣ ਸਕਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੱਬੇ ਕੁਚਲੇ ਮਜ਼ਲੂਮਾਂ ਦੀ ਮੈਂ ਮਦਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ। ਔਰ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਜੇ ਅੱਜ ਵੀ ਅਸੀਂ ਇਸ ਗੱਲ ਨੂੰ ਕਰੀਏ, ਗਿੱਦੜਵਾ ਮਿਊਨਿਸਪਲ ਕਮੇਟੀ ਦੇ ਵਿੱਚ ਇੱਕ ਬੜੀ ਛੋਟੀ ਜਿਹੀ ਮਿਊਨਿਸਪਲ ਕਮੇਟੀ ਹੈ ਇਹ, ਇਸ ਦੇ ਵਿੱਚ 40 ਪੋਸਟਾਂ ਜਦੋਂ ਮੈਂ ਜੁਆਇਨ ਕੀਤਾ ਉਦੋਂ ਹਜੇ ਖਾਲੀ ਸਨ, ਜਿਹੜਿਆਂ ਤੇ ਕੋਈ ਮੁਲਾਜ਼ਮ ਨਹੀਂ ਲਾਇਆ ਗਿਆ ਸੀ। ਇਹਨੂੰ ਭਰਨਾ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਕਿ ਇਹਦੇ ਤੇ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਪਰ ਮੈਂ ਉਹ ਵੀ ਕਰਕੇ ਉਹ 40 ਦੀਆਂ 40 ਸੀਟਾਂ ਜਿਹਦੇ ਵਿੱਚ ਸਵੀਪਰਸ ਤੇ ਹੋਰ ਇਸ ਤਰ੍ਹਾਂ ਦੀਆਂ ਛੋਟੀਆਂ ਪੋਸਟਾਂ ਸਨ, ਮੈਂ ਉਹ 40 ਦੀਆਂ 40 ਸੀਟਾਂ ਭਰੀਆਂ। ਔਰ ਅੱਜ ਮੈਂ ਤੁਹਾਨੂੰ ਇਹ ਫਖਰ ਦੇ ਨਾਲ ਔਰ ਹਿੰਮਤ ਦੇ ਨਾਲ ਇਹ ਗੱਲ ਕਹਿ ਸਕਦਾ ਕਿ ਜਦੋਂ ਦੀ ਗਿੱਦੜਵਾ ਮਿਊਨਿਸਪਲ ਕਮੇਟੀ ਬਣੀ ਹੈ, ਨਾ ਅੱਜ ਤੱਕ ਕਿਸੇ ਪ੍ਰਧਾਨ ਨੇ 40 ਪੋਸਟਾਂ ਭਰੀਆਂ ਖਾਲੀ ਹੋਈਆਂ ਤੇ ਨਾ ਕਿਸੇ ਨੇ ਭਰੀਆਂ। ਇੱਕ ਵਾਹਦ ਮੈਂ ਸੀ ਜਿਹਨੇ 40 ਦੀਆਂ 40 ਪੋਸਟਾਂ ਮੈਂ ਭਰੀਆਂ। ਔਰ ਅੱਜ ਵੀ ਇਸ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਉਹ ਮੇਰੇ ਸਾਥੀ ਮਿਲਦੇ ਆ ਤੇ ਉਹ ਆਪਦੇ ਦੋਸਤਾਂ ਮਿੱਤਰਾਂ ਨੂੰ ਇਹ ਗੱਲ ਦੱਸਦੇ ਆ ਕਿ ਇਹ ਬੰਦਾ ਸੀ ਜਿਹਨੇ ਸਾਨੂੰ ਇਹਨਾਂ ਪੋਸਟਾਂ ਤੇ ਲਾਇਆ
ਔਰ ਉਹਦੇ ਵਿੱਚ ਸਾਡਾ ਇੱਕ ਵੀ ਪੈਸਾ ਜਾਂ ਕੋਈ ਸਿਫਾਰਿਸ਼ ਦੀ ਸਾਨੂੰ ਜ਼ਰੂਰਤ ਨਹੀਂ ਪਈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਮੈਂ ਸਾਰੀਆਂ ਪੋਸਟਾਂ ਆਪਣੇ ਇੱਕ ਕਮਿਊਨਿਸਟ ਸੋਚ ਦੇ ਨਾਲ, ਆਪਣੇ ਇੱਕ ਸੱਚੇ ਸੋਚ ਦੇ ਨਾਲ, ਤੇ ਮੈਂ ਉਹ ਦੱਬੇ ਕੁਚਲੇ ਮਜ਼ਲੂਮਾਂ ਦੀ ਮਦਦ ਕਰਨ ਵਾਸਤੇ, ਉਹਨਾਂ 'ਚੋਂ ਕੋਈ ਵੀ ਇੱਕ ਬੰਦਾ ਕਿਸੇ ਸਿਫਾਰਿਸ਼ ਨਾਲ ਨਹੀਂ, ਮੈਂ ਆਪਣੇ ਪਿਆਰ ਦੇ ਨਾਲ ਔਰ ਉਹਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਜਿਹੜਾ ਡਿਜ਼ਰਵ ਕਰਦਾ ਸੀ। ਜੀ। ਤੇ ਇੱਕ ਸਰ ਕੁਐਸਚਨ ਹੋਰ ਰਹਿ ਗਿਆ ਸੀ, ਜਦੋਂ ਤੁਸੀਂ ਖਜ਼ਾਨਾ ਮੰਤਰੀ ਮੌਜੂਦਾ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਆਏ ਹੋ ਰਾਜਨੀਤੀ ਦੇ ਵਿੱਚ, ਤਾਂ ਤੁਸੀਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਸੀਐਮ, ਉਹਨਾਂ ਨੇ ਇਹ ਗੱਲ ਪ੍ਰਵਾਨ ਕਰ ਲਈ ਸੀ ਕਿ ਉਹਨਾਂ ਨੂੰ ਲੈ ਕੇ ਆਉਣਾ। ਹਾਲਾਂਕਿ ਉਹਨਾਂ ਦਾ ਬੇਟਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਹੈਗੇ ਸੀ, ਕੋਈ ਹੋਰ ਵੀ ਹੈਗੇ ਸੀ, ਇਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਕਿਉਂ? ਮੈਂ ਸਮਝਦਾ ਕਿ ਕਈ ਵਾਰੀ ਅਗਰ ਇਸ ਨੂੰ ਅਸੀਂ ਇਸ ਤਰ੍ਹਾਂ ਐਕਸਪਲੇਨ ਕਰੀਏ ਤਾਂ ਜ਼ਿਆਦਾ ਬਿਹਤਰ ਰਹੇਗਾ ਜੀ, ਕਿ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੀ, ਕਿ ਮਨਪ੍ਰੀਤ ਤੇ ਅਗਰ ਸੁਖਬੀਰ ਬਾਦਲ ਦਾ ਕੰਪੈਰੀਜ਼ਨ ਕੀਤਾ ਜਾਵੇ ਜੀ, ਤਾਂ ਮਨਪ੍ਰੀਤ ਦੇ ਮੁਕਾਬਲੇ ਸੁਖਬੀਰ ਦਾ ਉਸ ਸਮੇਂ ਤਾਂ ਬਿਲਕੁਲ 1% ਵੀ ਉਹਨਾਂ ਦੀ ਕੋਈ ਸ਼ਖਸੀਅਤ ਨਹੀਂ ਸੀ। ਜੋ ਮਨਪ੍ਰੀਤ ਦੀ ਹਿਸਟੋਰੀਕਲ ਜਾਂ ਇਤਿਹਾਸ ਦੇ ਬਾਰੇ ਜਾਣਕਾਰੀ ਸੀ, ਉਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਕੋਈ ਮੈਚ ਨਹੀਂ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਮੈਨੂੰ ਇਹ ਕਹਿੰਦੇ ਹੋਏ ਕਿ ਉਸ ਸਮੇਂ ਦੇ ਵਿੱਚ ਤਾਂ ਇਹ ਦੋਨੇ ਹੀ ਛੋਟੇ ਬੱਚੇ ਸੀ, ਨੌਜਵਾਨ ਸੀ। ਅਸੀਂ ਸੁਖਬੀਰ ਸਿੰਘ ਬਾਦਲ ਨੂੰ ਵੀ, ਮੈਂ ਗੁਰਪਾਲ ਸਿੰਘ ਹੋਰੀ ਲੈ ਕੇ ਆਉਂਦੇ ਰਹੇ ਹਾਂ, ਸੁਖਬੀਰ ਸਿੰਘ ਜੀ ਨੂੰ ਵੀ ਇਹ ਦੱਸਣਾ ਵੀ ਇੱਥੇ ਕਿਸ ਵਿਸ਼ੇ ਤੇ ਬੋਲਣਾ ਹੈ, ਕੀ ਤੁਹਾਡਾ ਹੋਣਾ ਚਾਹੀਦਾ ਸਟੇਜ ਤੇ, ਉਹਨਾਂ ਨੂੰ ਸਟੇਜ ਤੇ ਲੈ ਕੇ ਆਉਣ ਦਾ ਵੀ ਜੋ ਉਸ ਸਮੇਂ ਦਾ ਸੀ, ਉਹ ਅਸੀਂ ਸਮਝਦੇ ਹਾਂ ਕਿ ਗਿੱਦੜਵਾ ਦੇ ਲੋਕਾਂ ਨੇ ਹੀ ਉਹਨਾਂ ਨੂੰ ਪਿਆਰ ਸਦਕਾ ਉੱਥੇ ਲੈ ਕੇ ਆਏ। ਉਹ ਤਾਂ ਉਦੋਂ ਬਾਅਦ ਜਿਹੜਾ ਇੱਕ ਇਲੈਕਸ਼ਨ ਪਾਰਲੀਮੈਂਟ ਦਾ ਹੋਇਆ, ਉਦੋਂ ਬਾਅਦ ਉਹ ਇਲੈਕਸ਼ਨ ਲੜਿਆ। ਪਹਿਲਾਂ ਤਾਂ ਕਿ ਮਨਪ੍ਰੀਤ ਸੀ ਔਰ ਮੈਂ ਸਮਝਦਾ ਕਿ ਉਸ ਸਮੇਂ ਬਾਦਲ ਪਰਿਵਾਰ ਵੀ, ਅਕਾਲੀ ਦਲ ਵੀ ਇਹ ਸਮਝਦੇ ਸੀ ਕਿ ਜੇ ਅਕਾਲੀ ਦਲ ਦਾ ਕੋਈ ਜਾਨਸ਼ੀਨ ਬਾਦਲ ਸਾਹਿਬ ਤੋਂ ਬਾਅਦ ਹੈ ਤਾਂ ਉਹ ਮਨਪ੍ਰੀਤ ਸਿੰਘ ਬਾਦਲ ਹੈ। ਇਹ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਮੇਰੇ, ਕਿਉਂਕਿ ਜਿੱਥੋਂ ਤੱਕ ਮੇਰੀ ਗੱਲ ਹੈ, ਕੋਈ ਬੰਦਾ ਤੁਹਾਨੂੰ ਇਹ ਕੱਲ੍ਹ ਨੂੰ ਕਹੇ ਕਿ ਤੁਸੀਂ ਮਨਪ੍ਰੀਤ ਦੇ ਜ਼ਿਆਦਾ ਨਜ਼ਦੀਕ ਹੋਣ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ। ਜੀ ਸਰ, ਇਹ ਸਿਆਸਤ ਇੱਕ ਐਸੀ ਚੀਜ਼ ਹੈ ਜਿਸ ਦੇ ਵਿੱਚ ਵੱਡੇ ਵੱਡੇ ਦੋਸਤਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਫਰਕ ਪੈ ਜਾਂਦਾ ਹੈ, ਔਰ ਪਿਓ ਪੁੱਤ ਦੇ ਵਿੱਚ ਫਰਕ ਪੈ ਜਾਂਦਾ, ਭਰਾ ਭਰਾ 'ਚ ਫਰਕ ਪੈ ਜਾਂਦਾ। ਹਾਂਜੀ ਸੌਰੀ ਸਰ, ਇੱਕ ਕੁਐਸਚਨ ਹੈ, ਉਸ ਟਾਈਮ ਫਿਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੇ ਆਬਜੈਕਸ਼ਨ ਨਹੀਂ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਤੁਸੀਂ ਅਪਰੋਚ ਕਰ ਰਹੇ ਹੋ ਤੇ ਮੈਂ ਕਿਉਂ ਨਹੀਂ? ਮੈਂ ਤਾਂ ਸਮਝਦਾ ਕਿ ਉਦੋਂ ਤੱਕ ਤਾਂ ਸੁਖਬੀਰ ਸਿੰਘ ਬਾਦਲ ਦੀ ਮੈਂ ਤਾਂ ਸਮਝਦਾ ਸੋਚ ਹੀ ਹੈ ਨਹੀਂ ਸੀ ਕਿ ਕੋਈ ਅਸੀਂ ਵੀ ਕੋਈ ਇਲੈਕਸ਼ਨ ਮੈਂ ਵੀ ਲੜਨ ਦੇ ਫਿੱਟ ਹੈਗਾ, ਮੈਂ ਲੜ ਸਕਦਾ, ਜਾਂ ਫੈਮਿਲੀ ਨੇ ਵੀ ਕਦੇ ਇਹਨੂੰ ਇਹ ਸੋਚਿਆ ਹੀ ਨਹੀਂ ਸੀ ਕਿ ਮਨਪ੍ਰੀਤ ਨਾਲੋਂ ਇਹ ਬੈਟਰ ਹੈਗਾ, ਕਿਸੇ ਵੇਲੇ ਵੀ ਕਦੇ ਬੈਟਰ ਨਹੀਂ ਸੀ। ਮਨਪ੍ਰੀਤ ਜੋ ਹੈ ਉਹ ਬਿਲਕੁਲ ਫਿੱਟ ਸੀ ਔਰ ਇਹ ਸੋਚ ਕੇ ਇਹਨਾਂ ਨੇ ਇਲੈਕਸ਼ਨ ਲੜਾਇਆ ਸੀ। ਹਾਲਾਤ ਦਾ ਤਵਾਜ਼ਨ ਹੋਇਆ ਕਿ ਬਾਅਦ 'ਚ ਸਮਾਂ ਐਸਾ ਆ ਗਿਆ ਕਿ ਜਦੋਂ ਇਹ ਆਇਆ ਕਿ ਇਲੈਕਸ਼ਨ ਹੁਣ ਕਿਸੇ ਨੂੰ ਇਹ ਕਮਾਂਡ ਦੇਣੀ ਹੈ, ਅਕਾਲੀ ਦਲ ਦੀ ਕਦੋਂ ਦੇਣੀ ਹੈ, ਤਾਂ ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਉਦੋਂ ਵਿਚਾਰਾਂ ਦਾ ਤੰਦ ਟੁੱਟਣਾ ਸ਼ੁਰੂ ਹੋ ਗਿਆ ਕਿ ਹਰ ਇੱਕ ਬੰਦੇ ਨੂੰ ਅੱਜ ਅਸੀਂ ਦੇਖਦੇ ਹਾਂ ਕਿ ਆਪਣੇ ਬੇਟੇ ਨਾਲੋਂ ਕਿਸੇ ਨੂੰ ਕੋਈ ਪਿਆਰਾ ਨਹੀਂ ਹੁੰਦਾ। ਔਰ ਮੈਂ ਸਮਝਦਾ ਕਿ ਰਾਜਨੀਤੀ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ, ਜਿਹੜਾ ਬੰਦੇ ਇਹ ਸੋਚਦੇ ਹੈ ਉਹ ਪਾਰਟੀ ਨੂੰ ਵੀ, ਆਪਣੇ ਪਰਿਵਾਰ ਨੂੰ ਵੀ ਲੈ ਡੁੱਬਦੇ ਆ ਔਰ ਪਾਰਟੀ ਨੂੰ ਵੀ ਲੈ ਡੁੱਬਦੇ। ਉਸ ਟਾਈਮ ਤਾਂ ਚਲੋ ਇਹ ਇੱਕ ਫੈਮਿਲੀ ਸੀ, ਚਲੋ ਸੁਖਬੀਰ ਸਿੰਘ ਬਾਦਲ ਉਹਨਾਂ ਬਾਰੇ ਤਾਂ ਨਹੀਂ ਰਾਜਨੀਤੀ ਦਾ ਉਹਨਾਂ ਨੇ ਸੋਚਿਆ ਸੀ। ਜਦੋਂ ਇਹ ਸੱਤਾ ਵਿੱਚ ਆ ਗਏ ਤਾਂ ਹੁਣ ਇਹਨਾਂ ਦੇ ਵਿੱਚ ਆਪਸ ਵਿੱਚ ਵੀ ਭਰਾਵਾਂ ਦੀ ਹੈ ਨਾ, ਕਜ਼ਨਸ ਹੈ ਇਹ, ਤਾਂ ਇਹਨਾਂ ਦੀ ਆਪਸ ਵਿੱਚ ਨਹੀਂ ਬਣ ਰਹੀ ਹੈਗੀ, ਤਾਂ ਇਹਨਾਂ ਨੇ ਪਾਰਟੀਆਂ ਵੀ ਆਪਣੀਆਂ ਅਲੱਗ ਕਰ ਲਈਆਂ। ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਪਤਾ ਹੋਵੇ ਤਾਂ। ਦੇਖੋ, ਤੁਹਾਡਾ ਸਵਾਲ ਤਾਂ ਜੋ ਤੁਸੀਂ ਮੈਨੂੰ ਕੀਤਾ ਹੈ, ਮੈਂ ਉਹਨੂੰ ਆਪਣੇ ਹਿਸਾਬ ਦੇ ਨਾਲ ਜਵਾਬ ਤਾਂ ਮੈਂ ਦੇ ਸਕਦਾ ਤੁਹਾਨੂੰ, ਕਿਉਂਕਿ ਤੁਹਾਨੂੰ ਸ਼ਾਇਦ ਇਲਮ ਨਾ ਹੋਵੇ ਕਿ ਉਸ ਸਮੇਂ ਦੇ ਵਿੱਚ ਜਦੋਂ ਮਨਪ੍ਰੀਤ ਬਾਦਲ ਸਰਕਾਰ ਦੇ ਵਿੱਚ ਆਏ, ਮੰਤਰੀ ਬਣੇ, ਉਦੋਂ ਮੇਰੇ ਨਾਲ ਵੀ ਉਹਨਾਂ ਦੇ ਵਿਚਾਰਾਂ ਦਾ ਡਿਫਰੈਂਸਿਸ ਆ ਗਏ ਸੀ ਔਰ ਮੈਂ ਇਹਨਾਂ ਨੂੰ ਅਲਵਿਦਾ ਕਹਿ ਕੇ ਆਪਣੇ ਘਰ ਬੈਠ ਗਿਆ ਸੀ।
ਜੀ, ਉਹਦੇ ਵਿੱਚ ਮਨਪ੍ਰੀਤ ਬਾਦਲ ਵੀ ਸੀ, ਸੁਖਵੀਰ ਵੀ ਸੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਗਿੱਦੜਵੇ ਦੀਆਂ ਸਟੇਜਾਂ ਤੇ ਮੈਂ ਅੱਜ ਵੀ ਮੈਂ ਕਿਉਂ ਕਹਿੰਦਾ ਕਿ ਉਹ ਇੱਕ ਪਰਪੱਕ ਰਾਜਨੀਤਿਕ ਹੈ ਜੀ, ਔਰ ਇਹਨਾਂ ਦੇ ਵਿੱਚ ਜਿਹੜੀ ਇੱਕ ਆਪਣੇ ਮਾਪਿਓ ਦੀ ਦਿੱਤੀ ਹੋਈ ਦਾਤ ਨੂੰ ਹੀ ਜੀ ਇਹ ਹੰਡਾ ਰਹੇ ਹੈ ਕਿ ਉਹ ਸਟੇਜਾਂ ਦੇ ਉੱਤੇ ਆ ਕੇ ਉਹਨਾਂ ਨੇ ਕਹਿਣਾ ਕਿ ਜਿਹੜੇ ਸਾਡੇ ਬਦਾਮ ਖਾਂਦੇ ਰਹੇ ਹੈ ਜੀ, ਉਹ ਅੱਜ ਸਾਨੂੰ ਛੱਡ ਕੇ ਚਲੇ ਗਏ ਹੈ ਜੀ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤਾਂ ਜਦੋਂ ਛੱਡਿਆ ਉਦੋਂ ਇਹ ਪਾਵਰ ਦੇ ਵਿੱਚ ਸੀਗੇ ਜੀ, ਤੇ ਜਿਹੜੇ ਪਤਾ ਨਹੀਂ ਇਹਨਾਂ ਨੇ ਕਿਹੜੇ ਬਾਗ 'ਚੋਂ ਬਦਾਮ ਬੀਜੇ ਹੋਏ ਹੈ ਜੀ, ਜਿਹੜੇ ਕਿ ਲੋਕਾਂ ਨੂੰ ਖਵਾ ਦਿੰਦੇ ਆ ਤੇ ਆਪਣੀ ਬੁੱਧੀ ਜੇ ਮਨਪ੍ਰੀਤ ਨੇ ਅੱਜ ਤੱਕ ਵੀ ਸਾਡੇ ਵਿਚਾਰਧਾਰਾ ਦੇ ਵਿੱਚ ਇੰਨੀ ਡਿਫਰੈਂਸ ਰਹਿਣ ਦੇ ਬਾਵਜੂਦ ਵੀ ਉਹਨਾਂ ਨੇ ਨਾ ਮੇਰੇ ਬਾਰੇ ਕੁਝ ਕਿਹਾ ਤੇ ਨਾ ਮੈਂ ਉਹਨਾਂ ਦੇ ਬਾਰੇ ਕਦੇ ਕੁਝ ਕਿਹਾ, ਨਾ ਮੈਂ ਇਸ ਪਰਿਵਾਰ ਬਾਰੇ ਕਦੇ ਵੀ ਕੋਈ ਉਤਾਰ ਚੜ੍ਹਾਅ ਦੀ ਗੱਲ ਕੀਤੀ ਹੈ। ਸੁਖਵੀਰ ਬਾਦਲ ਨੇ ਫਰੀਦਕੋਟ ਹਲਕੇ ਤੋਂ ਜੀ ਪਾਰਲੀਮੈਂਟ ਦੇ ਇਲੈਕਸ਼ਨ ਲੜੇ ਸੀ ਔਰ ਤੁਹਾਨੂੰ ਪਤਾ ਹੋਣਾ ਹੈ ਕਿ ਜਗਮੀਤ ਬਰਾੜ ਜੀ ਸਾਡੇ ਬੜੇ ਇੱਕ ਜੁਝਾਰੂ ਲੀਡਰ ਹਨ, ਉਹਨਾਂ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਸੀ ਤੇ ਉਹਦੇ ਵਿੱਚ ਰਾਜ ਭਾਗ ਹੁੰਦੇ ਹੋਏ ਵੀ ਸੁਖਵੀਰ ਸਿੰਘ ਬਾਦਲ ਹਾਰ ਖਾ ਗਏ ਸੀ, ਮਾਤ ਖਾ ਗਏ ਔਰ ਉਹਦੇ 'ਚ ਜਗਮੀਤ ਬਰਾੜ ਜੀ ਜਿੱਤ ਗਏ ਸੀ। ਇਹਦੇ ਨਾਲ ਜਿਹੜਾ ਕਿ ਇਹ ਸਾਡਾ ਜਿਹੜਾ ਪਾੜਾ ਹੋਰ ਵੀ ਵਧਣਾ ਸ਼ੁਰੂ ਹੋ ਗਿਆ ਤੇ ਅੱਜ ਹਾਲਾਤ ਇਹ ਹੋ ਗਏ ਕਿ ਅਸੀਂ ਦੁਆ ਸਲਾਮ ਜ਼ਰੂਰ ਕਰ ਲਈਦੀ ਹੈ ਕਿਉਂਕਿ ਮੈਂ ਕਦੇ ਵੀ ਰਾਜਨੀਤੀ ਨੂੰ ਤੇ ਪਰਿਵਾਰਵਾਦ ਨੂੰ ਕਦੇ ਇੱਕ ਨਹੀਂ ਕੀਤਾ। ਰਾਜਨੀਤੀ ਵੱਖਰੀ ਹੈ ਤੇ ਪਰਿਵਾਰਕ ਰਿਸ਼ਤਾ ਰੱਖਣਾ ਇੱਕ ਵੱਖਰੀ ਗੱਲ ਹੈ। ਅੱਜ ਵੀ ਉਹਨਾਂ ਨਾਲ ਦੁਆ ਸਲਾਮ ਕਰ ਲਈਦੀ ਹੈ ਪਰ ਮੈਂ ਸਮਝਦਾ ਕਿ ਇਹਨਾਂ ਦਾ ਕਿਉਂਕਿ ਘਰ ਵਿੱਚ ਵਖਰੇਵਾਂ ਇਸ ਗੱਲ ਤੋਂ ਹੀ ਹੋਇਆ ਕਿ ਪਰਿਵਾਰ ਜੋ ਹੈ ਇਹ ਨਹੀਂ ਚਾਹੁੰਦਾ ਸੀ ਕਿ ਇਸ ਦੀ ਕਮਾਂਡ ਮਨਪ੍ਰੀਤ ਬਾਦਲ ਨੂੰ ਦਿੱਤੀ ਜਾਵੇ ਔਰ ਜਿਹੜੇ ਇਹਨਾਂ ਦੇ ਸਾਥੀ ਸੀ ਜਾਂ ਮੰਤਰੀਗਣ ਸੀ ਮੈਂ ਅੱਜ ਵੀ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਕਿ ਬਹੁਤੇ ਬੰਦੇ ਉਸ ਸਮੇਂ ਵੀ ਇਹ ਚਾਹੁੰਦੇ ਸੀ ਕਿ ਇਸ ਦੀ ਕਮਾਂਡ ਜੇ ਮਨਪ੍ਰੀਤ ਦੇ ਹੱਥ ਹੋਵੇ ਤਾਂ ਅਕਾਲੀ ਦਲ ਦਾ ਬਹੁਤ ਵੱਡਾ ਭਲਾ ਹੋ ਸਕਦਾ ਹੈ ਪਰ ਹਾਲਾਤ ਐਸੇ ਬਣੇ ਤੇ ਕਿਉਂਕਿ ਬਾਦਲ ਸਾਹਿਬ ਦਾ ਬੋਲਬਾਲਾ ਸੀ ਜਿਵੇਂ ਉਹਨਾਂ ਨੇ ਚਾਹਿਆ ਪਾਰਟੀ ਨੇ ਉਸ ਨੂੰ ਉਸੇ ਤਰ੍ਹਾਂ ਐਕਸੈਪਟ ਕਰ ਲਿਆ ਤੇ ਉਹ ਇਹਨਾਂ ਨੂੰ ਜੋ ਨਾ ਬਣਿਆ। ਮੈਂ ਤੁਹਾਨੂੰ ਦੱਸਾਂ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਵੀ ਹੋਇਆ ਕਰਦੇ ਸੀ ਮੈਨੂੰ ਬੜਾ ਸਮਾਂ ਮਿਲਿਆ ਕਿ ਅਸੀਂ MLA ਸਾਹਿਬ ਨਾਲ ਜਾਂਦੇ ਕਿਉਂਕਿ ਮੈਂ ਆਪਣੇ ਕਹਿਣ ਨਾਲ ਨਹੀਂ, ਮੈਨੂੰ ਤਾਂ ਇਹ ਕਹਿੰਦੇ ਸੀ ਕਿ ਮੈਂ ਪਰਿਵਾਰ ਦਾ ਬਹੁਤ ਵੱਡਾ ਇਹਨਾਂ ਦਾ ਮੈਂਬਰ ਹਾਂ ਤੇ ਇਹਨਾਂ ਦੇ ਥਿੰਕ ਟੈਂਕ ਦਾ ਵੀ ਮੈਂ ਮੈਂਬਰ ਰਿਹਾ ਔਰ ਅਸੀਂ ਇਹ ਦੇਖਦੇ ਕਿ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਵੀ ਬਣੇ ਕਿ ਮਨਪ੍ਰੀਤ ਜੀ ਨੇ CM ਹਾਊਸ 'ਚ ਜਾਣ ਦੀ ਬਜਾਏ ਬਾਹਰ ਬੈਠ ਕੇ ਉੱਥੇ ਹੀ ਆਪਣਾ ਘਾਹ 'ਤੇ ਬੈਠ ਕੇ ਲੋਕਾਂ ਦੇ ਗ੍ਰੀਵੈਂਸਿਸ ਲਿਖਣੇ ਤੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਇੱਥੇ ਬੈਠੋ ਮੈਂ ਤੁਹਾਡਾ ਹੱਲ ਅੰਦਰੋਂ ਕਰਵਾ ਕੇ ਲੈ ਕੇ ਆਉਣਾ। ਉਹ ਇਕੱਲੇ ਅੰਦਰ ਜਾਂਦੇ ਇਸ ਤਰ੍ਹਾਂ ਕਰਦੇ ਜਦੋਂ ਕਿ ਹੋਰ ਪਰਿਵਾਰਾਂ ਦੇ ਵਿੱਚ ਅਸੀਂ ਵੇਖਦੇ ਹਾਂ ਮੁੱਖ ਮੰਤਰੀਆਂ ਦੇ ਪਰਿਵਾਰ ਦੇ ਬੰਦੇ ਹੋਣ ਉਹ ਤਾਂ ਕਿੱਥੋਂ ਤੱਕ ਅੰਦਰ ਜਾਂਦੇ ਆ ਪਰ ਇਹਨਾਂ ਨੇ ਸਾਦਗੀ ਔਰ ਆਪਣੀ ਬੜੱਪਣ ਦਾ ਇਹਨਾਂ ਦਾ ਇਹੀ ਰਿਹਾ ਕਿ ਬਾਹਰ ਬੈਠ ਕੇ ਲੋਕਾਂ ਦੀ ਗੱਲਬਾਤ ਸੁਣਦੇ ਔਰ ਕਰਦੇ। ਹਾਲਾਤ ਐਸੇ ਪੈਦਾ ਕਰਤੇ ਕਿ ਉਹਨਾਂ ਨੂੰ ਵੀ ਆਪਣੇ ਪਰਿਵਾਰ ਨੂੰ ਛੱਡਣਾ ਪਿਆ। ਬੜਾ ਦੁੱਖ ਹੁੰਦਾ ਹੈ ਕਿ ਜਦੋਂ ਪਰਿਵਾਰ ਨੂੰ ਬੰਦਾ ਛੱਡਦਾ, ਪਰਿਵਾਰ ਨੂੰ ਛੱਡ ਕੇ ਉਹਨਾਂ ਨੇ ਪੀਪਲਜ਼ ਪਾਰਟੀ ਬਣਾਈ ਔਰ ਮੈਨੂੰ ਬੜਾ ਅਫਸੋਸ ਹੁੰਦਾ ਕਿ ਅਸੀਂ ਦੇਖਦੇ ਹਾਂ ਅੱਜ ਦਾ ਸਮਾਂ ਕੀ ਹੈ ਕਿ ਜਦੋਂ ਜਿਹੜੇ ਲੋਕ ਤੁਹਾਡੇ ਨਾਲ ਖੜਦੇ ਆ ਜਿਨ੍ਹਾਂ ਦਾ ਤੁਸੀਂ ਬੜਾ ਪਿਆਰ ਜਿੱਤਿਆ, ਜਿਨ੍ਹਾਂ ਨੂੰ ਤੁਸੀਂ ਅੱਛੇ ਅਹੁਦੇ ਵੀ ਦਿੱਤੇ ਆ, ਉਹਨਾਂ ਨੂੰ ਅੱਛੇ ਕੰਮ ਵੀ ਦਿੱਤੇ ਆ, ਸਭ ਤੋਂ ਪਹਿਲਾਂ ਉਹੀ ਛੱਡ ਕੇ ਜਾਂਦੇ। ਸਾਡੇ ਪੰਜਾਬੀ ਦੀ ਇੱਕ ਅਖਾਣ ਹੈ ਕਿ ਜਦੋਂ ਮੱਝ ਮਰਦੀ ਹੈ ਤਾਂ ਜਿਹੜੇ ਚਿੱਚੜ ਉਹਦੇ ਤੇ ਹੁੰਦੇ ਆ ਉਹ ਪਹਿਲਾਂ ਛੱਡ ਜਾਂਦੇ ਆ ਤੇ ਇਸੇ ਤਰ੍ਹਾਂ ਮਨਪ੍ਰੀਤ ਬਾਦਲ ਨਾਲ ਹੋਇਆ। ਜਿਹੜੇ ਸਾਥੀਆਂ ਨੂੰ ਨਾਲ ਲੈ ਕੇ ਚੱਲੇ ਸੀ ਉਹ ਸਾਥੀਆਂ ਨੂੰ ਹੀ ਪਹਿਲਾਂ ਤਾਕਤ ਦੇ ਨਸ਼ਿਆਂ ਨੇ ਕਾਂਗਰਸ ਨੇ ਵੀ ਔਰ ਅਕਾਲੀ ਦਲ ਨੇ ਵੀ ਖੇਰੂ ਕਰਤਾ ਜਿਹਦੇ ਕਾਰਨ ਇਹਨਾਂ ਨੂੰ ਅਖੀਰ ਤੇ ਮਜਬੂਰੀ ਵਸ਼ ਇਹਨਾਂ ਨੂੰ ਇਹ ਪਾਰਟੀ ਛੱਡ ਕੇ ਅੱਜ ਉਹ ਕਾਂਗਰਸ ਦੇ ਵਿੱਚ ਚਲੇ ਤੇ ਸਰ ਇੱਕ ਹੋਰ ਕੁਐਸਚਨ ਹੈ, ਤੁਸੀਂ ਰਾਜਨੀਤੀ ਦੇ ਵਿੱਚ ਰਹਿ ਚੁੱਕੇ ਹੋ, ਤੁਹਾਡੇ ਫਾਦਰ ਸਾਹਿਬ ਰਾਜਨੀਤੀ ਵਿੱਚ ਸੀ, ਉਹਨਾਂ ਤੋਂ ਬਾਅਦ ਤੁਸੀਂ ਵਾਗਡੋਰ ਉਹਨਾਂ ਦੀ ਸੰਭਾਲੀ ਹੈ ਨਾ। ਹੁਣ ਰਾਜਨੀਤੀ ਦੇ ਵਿੱਚ ਕੋਈ ਇਸ ਟਾਈਮ ਤੁਹਾਡੀ ਫੈਮਿਲੀ ਵਿੱਚੋਂ ਜਾਂ ਅਗਰ ਨਹੀਂ ਹੈ ਤਾਂ
ਆਉਣ ਦੇ ਬਾਰੇ ਕੁਝ ਵਿਚਾਰ ਕੋਈ ਐਵੇਂ ਦਾ? ਦੇਖੋ, ਮੈਂ ਇਹ ਸਮਝਦਾ ਕਿ ਕੋਈ ਵੀ ਕੰਮ, ਬਿਜ਼ਨਸ, ਵਪਾਰ ਜਾਂ ਕੁਝ ਵੀ ਤੁਸੀਂ ਕਰਦੇ ਹੋ, ਰਿਸ਼ਤਾ ਕੋਈ ਬਣਾਉਂਦੇ ਹੋ, ਉਹ ਜਿੰਨੀ ਦੇਰ ਤੱਕ ਮਨ ਤੋਂ ਨਾ ਬਣੇ ਉਨੀ ਦੇਰ ਤੱਕ ਉਹ ਰਿਸ਼ਤੇ ਦਾ ਵਿੱਚ ਮਿਠਾਸ ਨਹੀਂ ਆਉਂਦੀ। ਇਸੇ ਤਰ੍ਹਾਂ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਬੈਠ ਜੇ ਕਿ ਅੱਜ ਦੀ ਜੋ ਰਾਜਨੀਤੀ ਹੈ ਇਹ ਬੜੇ ਘਟੀਆ ਪੱਧਰ ਤੇ ਚਲੀ ਗਈ ਹੈ, ਅੱਜ ਇੱਕ ਦੂਜੇ ਨੂੰ ਠਿੱਬੀ ਲਾਉਣ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਚੱਲ ਰਹੀ ਹੈ ਕਿਸੇ ਵਿਚਾਰ ਦੀ, ਔਰ ਕੋਈ ਅੱਛੇ ਬੰਦੇ ਨੂੰ ਅੱਗੇ ਲੈ ਕੇ ਆਉਣ ਦੀ ਬਜਾਏ ਅਸੀਂ ਉਹਨਾਂ ਮਾੜੇ ਬੰਦਿਆਂ ਨੂੰ ਲੈ ਕੇ ਅੱਗੇ ਆ ਰਹੇ ਹਾਂ ਜਿਨ੍ਹਾਂ ਦਾ ਕੋਈ ਵਜੂਦ ਦੱਬੇ ਕੁਚਲੇ ਮਜ਼ਲੂਮਾਂ ਵਾਸਤੇ ਜਾਂ ਰਾਜਨੀਤੀ ਵਾਸਤੇ ਕੁਝ ਨਹੀਂ ਹੈ। ਉਹਨਾਂ ਲੋਕਾਂ ਦੇ ਅੱਗੇ ਆਉਣ ਕਰਕੇ ਸਾਡੇ ਵੀ ਮਨ ਟੁੱਟ ਗਏ ਕਿ ਅਸੀਂ ਇੰਨੇ ਸੰਘਰਸ਼ ਕੀਤੇ, ਆਪਣੇ ਪਰਿਵਾਰਾਂ ਨੂੰ ਵਾਰਿਆ, ਬੜੇ ਨੁਕਸਾਨ ਖਾਧੇ, ਪਰ ਮੈਂ ਤੁਹਾਨੂੰ ਦੱਸਾਂ ਵੀ ਮੇਰਾ ਪੋਰ ਲੱਤਾਂ ਬਾਹਾਂ ਦਾ ਟੁੱਟਿਆ, ਔਰ ਜੇ ਤੁਹਾਨੂੰ ਮੈਂ ਦੱਸਾਂ ਵੀ ਮੇਰੇ 50 ਫ੍ਰੈਕਚਰ ਹੈ ਬਾਡੀ 'ਚ। ਇਹ ਰਾਜਨੀਤੀ ਦੇ ਹੀ ਮੇਰੇ ਫ੍ਰੈਕਚਰ ਆ, ਕੋਈ ਮੈਂ ਹੋਰ ਘਰ ਦੀ ਲੜਾਈ ਨਹੀਂ ਲੜੀ, ਮੈਂ ਕਿਸੇ ਤਰ੍ਹਾਂ ਦਾ ਹੋਰ ਨਹੀਂ ਕੀਤਾ, ਪਰ ਮੈਂ ਉਹਦੀ ਵੀ ਕਦੇ ਨਹੀਂ ਕੀਤੀ। ਉਹ ਵੀ ਮੈਂ ਸੁਪਰੀਮ ਕੋਰਟ ਤੱਕ ਧਾੜੀਆਂ ਨਾਲ ਕੇਸ ਲੜ ਕੇ ਉਹਨਾਂ ਨੂੰ ਸਜ਼ਾ ਕਰਾਈ ਹੈ ਤੇ ਮੈਂ ਉਹਨਾਂ ਦੇ ਨਾਲ ਸੰਘਰਸ਼ ਕਰਦਾ ਰਿਹਾ। ਤੇ ਜਦੋਂ ਤੁਸੀਂ ਦੇਖਦੇ ਹੋ ਕਿ ਰਾਜਨੀਤੀ 'ਚ ਜਦੋਂ ਤੁਹਾਨੂੰ ਉਹਨਾਂ ਬੰਦਿਆਂ ਤੋਂ ਠੋਕਰਾਂ ਖਾਣੀਆਂ ਪੈਣ ਤੇ ਉਹਨਾਂ ਬੰਦਿਆਂ ਨੂੰ ਅੱਗੇ ਕੋਈ ਲੈ ਕੇ ਆਵੇ ਤਾਂ ਬੜਾ ਅਫਸੋਸ ਹੁੰਦਾ ਹੈ। ਔਰ ਮੈਂ ਮਨ ਦੇ ਵਿੱਚ ਕਈ ਵਾਰੀ ਇਹ ਸੋਚੀਦਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਸਾਨੂੰ ਭਾਗ ਨਹੀਂ ਲੈਣਾ ਚਾਹੀਦਾ। ਔਰ ਜਿਹੜੇ ਅੱਜ ਮੈਂ ਜੇ ਤੁਹਾਨੂੰ ਦੱਸਾਂ, ਜਿੰਨੇ ਵੀ ਸਹੀ ਸੋਚ ਵਾਲੇ ਬੰਦੇ ਆ ਉਹ ਘਰਾਂ 'ਚ ਬੈਠ ਕੇ ਉਹਨਾਂ ਨੇ ਇਸ ਰਾਜਨੀਤੀ ਦੇ ਕੰਮ ਨੂੰ ਛੱਡਤਾ। ਕਿਉਂ ਛੱਡਤਾ? ਕਿਉਂਕਿ ਉਹ ਦੇਖਦੇ ਆ ਕਿ ਜਿਹੜੇ ਬੰਦੇ ਧੋਖੇਬਾਜ਼ ਹੈ, ਜਿਹੜੇ ਕਰਪਸ਼ਨ ਕਰਨਾ ਚਾਹੁੰਦੇ ਆ, ਕਰਪਸ਼ਨ ਦੇ ਨਾਲ ਅੱਗੇ ਵਧਣਾ ਚਾਹੁੰਦੇ ਆ, ਉਹਨਾਂ ਦਾ ਬੋਲਬਾਲਾ ਹੈ। ਔਰ ਸੱਚੇ ਸੁੱਚੇ ਸਾਫ਼ ਬੰਦਿਆਂ ਦਾ, ਜਿਹੜੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ, ਉਹਨਾਂ ਨੂੰ ਅੱਜ ਕੋਈ ਨਹੀਂ ਚਾਹੁੰਦਾ। ਬਦਕਿਸਮਤੀ ਇਹਦੇ 'ਚ ਕੀ ਹੁੰਦੀ ਹੈ ਕਿ ਜਦੋਂ ਇਲੈਕਸ਼ਨ ਆਉਂਦਾ ਉਹਨਾਂ ਕੋਲ ਇਹ ਧਨਬਲ, ਜਾਤ ਪਾਤ ਦਾ, ਧਰਮ ਦਾ, ਕੋਈ ਹੋਰ ਨਵਾਂ ਸ਼ੋਸ਼ਾ ਲੈ ਕੇ ਛੱਡ ਦਿੰਦੇ ਆ ਤੇ ਉਹ ਗਰੀਬ ਮਜਲੂਮ ਜਿਹੜੇ ਇੱਕ ਆਪਦਾ ਇਕੱਠ ਬਣਾ ਕੇ ਸੰਘਰਸ਼ ਕਰਦੇ ਆ, ਡਾਂਗਾਂ ਖਾਂਦੇ ਆ, ਕਿ ਤਸੀਹੇ ਚੱਲਦੇ ਆ, ਕੈਦਾਂ ਕੱਟਦੇ ਆ, ਉਹਨਾਂ ਨੂੰ ਫਿਰ ਪਿੱਛੇ ਰਹਿ ਜਾਂਦੇ ਆ ਤੇ ਉਹ ਦੂਜੇ ਆਪਣੇ ਧਰਮ ਦੇ ਆਰਡਰ ਲੈ ਕੇ ਅੱਗੇ ਨਿਕਲ ਜਾਂਦੇ ਆ। ਹੁਣ ਇੱਕ ਕਿਸਾਨਾਂ ਦਾ ਮੁੱਦਾ ਜਿਹੜਾ ਇੱਕ ਬਿੱਲ ਪਾਸ ਕੀਤਾ ਜੀ ਤੇ ਉਹ ਛਿੜਿਆ ਹੋਇਆ, ਤਾਂ ਹਰਸਿਮਰਤ ਬਾਦਲ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਤੁਹਾਨੂੰ ਕੀ ਲੱਗਦਾ ਵੀ ਉਹ ਅਸਤੀਫਾ ਇਸ ਲਈ ਦਿੱਤਾ ਗਿਆ ਕਿਸਾਨਾਂ ਦੇ ਲਈ, ਜਾਂ ਫਿਰ ਕੋਈ ਇਹਦੇ ਵਿੱਚ ਵੀ ਕੋਈ ਇਹਨਾਂ ਦੀ ਰਾਜਨੀਤੀ ਦਾ ਕੋਈ ਹੱਥ ਹੈ? ਦੇਖੋ, ਅਫਸੋਸ ਹੁੰਦਾ ਹੈ ਕਿ ਅਸੀਂ ਦੇਖਿਆ ਕਿਸਾਨ 2 ਮਹੀਨਿਆਂ ਤੋਂ, ਜਦੋਂ ਤੋਂ ਇਹ ਗੱਲ ਚੱਲ ਰਹੀ ਹੈ, ਜਦੋਂ ਤੋਂ ਇਹ ਬਿੱਲ ਆਇਆ, ਜਦੋਂ ਤੋਂ ਇਹ ਆਰਡੀਨੈਂਸ ਜਾਰੀ ਹੋਇਆ, ਕਿਸਾਨ ਸੰਘਰਸ਼ ਕਰ ਰਹੇ। ਤੁਸੀਂ, ਮੈਂ ਵੀ ਇੱਕ ਕਿਸਾਨ ਪਰਿਵਾਰ ਨਾਲ ਬਿਲੋਂਗ ਕਰਦਾ, ਅਸੀਂ ਵੀ ਕਿਸਾਨੀ ਦਾ ਕੰਮ ਕਰਦੇ ਹਾਂ। ਇੱਕ ਕਿਸਾਨ ਨੂੰ ਆਰਡਰ ਦੇ ਜਾ ਕੇ ਜਦੋਂ ਉੱਥੇ ਆਪਣਾ ਬੋਲੀ ਲਵਾਉਂਦਾ ਹੈ, ਕੋਈ ਉਹਦੇ ਉੱਤੇ ਕੋਈ ਉਹਦੀ ਫਸਲ 'ਚ ਨੁਕਸ ਕੱਢਿਆ ਜਾਂਦਾ ਹੈ ਤਾਂ ਉਹ ਆਪਣੇ ਆੜ੍ਹਤੀ ਨੂੰ ਦੱਸਦਾ ਹੈ। ਆੜ੍ਹਤੀ ਨਹੀਂ ਸੁਣਦਾ ਤਾਂ ਇੱਕ ਮੰਡੀਕਰਨ ਬੋਰਡ ਦਾ ਸਾਡਾ ਸਿਸਟਮ ਬਣਿਆ, ਅਸੀਂ ਉਹਦੇ ਸ਼ਿਕਾਇਤ ਕਰਦੇ ਹਾਂ, ਉਹਦੇ ਅਫਸਰ ਆ ਕੇ ਉਸ ਦੀ ਕੋਈ ਵੀ ਤਕਲੀਫ ਹੈ ਉਸ ਨੂੰ ਦੂਰ ਕਰਕੇ ਉਹਨੂੰ ਇਨਸਾਫ ਦਿਵਾਉਂਦੇ ਆ। ਹੁਣ ਇਹ ਕੀ ਬਿੱਲ ਕਹਿੰਦਾ ਹੈ? ਇਹ ਬਿੱਲ ਕਹਿੰਦਾ ਹੈ ਕਿ ਅਸੀਂ ਉਹਨੂੰ ਮੰਡੀਕਰਨ ਨੂੰ ਛੱਡ ਕੇ ਬਾਹਰ ਖੁੱਲ੍ਹੇ 'ਚ ਵੀ ਅਸੀਂ ਵੇਚ ਸਕਦੇ ਹਾਂ। ਕੀ ਤੁਸੀਂ ਸਮਝਦੇ ਹੋ ਜਿਹੜੇ 2, 3, 4, 5 ਕਿੱਲਿਆਂ ਵਾਲੇ ਮਾਲਕ ਹੈ, ਇਹ ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਤਾਂ ਮੈਂ ਦਾਅਵੇ ਦੇ ਨਾਲ ਕਹਿ ਸਕਦਾ 70 ਤੋਂ 75% ਲੋਕ 5 ਕਿੱਲਿਆਂ ਤੋਂ ਥੱਲੇ ਹੈ ਕਿਸਾਨੀ ਵਾਲੇ। ਤੁਸੀਂ ਸਾਰੇ ਪਿੰਡ ਦੇ ਵਿੱਚ ਚਲੇ ਜਾਓ, ਤੁਹਾਨੂੰ 1 ਜਾਂ 2% ਲੋਕ ਮਿਲਣਗੇ ਜਿਨ੍ਹਾਂ ਦੀ 20 ਕਿੱਲਿਆਂ ਤੋਂ ਉੱਪਰ ਜ਼ਮੀਨ ਹੈ, ਨਹੀਂ ਤਾਂ ਸਾਰੇ ਥੱਲੇ ਹੈ। ਤੇ ਉਹਨਾਂ ਬੰਦਿਆਂ ਨੂੰ ਮਾਫ ਕਰਨਾ, ਜਦੋਂ ਕਿਤੇ ਉਹ ਬਾਹਰ ਜਾਣ ਤਾਂ ਕਿੱਥੇ ਆਪਦੀ ਫਸਲ ਵੇਚ ਸਕਦੇ ਆ, ਕਿੱਥੇ ਉਹ ਜਾ ਸਕਦੇ ਆ? ਉਹਨਾਂ ਨੂੰ ਕੀ ਪਤਾ ਵੀ ਕਿਹੜੀ ਕਾਰਪੋਰੇਟ ਘਰਾਣਾ ਕਿਸ ਤਰ੍ਹਾਂ ਲਾ ਰਿਹਾ। ਜਦੋਂ ਉੱਥੇ ਕਿਸੇ ਦੀ ਟਰਾਲੀ ਮੰਗ ਕੇ ਅਗਰ ਲੈ ਕੇ ਵੀ ਜਾਵੇ, ਉੱਥੇ ਉਹ ਕਹਿਣ ਵੀ ਇਹਦੇ 'ਚ ਅਜੇ ਮੋਇਸਚਰ ਜ਼ਿਆਦਾ ਹੈ, ਇਹਦੇ 'ਚ ਮਿੱਟੀ ਜ਼ਿਆਦਾ ਹੈ, ਇਹਦੇ 'ਚ ਇਹ ਹੈਗਾ, ਉਹਨੂੰ ਉੱਥੇ ਕਿੱਥੇ ਉਹ ਪੱਖਾ ਲਾਊਗਾ, ਕਿਵੇਂ ਉਹ ਕਰੂਗਾ? ਉਹਦੇ ਪੱਖਾ ਲਾ ਕੇ ਉਹਦਾ ਰੇਟ ਘਟਾ ਕੇ ਉਹਦੇ ਕੀ ਹੈ। ਹੁਣ ਜਿਸ ਤਰ੍ਹਾਂ ਇਹਨਾਂ ਨੇ, ਤੁਸੀਂ ਸੁਣਿਆ ਹੋਣਾ ਹੈ ਕਿ ਕਹਿੰਦੇ ਵੀ MSP ਜਿਹੜੀ ਉਹ ਅਸੀਂ ਬਰਕਰਾਰ ਰੱਖਾਂਗੇ। MSP
ਤੁਸੀਂ ਤੁਹਾਨੂੰ ਪਤਾ ਹੋਵੇ, ਮੈਂ ਬਤੌਰ ਕਿਸਾਨ ਤੁਹਾਨੂੰ ਦੱਸ ਸਕਦਾ 27 ਫਸਲਾਂ ਦੇ ਉੱਤੇ MSP ਹੈ ਜੀ। ਸਾਡੇ ਪੰਜਾਬ 'ਚ ਮੱਕੀ ਹੁੰਦੀ ਹੈ ਜੀ। ਕੀ ਤੁਸੀਂ ਅੱਜ ਮੰਡੀਆਂ 'ਚ ਜਾ ਕੇ ਦੇਖੋ, ਹਾਂਜੀ, MSP ਮੱਕੀ ਦਾ 1800 ਭਾਅ ਹੈ, ਕੀ ਉਹ 1800 ਵਿਕ ਰਹੀ ਹੈ? ਜਦੋਂ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਭਾਸ਼ਣ ਦੇ ਰਹੇ ਹੈ ਕਿ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਕਰਾਂਗੇ, ਇਹਨਾਂ ਦੀ ਇਨਕਮ ਡਬਲ ਕਰ ਦਿਆਂਗੇ, ਸਾਡੇ ਇੱਥੇ ਮੱਕੀ ਹੁੰਦੀ ਹੈ, ਕੀ ਉਹ ਮੱਕੀ ਵਿਕ ਰਹੀ ਹੈ? ਬਿਲਕੁਲ। ਬਾਸਮਤੀ ਹੈ ਜੀ, ਪੰਜਾਬ ਦੇ ਵਿੱਚ ਬਾਸਮਤੀ ਹੁੰਦੀ ਹੈ, ਔਰ ਤੁਸੀਂ ਇਹ ਦੇਖੋਗੇ ਕਿ ਬਾਸਮਤੀ ਉਹ ਜਿਹੜੀ ਹੈ ਅੱਜ ਉਸ ਦਾ ਕੀ ਹਾਲ ਹੋ ਰਿਹਾ ਜੀ। ਤੁਹਾਨੂੰ ਮੈਂ ਇੱਕ ਗੱਲ ਖਾਸ ਤੌਰ ਤੇ ਦੱਸਣੀ ਚਾਹੁੰਦਾ ਹੈ ਕਿ ਬਾਸਮਤੀ ਦੇ ਨਾਲ ਲੋਕਾਂ ਦੇ ਦੂਰ ਦੂਰ ਤੱਕ ਜਿਹੜੇ ਪੈਸੇ ਫਸ ਗਏ, ਜਿਹੜੇ ਬਾਸਮਤੀ ਦੇ ਕੰਮ ਕਰਦੇ ਹੈ ਜੀ, ਬਿਲਕੁਲ, ਇਹਨਾਂ ਦੇ ਉਹ ਪੈਸੇ ਨਹੀਂ ਆ ਰਹੇ ਕਿਉਂਕਿ ਇਹ ਗਲਫ 'ਚ ਜਾਂਦੀ ਹੈ ਸਾਰੀ ਬਾਸਮਤੀ, ਉੱਥੇ ਜਾ ਕੇ ਉਹਨਾਂ ਦੀ ਕੁਆਲਿਟੀ ਦਾ ਕੋਈ ਕੱਟ ਲੱਗਦਾ ਜਾਂ ਕੀ ਹੁੰਦਾ ਤੇ ਉਹ ਪੈਸੇ ਨਹੀਂ ਹੁੰਦੇ। ਹੁਣ ਕੀ ਹੈ, ਇਸ ਸਿਨੈਰੀਓ ਦੇ ਵਿੱਚ ਉਹ ਕਿਸਾਨ ਦੇ ਪੈਸੇ ਘੱਟ ਮਰਦੇ ਆ। ਹਾਂਜੀ, ਬਿਲਕੁਲ। ਕਿਸਾਨ ਨੇ ਕੀ, ਉਹਨੇ ਆੜ੍ਹਤੀਏ ਨੂੰ ਦਿੱਤੀ, ਹਾਂਜੀ, ਆੜ੍ਹਤੀਏ ਨੇ ਉਹਦੀ ਐਂਟਰੀ ਕਰ ਲਈ, ਆੜ੍ਹਤੀਏ ਦੀ ਪੱਕੇ ਆੜ੍ਹਤੀਏ ਨਾਲ ਗੱਲ ਹੈ ਤੇ ਉਹਨੇ ਉਹ ਤੋਂ ਪੈਸੇ ਲੈਣੇ ਆ ਤਾਂ ਕਿ ਉਹਦਾ ਇੱਕ ਬਚਾਅ ਹੋ ਜਾਂਦਾ, ਉਹ ਇੱਕ ਲਿਟੀਗੇਸ਼ਨ ਦੇ ਵਿੱਚ ਵੀ ਪੈ ਸਕਦੇ ਆ। ਜਿਹੜੇ ਵਿਚਾਰੇ ਕਿਸਾਨ ਆ, ਜੇ ਉਹਨਾਂ ਦੀ ਕੱਲ ਨੂੰ ਕਾਰਪੋਰੇਟ ਦੇ ਵਿੱਚ ਇਹ ਹੋ ਗਿਆ ਹਾਂਜੀ ਤਾਂ ਉਹ ਕਿੱਥੋਂ ਪੈਸੇ ਲਿਆ ਕਰਨਗੇ? ਹਾਂਜੀ, ਕਿਹਦੇ ਨਾਲ ਉਹ ਲੜਾਈ ਲੜਨਗੇ? ਸਰ ਇਹ ਇਕੱਲੀ ਪੰਜਾਬ ਦੇ ਕਿਸਾਨਾਂ ਦੀ ਲੜਾਈ ਨਹੀਂ ਹੈ, ਤਾਂ ਹਰ ਇੱਕ ਸਟੇਟ ਵਿੱਚ ਹਰ ਇੱਕ ਸਟੇਟ ਦੇ ਵਿੱਚ ਹੈ। ਕਿਸਾਨ ਨੂੰ ਹਮਲਾ ਮਾਰਨਾ ਚਾਹੀਦਾ, ਮਿਲ ਕੇ, ਹੈ ਨਾ, ਹਮਲਾ ਮਾਰਨਾ ਚਾਹੀਦਾ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਇਹ ਜਿਹੜੀ ਮੰਡੀਕਰਨ ਬੋਰਡ ਦਾ ਹੈ, ਇਹ ਪੰਜਾਬ ਤੇ ਹਰਿਆਣੇ ਵਿੱਚ ਤਾਂ ਬੜੀ ਅੱਛੀ ਪੱਧਰ ਤੇ ਚੱਲ ਰਿਹਾ ਜੀ। ਤੁਸੀਂ ਮੇਰੇ ਇੱਕ ਵੀਰ ਬਿਹਾਰ ਤੋਂ ਬੋਲ ਰਹੇ ਸੀ ਮੰਤਰੀ ਸਾਹਿਬ ਕਿ ਜੀ ਬਿਹਾਰ ਤੇ ਤਾਂ ਜੀ ਇਸ ਤਰ੍ਹਾਂ ਹੋ ਗਿਆ ਜੀ। ਤੁਹਾਨੂੰ ਪਤਾ ਹੈ ਆ ਜਿਹੜਾ ਪਰਮਲ ਚਾਵਲ ਹੈ, ਹਾਂਜੀ, ਉੱਥੇ 1200 ਰੁਪਏ 1300 ਰੁਪਏ ਵਿਕਦਾ ਜੀ ਜੀ। ਆ ਯੂਪੀ 'ਚ ਯੋਗੀ ਸਾਹਿਬ ਹੈ, BJP ਦੀ ਸਰਕਾਰ ਹੈ ਜੀ, ਉੱਥੇ 1300 ਰੁਪਏ ਵਿਕਦਾ ਹੈ, ਸਾਡੇ ਇੱਥੇ 1800 ਰੁਪਏ ਵਿਕਦਾ। ਹਾਂਜੀ, ਬਿਲਕੁਲ, ਕਿਉਂਕਿ ਇੱਕ ਸਿਸਟਮ ਹੈ ਸਾਡਾ, ਉਹ ਪੰਜਾਬ ਤੇ ਹਰਿਆਣੇ ਦਾ ਤਾਂ ਹੀ 1800 ਰੁਪਏ ਵਿਕ ਰਿਹਾ, ਉੱਥੇ 1300 ਰੁਪਏ ਵਿਕ ਰਿਹਾ। ਪਰ ਇਹਨਾਂ ਲੀਡਰਾਂ ਨੇ ਕਿਸੇ ਨੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਜੀ। ਤੁਸੀਂ ਮੇਰੀ ਭੈਣ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ ਅਸਤੀਫਾ ਦਿੱਤਾ ਜੀ, ਬਿਲਕੁਲ, ਤੁਹਾਡੇ ਇਹ ਵੀ ਖਿਆਲ ਹੋਣਾ ਹੈ, ਹੁਣ ਇਹ ਕਹਿੰਦੇ ਹੈ ਅਕਾਲੀ ਦਲ ਵਾਲੇ ਜੀ ਕਿ ਸਾਡੀ ਕਿਤੇ ਵੀ ਇਹਨਾਂ ਨੇ ਸਾਡੇ ਤੋਂ ਪੁੱਛਿਆ ਨਹੀਂ, ਸਾਡੀ ਸੁਣਵਾਈ ਨਹੀਂ ਹੋਈ ਜੀ। ਪਰ ਜੇ ਤੁਸੀਂ ਥੋੜਾ ਜਿਹਾ ਪਿਛੋਕੜ ਵੱਲ ਜਾਓਗੇ ਜੀ ਤਾਂ ਇਹੀ ਨੇਤਾ ਜੀ, ਪ੍ਰਧਾਨ ਸਾਡੇ ਅਕਾਲੀ ਦਲ ਦੇ, ਇਹ ਮੰਤਰੀ ਸਾਹਿਬਾ ਤੇ ਇਹਨਾਂ ਦੇ ਹੋਰ ਜੋ ਵੀ ਸਾਥੀ ਹੈ ਜੀ, ਇਹ ਕਹਿੰਦੇ ਰਹੇ ਕਿ ਸਾਡੀ ਸੈਂਟਰ ਨਾਲ ਗੱਲ ਹੋ ਗਈ ਜੀ, MSP ਖਤਮ ਨਹੀਂ ਕੀਤੀ ਜਾਊਗੀ, MSP ਇਸੇ ਤਰ੍ਹਾਂ ਰਹੂਗੀ, ਇਹਦੇ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਊਗੀ, ਕਿਸਾਨਾਂ ਦੀ ਹਮਦਰਦੀ ਦੇ ਨਾਲ ਇਹ ਸਾਰੇ ਕੰਮ ਚੱਲਣਗੇ। ਉਹ ਇੱਕ ਬਿੱਲ ਦੇ ਇੱਕ ਚਿੱਠੀ ਵੀ ਇਹਨਾਂ ਨੇ ਜੀ, ਜੋ ਸਾਡੇ ਸੈਂਟਰ ਦੇ ਤੋਮਰ ਸਾਹਿਬ ਮੰਤਰੀ ਹੈ, ਉਹਨਾਂ ਦੀ ਚਿੱਠੀ ਵੀ ਇਹਨਾਂ ਨੇ ਜਾਰੀ ਕੀਤੀ ਕਿ ਇਹ ਜੀ MSP ਖਤਮ ਨਹੀਂ ਹੋਊਗੀ। ਬਿਲਕੁਲ, ਮੈਂ ਇਹਨਾਂ ਮੇਰੇ ਵੀਰਾਂ ਨੂੰ, ਇਹ ਸਾਰੇ ਕਿਸਾਨੀ ਨਾਲ ਤਾਲੁਕ ਰੱਖਦੇ ਆ, ਇਹਨਾਂ ਦੀਆਂ ਅੱਜ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ, ਬੜੇ ਇਹਨਾਂ ਦੇ ਕੰਮ ਚੱਲਦੇ, ਬੜੇ ਬਿਜ਼ਨਸ ਹੋਰ ਵੀ ਬੜੇ ਹੋ ਗਏ, ਕਾਰਪੋਰੇਟ ਘਰਾਣਿਆਂ ਦੇ ਵਿੱਚ ਚਲੇ ਗਏ ਆ, ਪਰ ਉਦੋਂ ਇਹ ਖੇਤੀ ਦਾ ਹੀ ਕੰਮ ਕਰਦੇ ਸੀ। ਕੀ ਇਹ ਉਹਦੇ ਵਿੱਚ ਕਣਕ ਤੇ ਚਾਵਲ ਤੋਂ ਬਿਨਾਂ ਜੀ ਮੱਕੀ, ਅੱਜ ਤੁਸੀਂ, ਮੈਂ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਦਾ, ਕਾਟਨ ਜੀ, ਕਾਟਨ ਦੇ ਉੱਤੇ ਵੀ MSP ਹੈ। ਬਿਲਕੁਲ ਸਰ, 5600 ਰੁਪਏ ਉਹਦਾ ਰੇਟ ਹੈ। ਹਾਂਜੀ, ਅੱਜ ਤੁਸੀਂ ਇੱਥੋਂ ਮੇਰੀ ਇੰਟਰਵਿਊ ਤੋਂ ਬਾਅਦ ਗਿੱਦੜਵਾ ਮੰਡੀ ਚਲੇ ਜਾਈਓ ਜੀ, 4600 ਰੁਪਏ ਵਿਕ ਰਹੀ ਹੈ। ਹਾਂਜੀ, ਤੇ ਉਹ MSP ਫਿਰ ਕਿੱਥੇ ਹੈ ਜੀ? ਬਿਲਕੁਲ, ਜਿਹੜੇ 5600 ਰੁਪਏ ਇਹਨਾਂ ਨੇ ਕਿਹਾ ਤੇ ਅੱਜ ਕਿਉਂ 4600 ਰੁਪਏ ਵਿਕ ਰਹੀ ਹੈ? ਮੱਕਾ ਤੁਹਾਨੂੰ ਮੈਂ ਪਹਿਲਾਂ ਦੱਸਤਾ, ਬਾਸਮਤੀ ਦੀ ਤੁਹਾਨੂੰ ਮੈਂ ਪਹਿਲਾਂ ਦੱਸਤਾ, ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਇਸ ਤਰ੍ਹਾਂ ਵੇਚ ਰਹੇ ਹੈ, ਇਹ ਸਾਡੀ ਬਦਕਿਸਮਤੀ ਹੈ ਕਿ ਇਸ ਤਰ੍ਹਾਂ ਦੀ ਸਾਡੀ ਲੀਡਰਸ਼ਿਪ ਹੈ ਜਿਹੜੀ ਸਾਡੇ ਕਿਸਾਨਾਂ ਨੂੰ ਇਸ ਭੰਬਲ ਭੁੱਸੇ 'ਚ ਪਾਈ ਬੈਠੀ ਹੈ ਕਿ ਅਸੀਂ ਅੱਜ ਸਾਡੀ ਹਾਲਾਤ ਕੀ ਹੈ ਜੀ। ਜਿਹੜੇ ਤੁਸੀਂ ਮੈਨੂੰ ਪਹਿਲਾਂ ਸਵਾਲ ਕੀਤਾ ਕਿ ਤੁਸੀਂ ਕਿਹੜੀ ਪਾਰਟੀ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਕਿ ਤੁਸੀਂ ਰਾਜਨੀਤੀ 'ਚ ਰਹਿਣਾ ਚਾਹੁੰਦੇ ਹੋ ਜਾਂ ਨਹੀਂ ਜੀ, ਬੇਸ਼ੱਕ ਉਹ ਕਾਂਗਰਸ ਹੋਵੇ, ਬੇਸ਼ੱਕ ਉਹ ਅਕਾਲੀ ਦਲ ਹੋਵੇ। ਅਕਾਲੀ ਦਲ ਦੀਆਂ ਮੈਂ ਤੁਹਾਨੂੰ ਦਿਖਾਈਆਂ ਵੀ, ਉਹਨਾਂ ਨੇ ਇਸ ਤਰ੍ਹਾਂ ਦੀਆਂ ਸਾਨੂੰ ਚਿੱਠੀਆਂ ਦਿਖਾਈਆਂ, ਤਿਆਰ ਕੀਤਾ, ਤੇ ਅੱਜ ਉਹੀ ਅਕਾਲੀ ਦਲ ਇਹ ਕਹਿੰਦਾ ਹੈ ਕਿ ਜਿਹੜੀ ਆਰਡੀਨੈਂਸ ਜਾਰੀ ਕੀਤਾ ਸਾਨੂੰ ਇਹਦੇ ਬਾਰੇ ਪੁੱਛਿਆ ਨਹੀਂ। ਮੇਰੇ ਵੀਰ ਦੱਸਣਗੇ
ਕਿ ਇਹ ਇਹਨਾਂ ਨੂੰ ਕਦੋਂ ਫਿਰ ਉਹ ਜਿਹੜੇ ਚਿੱਠੀਆਂ ਲੈ ਕੇ ਆਏ ਤੇ ਉਹ ਕਦੋਂ ਪੁੱਛਿਆ ਸੀ ਕਿ ਇਹਨਾਂ ਨੂੰ ਡਾਕ 'ਚ ਹੀ ਆਈਆਂ ਸੀ ਜੀ। ਤਾਂ ਇਹਦਾ ਮਤਲਬ ਜਾਂ ਤਾਂ ਇਹ ਉਦੋਂ ਝੂਠ ਬੋਲਦੇ ਸੀ ਜਾਂ ਇਹ ਅੱਜ ਝੂਠ ਬੋਲ ਰਹੇ ਬਿਲਕੁਲ। ਔਰ ਮੈਂ ਕਹਿੰਦਾ ਕਿ ਅੱਜ ਜਿਹੜਾ ਇਹ ਨੰਗਾ ਚਿੱਠਾ ਇੱਕ ਝੂਠ ਬੋਲ ਕੇ ਉਹਨੂੰ ਇਹਨਾਂ ਦੇ ਕੋਲੇ ਸਮਰਥਾ ਹੋ ਗਈ ਸੱਚ ਸਾਬਤ ਕਰਨ ਦੀ। ਮਾਫ ਕਰਨਾ, ਮੈਂ ਪੱਤਰਕਾਰਤਾ ਤੇ ਜਾਂ ਮੈਂ ਮੀਡੀਆ ਤੇ ਦੋਸ਼ ਨਹੀਂ ਲਾਉਂਦਾ ਜੀ, ਪਰ ਅੱਜ ਮੀਡੀਆ ਦਾ ਹਾਲ ਕੀ ਹੈ ਤੁਸੀਂ ਦੇਖੋ ਕਿ ਇਸ ਕਿਸਾਨੀ ਦੇ ਧੁੱਪ ਦੇ ਵਿੱਚ ਲੋਕ ਮੱਚ ਰਹੇ ਹੈ। ਤੁਸੀਂ ਬਾਦਲ ਜਾ ਕੇ ਦੇਖੋ ਲੋਕ ਕਿਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਲੋਕ ਲੰਗਰ ਇਕੱਠਾ ਕਰ ਕਰਕੇ ਉਹਨਾਂ ਗਰੀਬਾਂ ਵਾਸਤੇ ਲੈ ਕੇ ਜਾ ਰਹੇ ਹੈ, ਉਹਨਾਂ ਦੀ ਕੋਈ ਸਾਥ ਨਹੀਂ ਲੈ ਰਿਹਾ। ਜਦੋਂ ਤੁਸੀਂ ਮੀਡੀਆ ਤੇ ਖਬਰ ਆਊਗੀ ਤਾਂ ਫਲਾਣੇ ਲੀਡਰ ਨੇ ਅੱਜ ਇਹ ਕਿਹਾ ਕਿ ਅਸੀਂ ਕੱਲ ਨੂੰ ਇਹਨਾਂ ਧਰਨਿਆਂ 'ਚ ਅਸੀਂ ਵੀ ਸ਼ਾਮਲ ਹਾਂ, ਕਿਸਾਨਾਂ ਦੇ ਨਾਲ ਹਾਂ ਜੀ ਜੀ। ਤੁਸੀਂ ਮੈਂ ਦੂਰ ਦੀਆਂ ਗੱਲਾਂ ਨਹੀਂ ਕਰਦਾ, ਕੋਈ ਤੁਸੀਂ ਪੰਜਾਬ ਦੇ ਵਿੱਚ ਹੀ ਵਿਚਰਦੇ ਹੋ, ਪੰਜਾਬ ਦੇ ਨਾਲ ਹੀ ਤੁਹਾਡਾ ਨਿਊਜ਼ ਚੈਨਲ ਹੈ, ਕੋਈ ਐਸਾ ਲੀਡਰ, ਮੈਂ ਅਕਾਲੀ ਦਲ ਦੀ ਗੱਲ ਨਹੀਂ ਕਰਦਾ, ਕਾਂਗਰਸ ਦਾ ਵੀ ਹੋਵੇ, ਕੋਈ ਹੋਰ BSP ਦਾ ਹੋਵੇ, ਕਿਸੇ ਹੋਰ ਪਾਰਟੀ ਦਾ ਹੋਵੇ, ਜਿਹਨੇ ਸੰਘਰਸ਼ ਕਰਕੇ ਉੱਥੇ ਡਾਂਗਾਂ ਖਾਧੀਆਂ। ਹਾਂਜੀ, ਸਾਰੇ ਘਰਾਂ 'ਚ ਬੈਠੇ ਆ, ਮੀਡੀਆ ਦੇ 4 ਬੰਦੇ ਬੁਲਾਉਂਦੇ ਆ ਜੀ, ਉਹਦੇ 'ਚ ਇੱਕ ਖਬਰ ਦਿੰਦੇ ਆ ਕਿ ਜੇ ਕੱਲ ਨੂੰ ਇਹ ਨਾ ਹੋਇਆ ਆਹ ਚਿੱਠੀ ਹੈ ਜੀ, ਇਹਦੇ 'ਚ ਅਕਾਲੀ ਦਲ ਨੇ ਐਂ ਕੀਤਾ ਸੀ, ਉਹ ਕਹਿੰਦੇ ਕਾਂਗਰਸ ਨੇ ਐਂ ਕੀਤਾ ਸੀ। ਲੋਕਾਂ ਨੂੰ ਬੁੱਧੂ ਬਣਾ ਰਹੇ ਆ ਔਰ ਇਹਨਾਂ ਗਰੀਬਾਂ ਦੱਬੇ ਕੁਚਲੇ ਮਜ਼ਲੂਮਾਂ ਨੂੰ ਤੰਗ ਕਰ ਰਹੇ ਆ। ਮੈਂ ਤੁਹਾਨੂੰ ਇੱਕ ਗੱਲ ਦਾਅਵੇ ਦੇ ਨਾਲ ਕਹਿਣਾ, ਸਮਾਂ ਆ ਜਾਣਾ ਹਾਂਜੀ, ਇਹ ਦੱਬੇ ਕੁਚਲੇ ਮਜ਼ਲੂਮਾਂ ਨੇ ਬਾਲੀ ਦੇਰ ਕੁਚਲੇ ਨਹੀਂ ਜਾਣਾ ਜੀ। ਬਿਲਕੁਲ, ਇੱਕ ਸਮਾਂ ਹੁੰਦਾ ਗੇਂਦ ਨੂੰ ਤੁਸੀਂ ਕਿੰਨਾ ਕੁ ਦਬਾ ਸਕਦੇ ਹੋ, ਜਦੋਂ ਗੇਂਦ ਪੂਰੀ ਦਬ ਗਈ ਉਦੋਂ ਬਾਅਦ ਉਹਦੇ 'ਚ ਉਬਾਲ ਆਉਣਾ ਤੇ ਉਹਨੇ ਉਛਲ ਕੇ ਸਾਰਾ ਕੁਝ ਤਬਾਹ ਕਰ ਦੇਣਾ। ਇਹਨਾਂ ਮੇਰੇ ਲੀਡਰਾਂ ਨੂੰ ਮੈਂ ਭਾਵੇਂ ਉਹ ਅਕਾਲੀ ਦਲ ਦਾ ਹੋਵੇ, ਕਾਂਗਰਸ ਦਾ ਹੋਵੇ, ਜਿਹੜੇ ਸਾਨੂੰ ਆ ਚਿੱਠੀਆਂ ਵਿਖਾਉਂਦੇ ਆ ਜਾਂ ਇਹ ਕਹਿੰਦੇ ਆ ਕਿ ਭਾਅ ਤੁਹਾਡੇ ਸਹੀ ਲੱਗ ਗਏ ਆ, ਇਹਨਾਂ ਦਾ ਜਿਹੜਾ ਹਸ਼ਰ ਹੈ ਜੀ, ਮੈਂ ਰੱਬ ਤੋਂ ਡਰ ਕੇ ਕਹਿਣਾ ਇਹਨਾਂ ਜਿਹੜੇ ਕਿਸਾਨਾਂ ਦੀਆਂ ਅੱਜ ਦੁਰਦਸ਼ਾ ਹੋ ਰਹੀ ਹੈ, ਇਹਨਾਂ ਤੋਂ ਵੀ ਮਾੜਾ ਹੋਣਾ ਹੈ। ਸਰ, ਪੰਜਾਬ ਦਾ ਕਿਸਾਨ ਜਾਂ ਕਿਤੇ ਵੀ ਦੇਖ ਲਓ ਤਾਂ ਪਹਿਲਾਂ ਹੀ ਕਰਜ਼ੇ ਦੇ ਵਿੱਚ ਦੱਬਿਆ ਹੋਇਆ, ਤਾਂ ਜਿਹੜੀਆਂ ਇਹ ਜ਼ਮੀਨਾਂ ਹੜੱਪਣ ਦਾ ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਇੱਕ ਇਹਨਾਂ ਦਾ ਹੈ ਪਲਾਨ ਜਾਂ ਕੁਝ ਵੀ ਆਪਾਂ ਕਹਿ ਸਕਦੇ? ਤੁਹਾਡਾ ਸਵਾਲ ਬੜਾ ਵਧੀਆ ਹੈ ਜੀ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਜਿਹੜੇ ਕਿਸਾਨੀ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕੀ। ਬਿਲਕੁਲ, ਵੈਸੇ ਤਾਂ ਇੰਟਰਨੈਸ਼ਨਲ ਪੱਧਰ ਤੇ ਵੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਕਾਰੀ ਰੱਖਦੇ ਹੋ, ਪੜ੍ਹੇ ਲਿਖੇ ਹੋ, ਜ਼ਿਆਦਾ ਪੜ੍ਹੇ ਹੋ, ਜ਼ਿਆਦਾ ਗੱਲ ਨੂੰ ਸਮਝਦੇ ਹੋ, ਕਿਤੇ ਵੀ ਕਿਸਾਨੀ ਜਦ ਤੁਸੀਂ ਯੂਰਪ ਦੇ ਦੇਸ਼ਾਂ 'ਚ ਵੀ ਜਾਓਗੇ ਤਾਂ ਕਿਸਾਨੀ ਉਨੀ ਪ੍ਰਫੁੱਲਤ ਨਹੀਂ। ਬਿਲਕੁਲ, ਪਰ ਉੱਥੋਂ ਦੀਆਂ ਸਰਕਾਰਾਂ ਕੀ ਕਰਦੀਆਂ, ਕਿਸਾਨੀ ਨੂੰ ਬਚਾਉਣ ਵਾਸਤੇ ਉਹਨਾਂ ਦੀ ਸਮੇਂ-ਸਮੇਂ ਸਿਰ ਮਦਦ ਕਰਦੀਆਂ। ਬਿਲਕੁਲ, ਮੈਂ ਤੁਹਾਨੂੰ ਇੱਕ ਪੁਰਾਣੀ ਪਿਛੋਕੜ ਦੀ ਗੱਲ ਸੁਣਾਉਣਾ ਹੈ। ਕਦੇ ਇੱਕ ਸਮਾਂ ਹੋਇਆ ਕਰਦਾ ਸੀ ਹਿੰਦੁਸਤਾਨ 'ਚ ਕਣਕ ਦੀ ਸ਼ਾਰਟੇਜ ਹੋਇਆ ਕਰਦੀ, ਤੁਹਾਡੇ ਸ਼ਾਇਦ ਬਚਪਨ ਤੋਂ ਪਹਿਲਾਂ ਦੀ ਗੱਲ ਹੋਵੇ, ਕਣਕ ਨਹੀਂ ਹੋਇਆ ਕਰਦੀ ਸੀ, ਸਾਨੂੰ ਖਾਣ ਵਾਸਤੇ ਕਣਕ ਨਹੀਂ ਮਿਲਦੀ ਸੀ ਜੀ ਇੰਡੀਆ 'ਚ ਜੀ। ਉਦੋਂ ਅਮਰੀਕਾ ਤੋਂ ਤੇ ਹੋਰ ਯੂਰਪ ਦੇ ਦੇਸ਼ਾਂ ਤੋਂ ਅਸੀਂ ਕਣਕ ਲੈ ਕੇ ਆਉਂਦੇ ਸੀ, ਉਹ ਸਾਨੂੰ ਦਾਨ ਦਿੰਦੇ ਸੀ, ਗਰੀਬਾਂ ਨੂੰ, ਭੁੱਖਮਰਿਆਂ ਨੂੰ ਦਾਨ ਦੇ ਕੇ ਉਹ ਜਾਂਦੇ ਸੀ ਔਰ ਸਾਨੂੰ ਉਹ ਬਲੈਕਮੇਲ ਕਰਦੇ ਸੀ। ਉਹ ਇੱਕ ਲਾਲ ਕਣਕ ਹੋਇਆ ਕਰਦੀ ਸੀ, ਉਹਨੂੰ ਅਸੀਂ ਲਾਲ ਕਣਕ ਕਹਿੰਦੇ ਸੀ ਜੀ ਜੀ ਜੀ। ਉਹਦੀਆਂ ਰੋਟੀਆਂ ਨਹੀਂ ਖਾਧੀਆਂ, ਪਰ ਇੱਕ ਸਮਾਂ ਆਇਆ ਹਾਂਜੀ, ਮੈਂ ਉਹਦੀ ਸਟੱਡੀ ਕੀਤੀ ਤਾਂ ਉਹ ਕਹਿੰਦੇ ਵੀ ਇਹ ਜਿਹੜੀ ਕਣਕ ਹੈ ਹਾਂਜੀ, ਇਹ ਅਮਰੀਕਾ ਜਦੋਂ ਇੱਕ ਕਿਸਾਨ ਪੈਦਾ ਕਰਦਾ, ਇਹ ਇੱਕ ਕੀਮਤ ਹੈ ਜਿਹਨੂੰ ਅਸੀਂ ਹੁਣ ਅੱਜ MSP ਕਹਿੰਦੇ ਹਾਂ ਹਾਂਜੀ ਹਾਂਜੀ, ਉਹਦੇ ਤੇ ਉਹ ਅਮਰੀਕਾ ਵਾਲੇ ਖਰੀਦ ਲੈਂਦੇ ਜੀ ਜੀ। ਬਿਲਕੁਲ, ਖਰੀਦ ਕੇ ਉਹ ਲੋਕ ਜਿਹੜੇ ਗਰੀਬ ਭੁੱਖੇ ਨੰਗੇ ਲੂਲੇ ਲੰਗੜੇ ਜਿਹੜੇ ਭੁੱਖੇ ਮਰ ਰਹੇ ਆ ਉਹਨਾਂ ਨੂੰ ਉਹ ਦਾਨ ਦਿੰਦੇ ਆ ਜੀ। ਉਹ ਦਾਨ ਦੇਣ ਤੋਂ ਬਾਅਦ ਵੀ ਉਹਨਾਂ ਕੋਲ ਉਹ ਕਣਕ ਬਚ ਜਾਂਦੀ ਹਾਂਜੀ, ਤੇ ਉਸ ਨੂੰ ਉਹ ਸਮੁੰਦਰ 'ਚ ਡੰਪ ਕਰ ਦਿੰਦੇ ਜੀ ਜੀ ਜੀ। ਪਰ ਇਹ ਉਹਨਾਂ ਦੇਸ਼ਾਂ ਦੀ ਗੱਲ ਹੈ ਜਿਨ੍ਹਾਂ ਦੇ ਵਿੱਚ ਸਰਮਾਏ ਦਾ ਬਹੁਤ ਬੋਲਬਾਲਾ ਹੈ ਤੇ ਉਹ ਆਪਣੇ ਕਿਸਾਨਾਂ ਨੂੰ ਕਰ ਲੈਂਦੇ ਆ। ਇੱਥੇ ਕੀ ਕਰਦੇ ਆ, ਤੁਹਾਡੇ ਯਾਦ ਹੋਣਾ ਕਿ ਹੁਣ ਅੱਜ ਹੀ ਆਇਆ ਸਵੇਰੇ ਕਿ 50 ਰੁਪਏ ਕਣਕ ਦਾ ਰੇਟ ਵਧਾਤਾ ਜੀ ਜੀ। ਮਹਿੰਗਾਈ, ਤੁਸੀਂ ਡੀਜ਼ਲ ਹੈ ਜੀ, ਬਿਲਕੁਲ ਪੈਟਰੋਲ ਹੈ ਹਾਂਜੀ। ਅੱਜ ਤੱਕ ਕਿਸੇ ਪੱਤਰਕਾਰ ਨੇ, ਕਿਸੇ ਅਖਬਾਰ ਨੇ ਇਹ ਗੱਲ ਨਹੀਂ ਚੱਕੀ, ਮੀਡੀਆ ਨੇ, ਕਿ ਇਹ ਦੇਖੋ ਕਿ ਇਹ ਕਿੱਥੇ ਕਿਵੇਂ ਚਲੀ ਗਈ ਹੈ, GST ਸਾਡੀ ਕਿੱਥੇ ਚਲੀ ਗਈ ਹੈ, ਕੀ ਹੋ ਰਿਹਾ। ਅਸੀਂ ਕੀ ਹੈ, ਜੋ ਉੱਥੇ ਵੱਧ ਤੋਂ ਵੱਧ ਨਿਊਜ਼ ਚੈਨਲਾਂ 'ਤੇ ਜਦੋਂ ਮਰਜ਼ੀ ਲਾ ਲਓ, ਘੰਟੇ ਦੇ ਵਿੱਚੋਂ
55 ਮਿੰਟ ਅਸੀਂ ਰਾਜਪੂਤ ਦੀ ਗੱਲ ਕਰਦੇ ਹਾਂ, 2-3 ਮਿੰਟ ਅਸੀਂ ਕੰਗਣਾ ਦੀ ਗੱਲ ਕਰਦੇ ਹਾਂ, ਤੇ ਫਿਰ ਅਸੀਂ ਕੋਈ ਇੱਧਰ ਉੱਧਰ ਦੀਆਂ ਕਰਕੇ ਨਸ਼ੇ ਦੀਆਂ ਗੱਲਾਂ ਕਰਕੇ ਨਾ ਤਾਂ ਅਸੀਂ ਨਸ਼ੇ ਨੂੰ ਮੁਕਤ ਕਰ ਸਕੇ ਪੰਜਾਬ ਨੂੰ, ਨਾ ਅਸੀਂ ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰ ਸਕੇ। ਔਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਪੰਜਾਬ ਦਾ ਜੇ ਸਰਕਾਰ ਵੀ ਚਾਹਵੇ ਇਹ ਤਾਂ ਆਪ ਕਿਸਾਨਾਂ ਵਰਗੀ ਹੋਈ ਪਈ ਹੈ। ਹਾਂਜੀ ਬਿਲਕੁਲ। ਤੇ ਪੰਜਾਬ ਦੇ ਜਿਹੜੇ ਮੌਜੂਦਾ ਸੀਐਮ ਹੈ ਉਹਨਾਂ ਨੇ ਪਹਿਲਾਂ ਤਾਂ ਸਾਈਨ ਕੀਤੇ ਸੀ ਨਾ, ਐਗਰੀ ਹੋਏ ਸੀ ਉਹ ਜਦੋਂ ਇਹ ਬਿੱਲ ਪਾਸ ਹੋਣ ਤੋਂ ਪਹਿਲਾਂ, ਤੇ ਹੁਣ ਉਹ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿਸਾਨਾਂ ਦੇ ਬਾਰੇ, ਤੇ ਇਹ ਕਿਉਂਕਿ ਕਿਸਾਨ ਭੜਕੇ ਹੋਏ ਆ ਉਹ ਇਹ ਗੱਲ ਕਹਿ ਰਹੇ ਆ ਕਿ ਪਹਿਲਾਂ ਸੀਐਮ ਸਾਹਿਬ ਸਾਈਨ ਕਰਦੇ ਆ। ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਅਖਬਾਰਾਂ ਦੇ ਮੁਤਾਬਕ, ਮੀਡੀਆ ਦੇ ਮੁਤਾਬਕ ਤੁਹਾਡੀ ਗੱਲ ਹੀ ਆ ਰਹੀ ਹੈ ਬਾਹਰ, ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਇਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮੰਡੀਕਰਨ ਬੋਰਡ ਤੋੜ ਦਿਓ ਜਾਂ ਇਹ ਕਰ ਦਿਓ, ਕਿਉਂਕਿ ਤੁਹਾਨੂੰ ਜੇ ਜਾਣਕਾਰੀ ਹੋਵੇ ਸੰਵਿਧਾਨਕ ਤੌਰ ਤੇ ਖੇਤੀ ਦਾ ਜੋ ਵਿਸ਼ਾ ਹੈ, ਖੇਤੀ ਦੀ ਫਸਲ ਨੂੰ ਸਾਂਭ ਸੰਭਾਈ ਦਾ ਜੋ ਕੰਮ ਹੈ ਇਹ ਸਟੇਟ ਨੇ ਦੇਖਣਾ, ਨਾ ਕਿ ਸੈਂਟਰ ਨੇ। ਸੈਂਟਰ ਨੇ ਭਾਅ ਫਿਕਸ ਕਰਨੇ ਆ ਤੇ ਉਹਨਾਂ ਸੂਬਿਆਂ ਨਾਲ ਗੱਲਬਾਤ ਕਰਨੀ ਹੈ ਜਿੱਥੋਂ ਦੀ ਜਿਹੜੀ ਹੈਗੀ ਕਿ ਕਣਕ ਤਾਂ ਪੰਜਾਬ 'ਚ ਹੈ, ਬਿਲਕੁਲ ਹਰਿਆਣੇ 'ਚ ਹੈ, ਅਸੀਂ ਦੂਜਿਆਂ ਦੇਸ਼ਾਂ ਨੂੰ ਦਿੰਦੇ ਹਾਂ। ਅੱਜ ਠੀਕ ਹੈ ਕਿ ਹੁਣ ਯੂਪੀ ਜਾਂ ਮੱਧ ਪ੍ਰਦੇਸ਼ ਜਾਂ ਬਿਹਾਰ ਦੇ ਵਿੱਚ ਡਿਪੈਂਡੈਂਟ ਹੁਣ ਉਹ ਸਾਡੇ ਤੇ ਉਨੇ ਨਹੀਂ ਰਹੇ, ਪਰ ਅੰਨਦਾਤਾ ਅੱਜ ਵੀ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਲੋਕ ਹੀ ਹੈ ਜਿਹੜੇ ਕਿ ਉੱਥੋਂ ਦੇ ਲੋਕਾਂ ਨੂੰ ਅੰਨ ਅੱਜ ਵੀ ਮੁਹੱਈਆ ਕਰ ਰਹੇ। ਜੇ ਸਰਕਾਰ ਕੋਲੇ ਆ ਕੋਵਿਡ ਮਹਾਮਾਰੀ ਆ ਗਈ ਸੀ, ਬਿਲਕੁਲ, ਜੇ ਸਰਕਾਰ ਕੋਲੇ ਸਟਾਕ ਨਾ ਹੋਵੇ, ਅੱਜ ਤੁਸੀਂ ਦੇਖਿਆ ਹੋਣਾ ਲੱਖਾਂ ਟਨ ਪਾਲਿਸੀ ਦੇ ਨਾਲ ਉਹਨਾਂ ਮਹਾਮਾਰੀ ਦੇ ਪਿੰਡਾਂ ਨੂੰ ਔਰ ਉਹਨਾਂ ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਦੱਬੇ ਕੁਚਲੇ ਮਜ਼ਲੂਮਾਂ ਨੂੰ ਅਸੀਂ ਵੰਡ ਰਹੇ ਹਾਂ, ਚਾਵਲ ਵੀ ਅਸੀਂ ਦੇ ਰਹੇ ਹਾਂ। ਜੇ ਸਾਡੇ ਹਿੰਦੁਸਤਾਨ ਦੀ ਸਰਕਾਰ ਕੋਲੇ ਉਹ ਕਣਕ ਤੇ ਚਾਵਲ ਦਾ ਸਟਾਕ ਸੀ ਤਾਂ ਹੀ ਉਹ ਦਿੱਤਾ ਗਿਆ। ਜੇ ਕਾਰਪੋਰੇਟ ਘਰਾਣਿਆਂ ਕੋਲੇ ਚਲਿਆ ਗਿਆ, ਸਰਕਾਰ ਕੋਲੇ ਕੋਈ ਨਾ ਹੋਇਆ, ਇਸ ਤਰ੍ਹਾਂ ਦੀ ਮਹਾਮਾਰੀ ਆ ਗਈ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ, ਉਹ ਕਣਕ ਮੋਦੀ ਸਾਹਿਬ ਕਿੱਥੋਂ ਦਿਆ ਕਰਨਗੇ? ਬਿਲਕੁਲ ਇਹਨਾਂ ਨੇ ਇਹਨਾਂ ਗੱਲਾਂ ਤੇ ਵਿਚਾਰ ਨਹੀਂ ਕੀਤਾ। ਇਹ ਇੱਕ ਦੂਰਅੰਦੇਸ਼ੀ ਹੈ। ਇਹਨਾਂ ਨੇ ਕੀ ਕੀਤਾ, ਕਦੇ ਹੁਣ ਕਹਿੰਦੇ ਆ ਕਿ ਅਸੀਂ ਇੱਕ ਵਿਚੋਲੀਏ ਨੂੰ ਖਤਮ ਕਰਨਾ ਚਾਹੁੰਦੇ ਹਾਂ। ਤੁਹਾਡਾ ਤੇ ਮੇਰਾ ਇੱਕ ਰਿਸ਼ਤਾ ਹੈ, ਇੱਕ ਰਿਸ਼ਤੇ ਦੇ ਵਿੱਚ ਕੋਈ ਤੀਜਾ ਬੰਦਾ ਸਾਨੂੰ ਅੱਜ ਮਿਲਾ ਰਿਹਾ, ਤਾਂ ਸਾਨੂੰ ਉਸ ਦਾ ਵੀ ਉਨਾ ਹੀ ਮਾਣ ਕਰਨਾ ਚਾਹੀਦਾ। ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹ ਸਾਡੇ ਇਸ ਸੰਬੰਧ ਨੂੰ ਕੋਈ ਖਰਾਬ ਤਾਂ ਨਹੀਂ ਕਰ ਰਿਹਾ। ਕਿਸਾਨ ਦਾ ਤੇ ਸਰਕਾਰ ਦੇ ਵਿੱਚ ਆੜ੍ਹਤੀਏ ਦਾ ਰੋਲ ਹੈ, ਮਜ਼ਦੂਰਾਂ ਦਾ। ਤੁਸੀਂ ਇਹ ਦੇਖੋ, ਕਿਸਾਨ ਨੇ ਕਣਕ ਲੈ ਕੇ ਆਇਆ ਤਾਂ ਉਹਨੇ ਨਾਲ ਦੀ ਨਾਲ ਜੋ ਆੜ੍ਹਤੀ ਦੇ ਢੇਰੀ ਕਰਨੀ ਹੈ, ਉਸਨੇ ਉਸ ਦਾ ਮੋਇਸਚਰ ਕਿੰਨਾ ਹੈ ਕੀ ਨਹੀਂ, ਉਹਨੂੰ ਪੱਖਾ ਲਵਾਉਣਾ, ਉਹਨੂੰ ਕੀ ਠੀਕ ਕਰਨਾ ਕੀ ਨਹੀਂ ਕਰਨਾ, ਉਹਦਾ ਸਾਰਾ ਵੇਖ ਕੇ ਫਿਰ ਉਹਨੂੰ ਜਦੋਂ ਉਹ ਵੇਚਣ ਦੇ ਕਾਬਲ ਹੁੰਦਾ ਫਿਰ ਉਹਨੇ ਵਪਾਰੀ ਨੂੰ ਫੜ ਕੇ ਲਿਆਉਣਾ ਤੇ ਉਹਦਾ ਭਾਅ ਲੱਗੂ। ਪਰ ਜਦੋਂ ਇਹ ਕਾਰਪੋਰੇਟ ਘਰਾਣਿਆਂ 'ਚ ਗਏ ਤਾਂ ਕਾਰਪੋਰੇਟ ਘਰਾਣੇ ਦਾ ਇੱਕ ਅਫਸਰ ਆਊਗਾ, ਉਹਨੇ ਕਹਿਣਾ ਕਿ ਆ ਗਿੱਦੜਵਾ ਦੇ ਵਿੱਚ ਇਹਦੇ ਵਿੱਚ ਇਹ ਪੈਸਟ ਦਾ ਇੰਨਾ ਜ਼ਿਆਦਾ ਹੈ, ਮੋਇਸਚਰ ਇੰਨਾ ਹੈਗਾ, ਮੈਂ ਇਹਦਾ ਤੇ 1500 ਦੀ ਬਜਾਏ ਮੈਂ ਤਾਂ 1200 ਰੁਪਏ ਪਾ ਦਿੱਤਾ। ਤੁਹਾਡੇ ਕੋਲ ਕੋਈ ਹੱਲ ਨਹੀਂ? ਜੀ ਇੱਕ ਕੁਐਸਚਨ ਹੋਰ, ਜਿੱਦਾਂ ਕਿ ਗਰੀਬੀ, ਜਿਹੜੇ ਇੱਕ ਗਰੀਬ ਹੈਗੇ ਆ ਲੋਕ ਹੈ ਨਾ, ਉਹਨਾਂ ਦੇ ਲਈ ਉਪਰਾਲੇ ਕੀਤੇ ਜਾਂਦੇ ਆ ਬਹੁਤ ਜ਼ਿਆਦਾ, ਤੇ ਇੱਕ ਜਰਨਲ ਕੈਟਾਗਰੀ ਦੇ ਵਿੱਚ ਭਾਵੇਂ ਦੀ ਆ ਜਾਂਦੇ ਛੋਟੇ ਕਿਸਾਨ ਲਗਾ ਲਓ ਜਿਨ੍ਹਾਂ ਦੀ ਇੱਕ ਆਮਦਨ ਇੰਨੀ ਨਹੀਂ ਹੈਗੀ ਹੈ ਨਾ, ਤੇ ਤੁਹਾਨੂੰ ਨਹੀਂ ਲੱਗਦਾ ਉਹਨਾਂ ਦੇ ਲਈ ਵੀ ਇੱਕ ਬਰਾਬਰ ਲਾਅ ਪਾਸ ਹੋਣਾ ਚਾਹੀਦਾ? ਦੇਖੋ ਇਹ ਅਸੀਂ ਹੈ ਕਿ ਇਹ ਸਾਰਾ ਅਸੀਂ ਇਹਨੂੰ ਵੋਟ ਵਟੋਰੂ ਢੰਗ ਤਰੀਕੇ ਬਣਾ ਰਹੇ ਹਾਂ। ਸਾਨੂੰ ਚਾਹੀਦਾ ਕੀ ਹੈ, ਅਸੀਂ ਸਮਝਦੇ ਹਾਂ ਕਿ ਦੱਬੇ ਕੁਚਲੇ ਮਜ਼ਲੂਮ ਗਰੀਬ ਜੋ ਐਸੇ ਪਰਿਵਾਰਾਂ 'ਚ ਪੈਦਾ ਹੋਏ ਆ ਜਿਨ੍ਹਾਂ ਨੂੰ ਉਹ ਸੁੱਖ ਸੁਵਿਧਾ ਉਹ ਮੁਹੱਈਆ ਨਹੀਂ ਹੁੰਦੀਆਂ ਜਿਹੜੀਆਂ ਕਿ ਦੂਸਰੇ ਪਰਿਵਾਰਾਂ ਨੂੰ ਹੁੰਦੀਆਂ, ਉਹਨਾਂ ਨੂੰ ਬਰਾਬਰ ਦੇ ਹੱਕ ਬਰਾਬਰ ਲੈ ਕੇ ਆਉਣ ਵਾਸਤੇ ਇਹ ਬਣਾਏ ਗਏ ਸੀ ਕਿ ਉਹਨਾਂ ਲਈ ਇੱਕ ਅੱਡ ਸੁਵਿਧਾ ਦਿੱਤੀ ਜਾਵੇ। ਪਰ ਹੁਣ ਇੱਕ ਇਹੋ ਜਿਹੀ ਕੈਟਾਗਰੀ ਪੈਦਾ ਹੋ ਗਈ ਹੈ, ਜਿਵੇਂ ਭੈਣ ਜੀ ਆਪਾਂ ਗੱਲ ਕਰਦੇ ਪਹਿਲਾਂ ਕਿਸਾਨਾਂ ਦੀ ਗੱਲ ਕੀਤੀ ਹੈ, ਜਿਹੜੇ 5 ਕਿੱਲਿਆਂ ਤੋਂ ਥੱਲੇ ਹੈ, ਇਹ ਤਾਂ ਮਜ਼ਦੂਰ ਤੋਂ, ਗਰੀਬ ਤੋਂ, ਦਲਿਤ ਤੋਂ ਵੀ ਮਾੜੇ ਹੋ ਗਏ ਹੁਣ। ਬਿਲਕੁਲ ਇਹਨਾਂ ਨੂੰ ਵੀ ਉਹ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ, ਔਰ ਉਹ ਸੁਵਿਧਾਵਾਂ ਤਾਂ ਹੀ ਮਿਲ ਸਕਦੀਆਂ ਜੇ ਸਾਡੀ ਸਰਕਾਰਾਂ ਦੀ ਨੀਅਤ ਸਿੱਧੀ ਹੋਵੇ। ਉਹਨਾਂ ਦੇ ਦੇਖੋ ਬੱਚੇ ਜਰਨਲ ਕੈਟਾਗਰੀ ਦੇ ਵਿੱਚ ਆਉਣ ਦੇ ਕਰਕੇ ਉਹਨਾਂ ਨੂੰ ਜੌਬ ਨਹੀਂ ਮਿਲ ਪਾਉਂਦੀ, ਦੂਸਰੇ ਅੱਗੇ ਆ ਜਾਂਦੇ ਆ ਦੇਖੋ,
ਤਾਂ ਉਹ ਤਾਂ ਬਿਲਕੁਲ ਪਿੱਛੇ ਜਾ ਰਹੀਆਂ ਨਾ ਫੈਮਲੀਜ਼, ਉਹਨਾਂ ਦੇ ਲਈ ਵੀ ਤਾਂ ਕੁਝ ਹੋਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਸਰ? ਤੁਸੀਂ ਜਿਹੜੀ ਜੌਬਸ ਦੀ ਗੱਲ ਕਰਦੇ ਹੋ ਜੀ, ਇੱਕ ਨਵਾਂ ਵਿਸ਼ਾ ਤੁਸੀਂ ਸ਼ੁਰੂ ਕੀਤਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਜੀ ਕਿ ਇੰਨਾ ਬੁਰਾ ਹਾਲ ਹਿੰਦੁਸਤਾਨ 'ਚ ਹੋ ਗਿਆ। ਤੁਸੀਂ ਅਖਬਾਰ ਸਵੇਰੇ ਉੱਠ ਕੇ ਪੜ੍ਹੋਗੇ 1 ਲੱਖ ਪੋਸਟ ਬਿਲਕੁਲ ਰੇਲਵੇ 'ਚ ਕੱਢਤੀ, ਤੁਸੀਂ ਟੀਵੀ ਕਿੱਥੇ ਚੈਨਲਾਂ ਭਰੀਆਂ, ਤੇ ਕਿੱਥੇ ਜਾਂਦੀਆਂ? 3 ਸਾਲ ਹੋ ਗਏ, ਉਹਨਾਂ ਦਾ ਰਿਜ਼ਲਟ ਨਹੀਂ ਅਜੇ ਤੱਕ ਦਿੱਤਾ ਗਿਆ। ਰਿਜ਼ਲਟ ਦਿੱਤਾ ਤਾਂ ਉਹਨਾਂ ਦੀ ਪਲੇਸਮੈਂਟ ਨਹੀਂ ਹੋ ਰਹੀ। ਤਾਂ ਬੇਰੁਜ਼ਗਾਰੀ ਕਿੰਨੀ ਹੈ, ਨਸ਼ੇ ਉੱਪਰ ਜਾ ਰਹੇ ਆ ਨੌਜਵਾਨ, ਕਿਉਂਕਿ ਉਹਨਾਂ ਨੂੰ ਰੁਜ਼ਗਾਰ ਹੀ ਨਹੀਂ ਮਿਲ ਰਿਹਾ। ਜਿਹੜਾ ਹੁਣ ਅਸੀਂ ਰੋਜ਼ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਦੇਖੋ ਜੀ ਕੈਪਟਨ ਸਾਹਿਬ ਨੇ ਗੁਟਕਾ ਚੱਕ ਕੇ ਸਹੁੰ ਖਾਧੀ ਸੀ ਵੀ ਇਹਨਾਂ ਨੇ ਉਸ ਨਸ਼ੇ ਨੂੰ ਜਾਂ ਇਹਨਾਂ ਨੂੰ ਰੋਕ ਨਹੀਂ ਸਕੇ, ਜਾਂ ਇਹ ਨਹੀਂ ਕਰ ਸਕੇ। ਮੈਂ ਤੁਹਾਨੂੰ ਇਹ ਗੱਲ ਦਾਅਵੇ ਦੇ ਨਾਲ ਕਹਿਣਾ ਚਾਹੁੰਦਾ ਜੀ, ਇਹ ਕੈਪਟਨ ਸਾਹਿਬ ਤੱਕ ਹੀ, ਮੋਦੀ ਸਾਹਿਬ ਤੱਕ ਹੀ, ਕੋਈ ਵੀ ਦੁਨਿਆਵੀ ਤੱਕ ਹੀ, ਮੈਨੂੰ ਤਾਂ ਐ ਕਈ ਵਾਰੀ ਲੱਗਦਾ ਖਦਸ਼ਾ ਪੈਦਾ ਹੁੰਦਾ ਹੈ ਕਿ ਰੱਬ ਵੀ ਆਪ ਉਤਰ ਕੇ ਆ ਜੇ, ਇਹ ਨਸ਼ਿਆਂ ਨੂੰ ਬੰਦ ਨਹੀਂ ਕਰਾ ਸਕਦਾ। ਇਹ ਨਸ਼ਿਆਂ ਨੂੰ ਪੈਦਾ ਕਰਨ ਦੇ ਅਸੀਂ ਆਪ ਜ਼ਿੰਮੇਵਾਰ ਹਾਂ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਸਮੇਂ ਸਿਰ ਉਹਨਾਂ ਦੀ ਪੜ੍ਹਾਈ ਵੇਲੇ ਉਹਨੂੰ ਪੜ੍ਹਨ ਨਹੀਂ ਦਿੱਤਾ ਜੀ, ਜਦੋਂ ਨੌਕਰੀ ਦਾ ਸਮਾਂ ਆਇਆ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜੀ, ਜਦੋਂ ਕਿਤੇ ਉਹਨਾਂ ਦੀ ਕਿਸੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਸਹਾਰਾ ਨਹੀਂ ਮਿਲੂਗਾ ਜੀ, ਗਰੀਬ ਭੁੱਖਾ ਮਰਦਾ ਜਦੋਂ ਦੂਜਿਆਂ ਦੀਆਂ ਜਾਤੀਆਂ ਸਹੂਗਾ। ਤੁਸੀਂ ਅੱਜ ਕੋਈ ਇਨਸਾਫ ਲੈਣ ਦੇ ਲਈ, ਮੈਨੂੰ ਬਹੁਤ ਸ਼ਰਮ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਅਸੀਂ ਪੁਲਿਸ ਫੋਰਸ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਸਪਲਿਨਡ ਫੋਰਸ ਬਣਾਉਂਦੇ ਆ, ਉਹ ਸਾਡੀਆਂ ਇਸ ਕੰਮ ਵਾਸਤੇ ਹੁੰਦੀਆਂ ਕਿ ਕਿਸੇ ਗਰੀਬ ਮਾੜੇ ਬੰਦੇ ਨਾਲ, ਕਮਜ਼ੋਰ ਬੰਦੇ ਨਾਲ ਕੋਈ ਧੱਕਾ ਹੋ ਰਿਹਾ ਹੋਵੇ, ਵੱਡਾ ਧੱਕਾ ਕਰ ਰਿਹਾ ਹੋਵੇ, ਤਾਂ ਉਹਦੀ ਇਹ ਮਦਦ ਕਰਨਾ ਜੀ। ਹੁੰਦਾ ਕੀ ਹੈ, ਮੈਂ ਤੁਹਾਨੂੰ ਇਹ ਦਾਅਵੇ ਦੇ ਨਾਲ ਕਹਿਣਾ, ਗਰੀਬ ਨੂੰ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ। ਹਾਂਜੀ, ਇਨਸਾਫ ਮਿਲਦਾ ਹੈ ਉਹਨਾਂ ਧਾਕੜਾਂ ਨੂੰ ਜਿਹੜੇ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰੇ ਕਰਦੇ ਔਰ ਉਹਨਾਂ ਦੇ ਨਾਲ ਖੜੇ ਹੁੰਦੇ ਜੀ। ਜੀ ਬਿਲਕੁਲ। ਤੇ ਇਹਨਾਂ ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਰੋਕਦੇ, ਉਨੀ ਦੇਰ ਤੱਕ ਹਿੰਦੁਸਤਾਨ ਦਾ ਭਲਾ ਨਹੀਂ ਹੋ ਸਕਦਾ, ਤੇ ਪੰਜਾਬ ਦਾ ਤਾਂ ਬਿਲਕੁਲ ਹੀ ਨਹੀਂ ਭਲਾ ਹੋ ਸਕਦਾ। ਇਹ ਜਿਹੜੇ ਵੱਡੇ ਘਰ ਹੈ, ਮੈਂ ਨਾਂ ਨਹੀਂ ਲੈਂਦਾ, ਪਰ ਇੱਕ ਬੜੇ ਹੀ ਅੱਛੇ ਸ਼ਖਸੀਅਤ ਦਾ ਮੈਂ ਇੱਕ ਦਿਨ ਇੱਕ ਲੇਖ ਪੜ੍ਹ ਰਿਹਾ ਸੀ। ਮੈਂ ਸਮਝਦਾ ਕਿ ਉਹ ਲੇਖਣੀ ਦੇ ਬੜੇ ਮਾਹਰ ਹੈ ਔਰ ਉਹਨਾਂ ਨੇ ਬੜੀਆਂ ਅੱਛੀਆਂ ਤੇ ਸੱਚੀਆਂ ਸੁੱਚੀਆਂ ਗੱਲਾਂ ਲਿਖਦੇ ਆ। ਉਹਨਾਂ ਨੇ ਉਹਦੇ ਵਿੱਚ ਇੱਕ ਸਵਾਲ ਉਠਾਇਆ ਕਿ ਜਿਹੜਾ ਤੁਹਾਡੇ ਸਵਾਲ ਦੇ ਨਾਲ ਵੀ ਢੁਕਵਾਂ ਹੈ, ਉਹਦਾ ਜਵਾਬ ਤੁਸੀਂ ਆਪੇ ਬਣਾ ਲਿਓ। ਉਹਨੇ ਕਿਹਾ ਕਿ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਬੜੇ ਵਿਦਵਾਨ ਤੇ ਅੱਛੇ ਬੰਦੇ, ਜਿਵੇਂ ਮੰਨ ਲਓ ਟਿਕਟ ਲੈਣ ਦਾ ਹੀ ਸਵਾਲ ਆਉਂਦਾ ਹੈ ਕਿ ਟਿਕਟ ਲੈਣੀ ਹੈ ਇੱਥੋਂ ਕਿਹਨੂੰ ਦੇਣੀ, ਇਹਨੂੰ ਕਿਹਨੂੰ ਦੇਣੀ, ਉਹ ਕਹਿੰਦੇ ਜੀ ਇਹ ਬਾਦਲ ਵਾਲਿਆਂ ਦਾ ਮੁੰਡਾ ਜੀ, ਇਹ ਸਰਾਂ ਵਾਲਿਆਂ ਦਾ ਮੁੰਡਾ ਜੀ, ਇਹ ਉਹਨਾਂ ਦਾ ਮੁੰਡਾ ਜੀ, ਇਹਨੂੰ ਦੇ ਦਿਓ। ਤੇ ਦੂਜੇ ਮੇਰੇ ਵਰਗੇ ਥੱਲੇ ਬੈਠੇ ਤਾੜੀਆਂ ਮਾਰਦੇ ਰਹਿੰਦੇ। ਜੀ ਜੀ ਜੀ। ਉਹਨੇ ਬੜਾ ਅੱਛਾ ਲੇਖ ਲਿਖਿਆ ਸੀ। ਉਹ ਕਹਿੰਦਾ ਇੱਕ ਅਮੀਰਜ਼ਾਦੇ ਦਾ, ਇੱਕ ਵੱਡੇ ਪੋਲੀਟੀਸ਼ੀਅਨ ਦਾ ਇੱਕ ਬੇਵਕੂਫ ਬੱਚਾ ਜੀ ਜਦੋਂ ਸਟੇਜ 'ਤੇ ਖੜਾ ਹੁੰਦਾ ਹੈ ਤੇ ਉਹ ਸਾਨੂੰ ਭਾਸ਼ਣ ਦਿੰਦਾ ਹੈ, ਇੰਟੈਲੈਕਚੁਅਲ ਤੇ ਪੜ੍ਹੇ ਲਿਖੇ ਜਿਹੜੇ ਉਸ ਵਿਸ਼ੇ ਦੇ ਮਾਸਟਰ ਆ, ਮਹਾਰਤ ਹਾਸਲ ਹੈ ਜਿਨ੍ਹਾਂ ਨੂੰ, ਉਹ ਥੱਲੇ ਬੈਠੇ ਹੁੰਦੇ ਆ। ਉਹ ਸਿਰਫ ਉਹਨਾਂ ਦੀ ਕੰਮ ਕੀ ਹੈ, ਉਹ ਕੀ ਕੰਮ ਕਰਦੇ ਆ, ਉਸ ਬੇਵਕੂਫ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਕੋਈ ਮਤਲਬ ਦੀ ਗੱਲ ਨਹੀਂ ਕਰ ਰਿਹਾ, ਕੋਈ ਐਵੇਂ ਬੋਲੇ ਜਾ ਰਿਹਾ, ਤੇ ਉਹ ਸਿਰਫ ਇਹ ਵੇਖਦੇ ਵੀ ਕਦੋਂ ਉਹਦੀ ਨਜ਼ਰ ਸਾਡੇ ਵੱਲ ਹੋਵੇ ਤੇ ਅਸੀਂ ਤਾੜੀ ਮਾਰ ਕੇ ਖੜੇ ਹੋਈਏ ਤੇ ਉਹ ਉਹਨਾਂ ਦੀ ਖੁਸ਼ਨੁਦੀ ਅਸੀਂ ਹਾਸਲ ਕਰ ਸਕੀਏ। ਤੇ ਤਾਂ ਅਸੀਂ ਕੀ ਤੁਸੀਂ ਇਹ ਸਮਝਦੇ ਹੋ ਕਿ ਜਦੋਂ ਇੱਕ ਪੜ੍ਹਿਆ ਲਿਖਿਆ ਇੰਟੈਲੀਜੈਂਟ ਉਸ ਸਬਜੈਕਟ ਦਾ ਮਾਸਟਰ, ਉਹਦੀ ਇਹ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਉਹ ਉਸ ਦੇ ਗੱਲ ਸੁਣ ਕੇ ਤੇ ਉਹਦੇ ਤੇ ਉਹ ਤਾੜੀਆਂ ਮਾਰੇ, ਤੇ ਉਹਦੇ ਕੋਲੋਂ ਅਸੀਂ ਕੱਲ੍ਹ ਨੂੰ ਜਦੋਂ ਉਹਦੀ ਨਿਰਾਸ਼ਾ ਦੇ ਆਲਮ 'ਚ ਚਲਿਆ ਜਾਊਗਾ ਤਾਂ ਨਸ਼ਿਆਂ 'ਚ ਹੀ ਜਾਊਗਾ। ਹੋਰ ਉਹ ਕੀ ਕਰੂਗਾ? ਸੰਘਰਸ਼ ਦੇ ਵਿੱਚ ਜਾਊਗਾ ਤੇ ਕਿਸੇ ਜੇਲ੍ਹ ਖਾਨੇ 'ਚ ਪਿਆ ਹੋਊਗਾ। ਅੱਜ ਜਿਹੜੇ ਬੁੱਧੀਜੀਵੀ ਆ, ਅੱਜ ਜੋ ਇੰਟੈਲੀਜੈਂਟ ਹੈ, ਅਸੀਂ ਸੈਂਟਰ 'ਚ ਵੇਖੀ ਜਾਂਦੇ ਹਾਂ ਵੱਡੇ ਵੱਡੇ ਪੱਤਰਕਾਰ ਕੀ ਹੈ ਜੀ, ਇਹ ਜਾਸੂਸੀ ਕਰਦੇ ਆ। ਜੀ 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 ਬਿਲਕੁਲ। ਇਹਨਾਂ ਨੇ ਦੇਸ਼ ਧਰੋਈ ਹੈ, ਉਹਨਾਂ 'ਤੇ ਪਰਚੇ ਦਰਜ ਹੋ ਰਹੇ ਆ। ਇਹ ਜਿਹੜਾ ਨਗਾਰ ਵੱਲ ਨੂੰ ਜਾ ਰਹੀ ਹੈ ਔਰ ਇਹ ਜਿਹੜੇ ਤੁਸੀਂ ਮੇਰੀ ਭੈਣ ਦੀ ਪਹਿਲਾਂ ਗੱਲ ਕੀਤੀ ਹੈ, ਉਹਨਾਂ ਨੂੰ ਸਪੋਰਟ ਕਰਦੇ ਰਹੇ ਆ, ਸਾਰਾ ਕੁਛ ਕਰਦੇ ਰਹੇ ਆ। ਇਹਨਾਂ ਨੇ ਸਾਨੂੰ ਇਸ ਜਲਾਲਤ 'ਚ, ਇਸ ਗਲਵਾਨ 'ਚ, ਇਸ ਨਗਾਰ 'ਚ ਸਿੱਟਣ ਦੇ ਵਿੱਚ ਮੈਂ ਸਮਝਦਾ ਜੇ ਕੋਈ ਅੱਜ ਕੋਈ ਜ਼ਿੰਮੇਵਾਰ ਹੈ ਉਹ ਇਹ ਘਰਾਣੇ।
ਜੀ। ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨਾ ਇਹ ਕਹਿੰਦੇ ਸੀਗੇ ਕਿ ਚਾਹ ਦੀ ਰੇਹੜੀ ਲਾਉਂਦੇ ਰਹੇ ਇੱਕ ਮਤਲਬ ਕਿ ਉਸ ਫੈਮਿਲੀ ਤੋਂ ਉੱਠੇ ਆ, ਇੱਕ ਇਸ ਬੈਕਗ੍ਰਾਉਂਡ ਤੋਂ ਉੱਠੇ ਆ ਕਿ ਇੱਕ ਗਰੀਬੀ ਰੇਖਾ ਤੋਂ, ਹੈ ਨਾ। ਤੇ ਅੱਜ ਉਹ ਇੱਕ ਇੰਨੀ ਆਪਣੀ ਸਟਰਗਲ ਕਰਕੇ ਇੱਕ ਆਪਣੇ ਪ੍ਰਧਾਨ ਮੰਤਰੀ ਹੈ ਨਾ। ਪਰ ਉਹ ਤਾਂ ਸੋਚਦੇ ਹੀ ਨਹੀਂ ਗਰੀਬਾਂ ਦਾ, ਉਹ ਤਾਂ ਕੁਛ ਇਵੇਂ ਦਾ ਸੋਚਦੇ ਹੀ ਨਹੀਂ ਕਿ ਆ ਕੋਵਿਡ ਦੇ ਨਾਲ ਆਪਣਾ ਬੰਦ ਕਰਤਾ ਤਾਂ ਇੱਕ ਗਰੀਬ ਜਾਂ ਇੱਕ ਸੜਕਾਂ ਤੇ ਬੈਠੇ ਲੋਕ ਉਹ ਕਿਵੇਂ ਖਾ ਰਹੇ ਹੋਣਗੇ। ਅੱਧੇ ਲੋਕ ਤਾਂ ਕਰੋਨਾ ਨਾਲ ਨਹੀਂ, ਭੁੱਖ ਨਾਲ ਹੀ ਮਰ ਗਏ। ਤੁਹਾਡਾ ਬਹੁਤ ਹੀ ਅੱਛਾ ਸਵਾਲ ਹੈ ਔਰ ਉਹਦਾ ਤੁਸੀਂ ਅੱਧਾ ਜਵਾਬ ਵੀ ਦਿੱਤਾ ਆਪੇ ਹੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕੋਵਿਡ ਸਾਰੇ ਸਮਾਜ 'ਚ, ਸਾਰੇ ਸੰਸਾਰ 'ਚ ਹੀ ਫੈਲਿਆ ਜੀ। ਤੁਸੀਂ ਅਮਰੀਕਾ 'ਚ ਜਦੋਂ ਆਇਆ, ਉਹਨਾਂ ਨੇ ਸਾਰੇ ਬੰਦੇ ਕਹਿੰਦੇ ਰਹੇ ਕਿ ਉਹਨਾਂ ਨੇ ਜੀ 15 ਦਿਨ 20 ਦਿਨ ਲਾਕਡਾਊਨ ਨਹੀਂ ਲਾਇਆ। ਬਿਲਕੁਲ। ਉਹਨਾਂ ਨੇ ਕੀ ਕੀਤਾ, ਉਹ 20 ਦਿਨ ਉਹਨਾਂ ਨੇ ਇਸ ਕੰਮ ਤੇ ਲਾਏ ਕਿ ਲਾਕਡਾਊਨ ਹੋ ਜਾਣਾ, ਆਹ ਫੈਕਟਰੀਆਂ ਦੇ ਜਿਹੜੇ ਮਜ਼ਦੂਰ ਹੈ ਇਹਨਾਂ ਦਾ ਕੀ ਹੱਲ ਹੋਊਗਾ, ਕਿੱਥੇ ਜਾਣਗੇ। ਉਹਨਾਂ ਦੇ ਖਾਣ ਪੀਣ ਦਾ ਤੇ ਪ੍ਰਬੰਧ ਕਰਨ ਵਾਸਤੇ ਲਾਇਆ। ਇੱਥੇ ਸਾਡੀ ਸਰਕਾਰ ਨੇ ਕੀ ਕੀਤਾ, ਸ਼ਾਮ ਨੂੰ ਕਿਹਾ ਕਿ ਮਨ ਕੀ ਬਾਤ ਕਰਨਗੇ। ਹਾਂਜੀ। ਤੇ 5 ਮਿੰਟ ਪਹਿਲਾਂ ਤੱਕ ਕਿਸੇ ਬੰਦੇ ਨੂੰ ਦੁਨੀਆ ਦੇ ਮੈਂ ਤਾਂ ਸਮਝਦਾ, ਮੈਂ ਇੱਕ ਹਿੰਮਤ ਨਾਲ ਇਹ ਗੱਲ ਕਹਿਣ ਨੂੰ ਤਿਆਰ ਹਾਂ ਕਿ ਕਿਸੇ ਨੂੰ ਸ਼ਾਇਦ ਮੰਤਰੀਆਂ ਨੂੰ ਵੀ ਨਾ ਪਤਾ ਹੋਵੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਕਿ ਲਾਕਡਾਊਨ ਲਾਤਾ, ਸਾਰੀਆਂ ਫੈਕਟਰੀਆਂ ਤੋਂ ਬੰਦ ਹੈ। ਉਹਨਾਂ ਗਰੀਬਾਂ ਮਜ਼ਦੂਰਾਂ ਦਾ ਜਿਹੜੇ ਕਿ ਦਿਨ ਦੀ ਰੋਟੀ ਦਿਨ ਵੇਲੇ ਕਮਾ ਕੇ ਖਾਂਦੇ ਆ ਤੇ ਰਾਤ ਦੀ ਰੋਟੀ ਰਾਤ ਵੇਲੇ ਮੰਗ ਕੇ ਖਾਂਦੇ ਆ ਜੀ, ਉਹਨਾਂ ਬਾਰੇ ਕੁਛ ਨਹੀਂ ਸੋਚਿਆ। ਅਸੀਂ ਦੇਖਿਆ ਹਜ਼ਾਰਾਂ ਲੋਕ ਸੜਕਾਂ ਤੇ ਆ ਗਏ, ਬੇਰੁਜ਼ਗਾਰੀ ਫੈਲ ਗਈ। ਫੈਕਟਰੀਆਂ ਵਾਲਿਆਂ ਨੇ ਕੀ ਕੀਤਾ, ਬੇਸ਼ੱਕ ਅਸੀਂ ਸਮਝਦੇ ਹਾਂ ਇੱਕ ਪਾੜਾ ਪਾਤਾ ਗਰੀਬ ਤੇ ਅਮੀਰ ਦੇ ਵਿੱਚ। ਅਮੀਰਾਂ ਨੇ ਤਾਂ ਆਪਦੀਆਂ ਫੈਕਟਰੀਆਂ ਨੂੰ ਤਾਲੇ ਲਾਤੇ ਜਦੋਂ ਉਹਨਾਂ ਕੋਲੇ ਦੇਣ ਨੂੰ ਪੈਸੇ ਹੈ ਨਹੀਂ ਸੀ, ਕੋਈ ਕੰਮ ਕਰਨ ਨੂੰ ਕੰਮ ਹੈ ਨਹੀਂ ਸੀ, ਤੇ ਉਹ ਗਰੀਬ ਸੜਕਾਂ ਤੇ ਆ ਗਏ। ਉਹਨਾਂ ਨੇ 1000 2-2000 ਕਿਲੋਮੀਟਰ ਚੱਲ ਕੇ ਇਹਨਾਂ ਨੂੰ ਤਾਂ ਸਰ ਕੋਵਿਡ ਦੇ ਦੌਰਾਨ ਪੈਸਾ ਹੀ ਬਹੁਤ ਆਇਆ, ਸੈਲੀਬ੍ਰਿਟੀਜ਼ ਨੇ ਬਹੁਤ ਪੈਸਾ ਦਿੱਤਾ, ਜਿੰਨੇ ਆਪਣੇ ਪਲੇਅਰਸ ਹੈਗੇ ਆ ਇੰਟਰਨੈਸ਼ਨਲ, ਉਹਨਾਂ ਨੇ ਬਹੁਤ ਪੈਸਾ ਨਾ ਦਿੱਤਾ ਸਰਕਾਰ ਨੂੰ। ਪਰ ਸਰਕਾਰ ਕਹਿ ਰਹੀ ਸੀ ਅਸੀਂ ਦੇ ਰਹੇ ਹਾਂ ਗਰੀਬਾਂ ਨੂੰ ਜਾਂ ਕਿਸੇ ਨੂੰ ਵੀ। ਮੈਂ ਇੱਕ ਵੀਡੀਓ ਦੇਖੀ ਸੀ, ਟਿਕਟੌਕ ਇੱਕ ਐਪ ਸੀਗਾ, ਉਹਦੇ ਤੇ ਵਾਇਰਲ ਹੋਈ ਸੀ ਕਾਫੀ, ਕਿ ਇੱਕ ਮਰੇ ਕੁੱਤੇ ਨੂੰ ਖਾ ਰਿਹਾ। ਇਨਸਾਨੀਅਤ ਦੇ ਲਈ ਬਹੁਤ ਸ਼ਰਮਸਾਰ ਸੀ ਉਹ। ਤੁਸੀਂ ਆਪਾਂ ਦੇਖਦੇ ਹਾਂ ਗੰਦ ਚੋਂ ਚੱਕ ਕੇ ਬੱਚੇ ਖਾ ਰਹੇ ਆ, ਕੁਝ ਕਰ ਰਹੇ ਆ, ਇਹ ਇੱਕ ਇਨਸਾਨੀ ਤੋਂ ਅਸੀਂ ਇਨਸਾਨੀ ਜਿਹੜੇ ਤੁਹਾਡਾ ਸਵਾਲ ਹੈ ਨਾ ਕਿ ਪ੍ਰਧਾਨ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਸਟੇਜ ਤੋਂ ਉੱਠ ਕੇ ਆਇਆ ਹੋਵੇ, ਉਹਨੂੰ ਗਰੀਬਾਂ ਦਾ ਦਰਦ ਹੋਣਾ ਚਾਹੀਦਾ। ਬਿਲਕੁਲ। ਉਸ ਨੂੰ ਉਹਨਾਂ ਦੱਬੇ ਕੁਚਲੇ ਮਜ਼ਲੂਮਾਂ ਬਾਰੇ ਗੱਲ ਸਮਝ ਹੋਣੀ ਚਾਹੀਦੀ ਸੀ ਵੀ ਕਿੱਥੇ ਜਾਣ ਜੀ। ਬਿਲਕੁਲ। ਪਰ ਉਹਨਾਂ ਤਾਂ ਇੱਕ ਕਾਰਪੋਰੇਟਾਂ ਦਾ ਹੱਥ ਟੋਕਾ ਬਣ ਕੇ ਉਹਨਾਂ ਦੀ ਤਰੱਕੀ ਵਾਸਤੇ ਸੋਚ ਰਿਹਾ, ਉਹ ਗਰੀਬਾਂ ਮਜ਼ਲੂਮਾਂ ਦੀ ਉਹਨਾਂ ਨੇ ਕਦੇ ਸਾਰ ਨਹੀਂ ਲਈ ਜੀ। ਤੇ ਤੁਸੀਂ ਇਹ ਤਾਂ ਅਸੀਂ ਸਮਝਦੇ ਹਾਂ ਕਿ ਪੰਜਾਬ ਸਾਡਾ ਇਸ ਗੱਲੋਂ ਬਹੁਤ ਅੱਛਾ ਹੈ। ਇੱਥੋਂ ਦੇ ਕਿਸਾਨੀ ਗਰੀਬ ਭਾਵੇਂ ਆਪ ਭੁੱਖੇ ਰਹਿ ਜਾਣ ਜੀ, ਪਰ ਅਸੀਂ ਇਹ ਕੋਸ਼ਿਸ਼ ਕਰਦੇ ਜੇ ਕੋਈ ਮਹਿਮਾਨ ਆ ਜਾਏ, ਕੋਈ ਸਾਥੀ ਆ ਜਾਏ, ਕੋਈ ਦੋਸਤ ਆ ਜਾਏ, ਉਹ ਭੁੱਖਾ ਨਾ ਸੋਵੇ, ਉਹਨੂੰ ਆਰਾਮ ਨਾਲ ਬਿਸਤਰਾ ਮਿਲੇ ਜੀ ਜੀ। ਇਹ ਸਾਡੇ ਇੱਕ ਪੰਜਾਬ ਦੀ ਪਰੰਪਰਾ ਹੈ ਜੀ। ਪਰ ਅਸੀਂ ਦੇਖਿਆ ਕਿ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਹੱਥੋਂ ਹੱਥ ਲੜਾਈ ਹੋ ਗਈ ਕਿ ਪੰਜਾਬ 'ਚ ਵੀ ਅਸੀਂ ਉਹਨਾਂ ਲੋਕਾਂ ਨੂੰ ਨਹੀਂ ਸੰਭਾਲ ਸਕੇ। ਜੋ ਇੱਕ ਪਹਿਲਾਂ ਦਾ ਕਹਿੰਦੇ ਹੁੰਦੇ ਸੀ ਕਿ ਅੰਗਰੇਜ਼ ਕਹਿ ਗਏ ਸੀਗੇ ਕਿ ਪਾੜੋ ਤੇ ਰਾਜ ਕਰੋ, ਉਹ ਵਾਲੀ ਚੀਜ਼ ਹੋ ਰਹੀ ਹੈ। ਇਹਨਾਂ ਨੇ ਦੇਖੋ, ਤੁਸੀਂ ਹੁਣ ਅੱਜ ਤੁਸੀਂ ਕੋਵਿਡ ਦੇ ਨਾਲ ਜਿਹੜੀ ਲੜਾਈ ਹੈ ਜੀ, ਇਹ ਇੱਕ ਕਰਪਟ ਸਿਸਟਮ ਨਾਲ ਲੜਾਈ ਲੜੀ ਜਾ ਰਹੀ ਹੈ। ਬਿਲਕੁਲ। ਤੁਸੀਂ ਸੈਂਟਰ ਤੋਂ ਚੱਲ ਰਿਹਾ ਜੀ, ਅਸੀਂ 5 ਕਿਲੋ ਕਣਕ ਦੇਤੀ, ਅਸੀਂ ਆਹ ਕਰਤਾ ਸੀ ਉਹ ਕਰਤਾ ਜੀ, ਤੇ ਪਰ ਹੁੰਦਾ ਕੀ ਹੈ, ਲੈ ਕੇ ਉੱਥੋਂ ਗਰੀਬਾਂ ਦਾਨ ਵੱਡੇ ਮਹਾਰਥੀ ਦੇ ਦਿੰਦੇ ਆ, ਉਹਨਾਂ ਨੂੰ ਇਹ ਦੇ ਦਿੰਦੇ ਆ ਵੀ ਤੁਸੀਂ ਆਪਣੇ ਬਿਜ਼ਨਸ ਚਲਾ ਲਓ, ਤੇ ਉਹ ਦਾਨ ਦੇਈ ਜਾਂਦੇ ਆ, ਉਹਨਾਂ ਦੀ ਫੋਟੋ ਲੱਗਦੀ ਹੈ ਨਾਲ ਵੀ ਜੀ ਧੀ ਸਾਹਿਬ ਆਇਆ ਜੀ ਇੱਥੇ, ਤੁਹਾਨੂੰ ਗਰੀਬਾਂ ਨੂੰ ਰੋਟੀ ਦੇਣਗੇ, ਲੰਗਰ ਵੰਡਣਗੇ। ਉਹ ਜਿਹੜੇ ਸਰਕਾਰ ਨੇ ਦਿੱਤੇ ਆ, ਸੈਂਟਰ ਨੇ ਦਿੱਤੇ ਆ, ਪੰਜਾਬ ਨੇ ਦਿੱਤੇ, ਉਹ ਕਿੱਥੇ? ਬਿਲਕੁਲ। ਹਾਂਜੀ ਸਰ, ਬਹੁਤ ਸਾਰੇ NGOs ਖੜੇ ਆ, ਉਹਨਾਂ ਦੇ ਨਾਲ ਗਰੀਬਾਂ ਨੂੰ ਲੰਗਰ ਵੰਡਿਆ ਜਾ ਰਹੇ ਸੀ, ਸਭ ਕੁਝ। ਉਹ ਤੇ ਸਰਕਾਰ ਦਾ ਪੈਸਾ ਕਿੱਥੇ ਸੀ? ਸਰਕਾਰ ਤਾਂ ਕੁਝ ਨਹੀਂ ਕਰ ਰਹੀ ਸੀ। ਜਾਂ ਤਾਂ ਫਿਰ ਉਹ ਸਰਕਾਰ ਦਾ ਪੈਸਾ ਹੈ ਜੀ, ਤੇ ਜੇ ਸਰਕਾਰ ਨੇ ਉਹ ਪੈਸਾ ਦਿੱਤਾ ਹੈ ਜਾਂ ਇਸ ਦੀ ਇੱਕ ਬਹੁਤ ਵੱਡਾ ਘਪਲਾ ਹੈ। ਮੈਂ ਤਾਂ ਬੇਨਤੀ ਕਰੂੰਗਾ ਜੇ ਕੋਈ ਇਸ ਤਰ੍ਹਾਂ ਦੀ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਜੇ ਇਕੱਲੇ ਇਸ ਘਪਲੇ ਦੀ ਹੋਈ, ਜਿਹੜੀ ਆਪਾਂ ਕੱਢਦੇ ਹਾਂ ਨਾ, ਬੋਫਰ ਦੀ ਕੱਢਤੀ, ਉਹਦੀ ਕੱਢਤੀ, 100 ਸਾਲ ਹੋ ਗਏ, ਉਹਦਾ ਨਹੀਂ ਫੈਸਲਾ ਹੋਇਆ, ਟਾਈਮ ਬਾਉਂਡ ਹੋਵੇ। ਬਿਲਕੁਲ। 3 ਮਹੀਨਿਆਂ 'ਚ ਕਰ ਦਿਓ ਸਾਰੇ ਇਸ ਹਮਾਮ 'ਚ ਨੰਗੇ। ਜਿੰਨੇ ਪੋਲੀਟੀਸ਼ੀਅਨਾਂ ਦੀ ਤੁਸੀਂ ਗੱਲ ਕੀਤੀ ਹੈ, ਜਿੰਨੇ ਸਿਆਸਤਦਾਨਾਂ ਦੀ ਗੱਲ ਕੀਤੀ ਹੈ, ਜਿੰਨੇ ਅਫਸਰਾਂ ਦੀ ਗੱਲ ਕੀਤੀ, ਇਹ ਸਾਰੇ
ਇਸ ਦੇ ਵਿੱਚ ਸਾਰੇ ਨੰਗੇ ਹੋ ਜਾਣਗੇ ਹਾਂਜੀ। ਜੇ ਇਹ ਜੋ ਇਨਕੁਆਇਰੀ ਹੋ ਜੇ ਕਿ ਉਹ ਜਿਹੜੇ ਪੈਸੇ ਫੰਡ ਆਏ ਉਹ ਕਿੱਥੇ ਗਏ ਕਿੱਥੇ ਨਹੀਂ ਗਏ। ਮੈਂ ਸਮਝਦਾ ਇਹ ਤਾਂ ਬਿਲਕੁਲ। ਤੇ ਜਿਹੜੀਆਂ ਸਰ ਆਪਣੀਆਂ ਇਲੈਕਸ਼ਨਸ ਹੈਗੀਆਂ ਹਨਾ, ਤੇ ਹੁਣ ਵੀ ਨੇੜੇ ਆ ਰਹੀਆਂ, ਤੇ ਇਹ ਇੱਕ ਰਾਜਨੀਤੀ ਮਤਲਬ ਕਿ ਖੇਡੀ ਜਾ ਰਹੀ ਹੈ। ਜਦੋਂ ਇੱਕ ਸਹੀ ਇਨਸਾਨ ਨੂੰ, ਇੱਕ ਨੌਜਵਾਨ ਪੀੜ੍ਹੀ ਜਿਨ੍ਹਾਂ ਦਾ ਇੰਟਰਸਟ ਰਾਜਨੀਤੀ ਦੇ ਵਿੱਚ ਆ, ਜਿਹੜੇ ਇੱਕ ਸਹੀ ਸੋਚ ਦੇ ਨਾਲ ਆਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਇਕੱਠੇ ਹੋ ਕੇ ਲੋਕ, ਜਿਵੇਂ ਲੋਕ ਤਾਂ ਇੱਕ ਉਸ ਚੀਜ਼ ਨੂੰ ਕਰਦੇ ਜਦੋਂ ਇੱਕ ਇਲੈਕਸ਼ਨਸ ਹੁੰਦੀਆਂ ਉਸ ਟਾਈਮ ਤੁਹਾਨੂੰ ਲੱਗਦਾ ਨਾ ਵੀ ਸ਼ਰਾਬ ਸਪਲਾਈ ਕੀਤੀ ਜਾਂਦੀ, ਉਸ ਟਾਈਮ ਪੈਸੇ ਦਾ ਬਹੁਤ ਜ਼ਿਆਦਾ ਹੁੰਦਾ ਹੈ ਨਾ, ਪੈਸੇ ਦੇ ਲਈ ਲੋਕ ਆਪਣੀਆਂ ਵੋਟਾਂ ਵੇਚ ਦਿੰਦੇ ਆ। ਮੈਂ ਇਹ ਚੀਜ਼ ਦੇਖੀ ਹੈ, ਇੱਕ ਐਕਸਪੀਰੀਅੰਸ ਆ, ਲੋਕਾਂ ਨੂੰ ਦੇਖਿਆ। ਤੁਸੀਂ ਮੰਨਦੇ ਹੋ ਨਾ ਇਸ ਗੱਲ ਨੂੰ ਕਿ ਲੋਕਾਂ ਨੂੰ ਵੀ ਉਸ ਬਾਰੇ ਜਾਗਰੂਕ ਹੋਣਾ ਚਾਹੀਦਾ ਕਿ ਜਿਹੜਾ ਨੇਤਾ ਤੁਸੀਂ ਇੱਕ ਸ਼ਰਾਬ ਦੇ ਨਾਲ ਤੇ ਜਾਂ ਫਿਰ ਪੈਸੇ ਦੇ ਨਾਲ ਤੁਸੀਂ ਲੈ ਕੇ ਆਓਗੇ, ਐਵੇਂ ਦਾ ਨੇਤਾ ਤੁਹਾਡਾ ਗਲ ਹੀ ਘੁੱਟੂਗਾ, ਉਹ ਤੁਹਾਡੇ ਨਾਲ ਖੜੂਗਾ ਤਾਂ ਨਹੀਂ। ਮੈਂ ਤੁਹਾਡੀ ਬਿਲਕੁਲ ਵਾਜਬ ਸਵਾਲ ਹੈ ਜੀ, ਪਰ ਮੈਂ ਨੌਜਵਾਨਾਂ ਲਈ ਇੱਕੋ ਗੱਲ ਦਰਦ ਭਰੇ ਦਿਲ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਅਸੀਂ ਇਹਨਾਂ ਨੇ ਕੀ, ਜਿਹੜੇ ਪੋਲੀਟੀਸ਼ੀਅਨ ਹੈ ਉਹ ਬੇਸ਼ੱਕ ਅਕਾਲੀ ਦਲ ਦਾ ਹੋਵੇ, ਕਾਂਗਰਸ ਦਾ ਹੋਵੇ, ਇਹ ਇੱਕ ਵੱਡੇ ਘਰਾਣੇ ਆ, ਇਹ ਆਪਸ ਵਿੱਚ ਇੱਕ ਦੂਜੇ ਨਾਲ ਸੁਵਿਧਾ ਕਰਕੇ ਇਲੈਕਸ਼ਨ ਲੜ ਰਹੇ ਆ। ਇੱਕ ਇਹ ਨੂਰਾ ਕੁਸ਼ਤੀ ਕਰਦੇ ਆ ਜਿਹਨੂੰ ਆਪਾਂ ਕਹਿ ਦਿੰਦੇ, ਇੱਕ ਵਾਰੀ ਉਹ ਆ ਜਾਂਦਾ, ਇੱਕ ਵਾਰੀ ਉਹ ਆ ਜਾਂਦਾ ਜੀ। ਸਾਨੂੰ ਨੌਜਵਾਨਾਂ ਨੂੰ ਉੱਠਣਾ ਚਾਹੀਦਾ, ਬਿਲਕੁਲ ਸਾਨੂੰ ਆਪਦਾ ਦਿਮਾਗ ਵਰਤਣਾ ਚਾਹੀਦਾ, ਸਾਨੂੰ ਲੋਕਾਂ ਨੂੰ ਇਸ ਗੱਲ ਵਾਸਤੇ ਜਾਗਰੂਕ ਕਰਨਾ ਚਾਹੀਦਾ ਕਿ ਇਹਨਾਂ ਨਸ਼ਿਆਂ ਨੂੰ ਅਸੀਂ ਕੁਰਬਾਨੀ ਦਈਏ ਇੱਕ ਮਹੀਨੇ ਦੀ, ਬਿਲਕੁਲ 1 ਮਹੀਨੇ ਦੀ ਕੁਰਬਾਨੀ ਨਾਲ ਇਹਨਾਂ ਦਾ ਤਖਤਾ ਪਲਟ ਦਈਏ। ਇਸ ਤਰ੍ਹਾਂ ਦੇ ਲੋਕ ਲਿਆਈਏ ਜਿਹੜੇ ਕਿ ਲੋਕਾਂ ਦੀ ਹਮਦਰਦੀ, ਗਰੀਬਾਂ ਦੀ ਹਮਦਰਦੀ, ਮਜ਼ਦੂਰਾਂ ਦੀ ਹਮਦਰਦੀ, ਜਿਹੜੇ ਅਨਐਮਪਲੋਇਮੈਂਟ ਹੈ ਇਹਨੂੰ ਦੂਰ ਕਰਨ ਦੇ ਲਈ ਕੰਮ ਕਰਨ। ਉਹਨਾਂ ਨੂੰ ਕਰਕੇ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ, ਇਹਨਾਂ ਵੱਡੇ ਮਗਰਮੱਛਾਂ ਨੂੰ ਅਸੀਂ ਕਿਵੇਂ ਨਾ ਕਿਵੇਂ ਲਤਾੜੀਏ। ਆ ਕਿਸਾਨੀ ਦੇ ਮਸਲੇ, ਗਰੀਬ ਦੁਕਾਨਦਾਰਾਂ ਦੇ ਮਸਲੇ, ਆੜ੍ਹਤੀਆਂ ਦੇ ਜਿਹੜੇ ਪਾਟੋ ਤੇ ਰਾਜ ਕਰੋ ਵਾਲੇ ਮਸਲੇ ਆ, ਇਹ ਉਦੋਂ ਨੂੰ ਕੋਈ ਨਾ ਕੋਈ ਨਵਾਂ ਖੜਾ ਕਰ ਦਿੰਦੇ ਆ। ਔਰ ਤੁਸੀਂ ਦੇਖੋ ਧਰਮ ਜਿਹੜਾ ਇੱਕ ਸਾਡਾ ਐਸਾ ਇੱਕ ਇਸ਼ੂ ਹੈ, ਬਿਲਕੁਲ ਇਹ 4 ਮਹੀਨੇ ਪਹਿਲਾਂ ਇੱਕ ਇਸ਼ੂ ਛੱਡ ਦਿੰਦੇ ਆ ਜੀ ਤੇ ਉਹ ਇਸ਼ੂ ਦੇ ਉੱਤੇ ਅਸੀਂ ਬੇਵਕੂਫ ਬਣ ਕੇ ਲੜਾਈਆਂ ਆਪਸ ਵਿੱਚ ਲੜੀ ਜਾਂਦੇ ਆ, ਜਿਹੜਾ ਉਹਨੂੰ ਜਿੰਦਾ ਕਰ ਲੈਂਦੇ ਆ। ਜਦੋਂ ਲੋਕ ਇੱਕ ਭੜਕਦੇ ਆ ਉਸ ਟਾਈਮ ਇਹ ਕੋਈ ਮੁੱਦਾ ਐਵੇਂ ਦਾ ਲਿਆ ਕੇ ਵਿੱਚ ਵਾੜਦੇ ਆ ਜਿਹਦੇ ਨਾਲ ਭਾਵਨਾ, ਲੋਕਾਂ ਦੀਆਂ ਭਾਵਨਾਵਾਂ ਨੂੰ ਦਾ ਨਾਲ ਖਿਲਵਾੜ ਕਰਦੇ ਆ। ਅਸੀਂ ਉਹਨਾਂ ਭਾਵਨਾਵਾਂ ਦੀ ਖਿਲਵਾੜ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਉੱਠੋ ਕਿ ਇੱਕ ਬਰੋਲਾ ਬਣਾ ਦਿਓ। ਬਰੋਲੇ ਦੇ ਵਿੱਚ ਤੁਸੀਂ ਤਾਂ ਪੰਜਾਬੀਆਂ ਤਾਂ ਗੱਲ ਨੂੰ ਸਮਝ ਲਓਗੇ, ਬਰੋਲਾ ਜਦੋਂ ਹੁੰਦਾ ਉਹਦੇ 'ਚ ਚੰਗਾ ਮਾੜਾ ਸਭ ਕੁਝ ਉਡਾ ਕੇ ਲੈ ਜਾਂਦਾ। ਇਹ ਨੌਜਵਾਨ ਹੀ ਇੱਕ ਬਰੋਲਾ ਬਣ ਸਕਦੇ ਜੀ। ਇਹ ਬਰੋਲਾ ਬਣ ਕੇ ਜਿਹੜੇ ਸਾਡੇ ਨਾਲ ਠੱਗੀਆਂ ਮਾਰੀਆਂ, ਸਾਨੂੰ ਇੰਨੀਆਂ ਤਰਾਸਦੀਆਂ ਦਿੱਤੀਆਂ, ਸਾਨੂੰ ਇੰਨੇ ਦੁੱਖ ਦਿੱਤੇ ਆ, ਤਕਲੀਫਾਂ ਦਿੱਤੀਆਂ, ਉਹਦਾ ਹੱਲ ਇੱਕੋ ਹੀ ਹੈ ਕਿ ਉਹ ਬਰੋਲਾ ਬਣ ਕੇ ਸਾਰਿਆਂ ਨੂੰ ਮਧੋਲ ਦਿਓ, ਬਿਲਕੁਲ। ਔਰ ਇਹਨਾਂ ਨੂੰ ਮਧੋਲ ਕੇ ਜਦੋਂ ਸਰਕਾਰ ਬਣ ਜਾਏ ਪਹਿਲੇ 3 ਮਹੀਨੇ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ। ਇਹਨਾਂ ਦੇ ਜੋ ਕਰਪਟ ਸਿਸਟਮ ਇਹਨਾਂ ਨੇ ਬਣਾਇਆ, ਜੋ ਨੂਰਾ ਕੁਸ਼ਤੀਆਂ ਇਹਨਾਂ ਨੇ ਲੜੀਆਂ, ਇਹ ਜੋ ਨਸ਼ੇ ਦੇ ਮਾਸਟਰ ਹੈ, ਜੋ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਅੰਦਰ ਕਰੋ, ਬਿਲਕੁਲ, ਤੇ ਕਰਕੇ ਇੱਕ ਨਰੋਇਆ ਸਮਾਜ ਅਸੀਂ ਸਿਰਜੀਏ। ਨਰੋਇਆ ਸਮਾਜ ਤਾਂ ਹੀ ਸਿਰਜਿਆ ਜਾ ਸਕਦਾ ਹੈ, ਤਾਂ ਹੀ ਅਸੀਂ ਆਪਣੇ ਲੋਕਾਂ ਦਾ ਭਲਾ ਕਰ ਸਕਦੇ ਹਾਂ ਜੇ ਅਸੀਂ ਇੱਕ ਦੂਜੇ ਦੀ ਈਰਖਾ ਛੱਡ ਕੇ, ਇੱਕ ਦੂਜੇ ਨੂੰ ਪਿਆਰ ਨਾਲ ਗਲੇ ਲਾ ਕੇ, ਸਾਰੇ ਨੌਜਵਾਨ, ਸਾਰੇ ਵੀਰ ਇਕੱਠੇ ਹੋ ਕੇ ਇਹਨਾਂ ਵੱਡੇ ਘਰਾਂ ਦੀ ਕਿਸੇ ਦੀ ਕੋਈ ਸਾਰ ਨਾ ਲਈਏ, ਇਹਨਾਂ ਨੂੰ ਆਪਦੇ ਘਰੇ ਨਾ ਵੜਨ ਦਈਏ, ਇਹਨਾਂ ਨੂੰ ਬਾਹਰ ਕਢਾ ਕੇ ਇਹਨਾਂ ਨੂੰ ਕਹੋ ਕਿ ਇਹਨਾਂ ਪੋਲੀਟੀਸ਼ੀਅਨਾਂ ਤੋਂ ਸਾਨੂੰ ਮਾਫੀ ਚਾਹੀਦੀ ਹੈ, ਅਸੀਂ ਆਪ ਦਾ ਇੱਕ ਰਾਸਤਾ ਆਪ ਚੁਣ ਰਹੇ ਹਾਂ, ਫਿਰ ਹੀ ਅਸੀਂ ਆਪਦੇ ਆਪ ਨੂੰ ਕਾਮਯਾਬ ਹੋ ਸਕਦੇ ਹਾਂ। ਵਰਨਾ ਇਸੇ ਤਰਾਸਦੀ ਦੇ ਵਿੱਚ ਕਦੇ ਉਹ ਤੇ ਕਦੇ ਉਹ, ਅਸੀਂ ਇਹਦੇ ਵਿੱਚ ਘੁਲਦੇ ਰਵਾਂਗੇ। ਮੈਂ ਤੁਹਾਡਾ ਬਹੁਤ ਸਮਾਂ ਲਿਆ, ਥੈਂਕ ਯੂ ਸੋ ਮਚ ਸਰ ਸਾਡੇ ਨਾਲ ਜੁੜਨ ਦੇ ਲਈ, ਤੁਸੀਂ ਸਾਡੇ ਬਹੁਤ ਮਿਹਰਬਾਨੀ। ਹਾਂਜੀ, ਥੈਂਕ ਯੂ ਸੋ ਮਚ ਸਰ। ਹਾਂਜੀ, ਤੇ ਇਹ ਸੀ ਐਡਵੋਕੇਟ ਅਸ਼ੋਕ ਧੀਰ ਜੀ। ਤੇ ਤੁਸੀਂ ਅੱਗੇ ਵੀ ਅਸੀਂ ਤੁਹਾਨੂੰ ਬਹੁਤ ਸਾਰੀਆਂ ਸ਼ਖਸੀਅਤ ਨਾਲ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਉਹਨਾਂ ਦੇ ਵਿਚਾਰ ਰੱਖਦੇ ਰਵਾਂਗੇ। ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੋ। ਥੈਂਕ ਯੂ ਸੋ ਮਚ।